की क्या लामा साहब मौजूद हो? जी है क्या लामा साहब बदलाए चलिए लामा साहब जी जी मैं सुन रहा आवाज हूँ। आ रही जी जी है क्या? कल का एक मुद्दा है। आवाज आ रही है लेकिन पहले आवाज था इंसान थोड़ी ब्रेक हो गई। जी गल मैं क्या हो मेरी रही सी। मेरी तरफ तो नहीं कोई प्रॉब्लम, मेरी आवाज सही नहीं आ नहीं रही है कोई या मैं दोबारा थोड़ी ज्वाइन आवाज़ करना? ठीक आ रही है। अच्छा अच्छा। ਤੁਹਾਡੀ ਆਵਾਜ਼ ਠੀਕ ਆ ਰਹੀ ਹੈ, ਤੁਹਾਨੂੰ ਆ ਰਹੀ ਹੈ ਕਸ਼ਮੀਰੀ ਸਾਹਿਬ ਲਾਮਾ ਸਾਹਿਬ जी ਦੀ ਆਵਾਜ਼? जी जी मैनू आ रही है। ਹਾਂ ਤਾਂ ਬਸ ਠੀਕ ਹੈ, ਫਿਰ ਤੇ ਸਹੀ। ਪੁੱਛੋ ਜੀ, ਗੱਲ ਪੁੱਛਣੀ ਪੁੱਛੋ। गल ये हो रही सी लामा साहब कल दी कि ओए अगर तू इन्हें रसालत कोई करेगा, फर्ज करो मेरे सामने कोई करेगा तो मैं क्या, मैं तो उन्होंने नहीं छेड़ना, मैं तो मार दूंगा। क्योंकि मैं अगर अपने प्यो की बेइज्जती नहीं बर्दाश्त कर सकता तो मैं अपने रसूल की नहीं कर सकता बेइज्जती। लेकिन हुसैन साहब कह रहे हैं शरीयत ऐसी कोई मिसाल नहीं मिलती ना कुरान और हदीस रसूलुल्लाह के उत्ते वो जड़ियां भी सुटियां गई, होर भी तकलीफा दित्तियां गई, पत्थर भी मारे गए, लेकिन उन्होंने बदला नहीं लिया। लेकिन मैं कहता कि एक काम उम्मत दे के अपने नबी का दफा किस तरह करना है, उन्होंने कोई तोहीन करे, किस फर्ज करो मेरे सामने कोई गाल कढ़े तो मैं कह रहा था कि मैं बिल्कुल बर्दाश्त नहीं होता। मैं जो ਮੇਰੀ कुछ होगा ਮੇਰੀ ਤਰਫੋਂ ਉਹ ਗੱਲ ਨਾ ਮਨਸੂਬ ਕਰਿਓ ਜਿਹੜੀ ਮੈਂ ਨਹੀਂ ਕਹੀ। ਤੁਸੀਂ ਆਪਣੀ ਗੱਲ ਕਹੀ ਜਾਓ ਸਭ, ਤੇ ਜਿਹੜੀ ਮੈਨੂੰ ਕਹਿਣੀ ਹੋਏਗੀ ਉਹ ਮੈਂ ਖੁਦ ਹੀ ਕਵਾਂਗਾ। सेंसर मैं कोई गल मनसूख नहीं की तो ਠੀਕ ਹੈ ਠੀਕ ਹੈ। मैं ए कह एक कोई मिसाल दी तुसा ओजरी दी मैनू मिसाल नहीं दी नहीं नहीं, मैं वो नहीं ਦਿੱਤੀ ਮਿਸਾਲ, ਉਹ ਤੇ ਬਾਅਦ ਚ ਆਈ ਹੈ। ਮੈਂ ਮੇਰਾ ਗੱਲ ਅਸਲੀ ਸਵਾਲ ਇੱਥੋਂ ਉੱਠਿਆ ਕਿ ਕੁਰਾਨ ਸ਼ਰੀਫ ਵਿੱਚ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਤੋਹੀਨ ਦੀ ਸਜ਼ਾ ਮੌਜੂਦ ਹੈ ਜਾਂ ਨਹੀਂ ਮੌਜੂਦ। ਤੇ ਮੈਂ ਕਿਹਾ ਮੈਨੂੰ ਉੱਥੇ ਤੇ ਨਹੀਂ ਨਜ਼ਰ ਆਈ ਕੋਈ ਕਿ ਸਜ਼ਾ ਕੋਈ ਮੁਕਰਰ ਹੋਵੇ। ਤੇ ਅਗਰ ਕੁਰਾਨ ਸ਼ਰੀਫ 'ਚ ਮੌਜੂਦ ਹੈ ਤੇ ਹੈ, ਅਗਰ ਨਹੀਂ ਹੈ ਤੇ ਨਹੀਂ ਹੈ। ਇਹਦੇ 'ਚ ਸਾਡਾ ਕੀ ਕਸੂਰ ਹੈ? ਅਸੀਂ ਉਹਦੇ 'ਚ ਲਿਖ ਕੇ ਪਾ ਸਕਦੇ ਹਾਂ ਜਾਂ ਲਿਖੀ ਹੋਵੇ ਤੇ ਕੱਢ ਸਕਦੇ ਹਾਂ। ਗੱਲ ਪਹਿਲੀ ਹੈ, ਪਹਿਲੀ ਬੁਨਿਆਦ ਇਹ ਹੈ। ਮੈਂ ਇਹ ਨਹੀਂ ਕਹਿ ਰਿਹਾ ਵੀ ਤੁਹਾਨੂੰ ਗੁੱਸਾ ਆਉਂਦਾ ਹੈ ਤੁਹਾਡਾ, ਤੁਸੀਂ ਮਾਰ ਛੱਡਣਾ ਬੰਦਿਆਂ ਨੂੰ, 10 ਬੰਦਿਆਂ ਨੂੰ ਮਾਰ ਛੱਡੋ, ਤੁਸੀਂ ਜੋ ਵੀ ਤੁਹਾਡੇ ਗੁੱਸੇ ਦੇ ਨਤੀਜੇ 'ਚ ਤੁਹਾਡਾ ਦਿਲ ਚਾਹੇ ਉਹ ਕਰੋ, ਮੈਂ ਉਹਨੂੰ ਨਹੀਂ ਰੋਕ ਰਿਹਾ। ਗੱਲ ਅਸੂਲੀ ਇਹ ਕਰ ਰਹੇ ਹਾਂ ਕਿ ਕਿਆ ਅੱਲਾਹ ਤਾਲਾ ਨੇ ਰਸੂਲullah ਦੀ ਤੋਹੀਨ ਕਰਨ ਵਾਲੇ ਨੂੰ ਕਤਲ ਕਰ ਦੇਣ ਦਾ ਆਮ ਆਦਮੀਆਂ ਨੂੰ ਇਰਸ਼ਾਦ ਫਰਮਾਇਆ ਵੀ ਜਿਹੜਾ ਵੀ ਦੇਖੇ ਰਸੂਲullah ਦੀ ਤੋਹੀਨ ਦੀ ਤਰਫ ਜ਼ਰਾ ਵੀ ਗੱਲ ਮਾਇਲ ਹੋਵੇ ਤਾਂ ਫੌਰਨ ਉਹਨੂੰ ਕਤਲ ਕਰ ਦਿਓ। ਜੇ ਅੱਲਾ ਨੇ ਇਹ ਫਰਮਾਇਆ ਤਾਂ ਬਿਲਕੁਲ ਠੀਕ ਹੈ, ਇੰਝ ਹੀ ਹੈ, ਉਹਦਾ ਕੌਣ ਇਨਕਾਰ ਕਰ ਸਕਦਾ? ਤੇ ਜੇ ਨਹੀਂ ਫਰਮਾਇਆ ਤਾਂ ਉਹ ਵੀ ਠੀਕ ਹੈ, ਜੋ ਅੱਲਾ ਨੇ ਨਹੀਂ ਫਰਮਾਇਆ ਤਾਂ ਨਹੀਂ ਫਰਮਾਇਆ। ਪਹਿਲੇ ਇਹ ਗੱਲ ਤੈਅ ਕਰ ਲਓ, ਇਹ ਕੀ ਖਿਆਲ ਹੈ ਇਹਦੇ ਮਤਲਬ? ये मैं थोड़े नाल इस चीज़ बिल्कुल जी ये मैं थोड़े नाल कुरान दे कोई ऐसा हुक्म नहीं, ठीक है गल। ਅਗਰ ਹੈ, ਸਾਨੂੰ ਨਹੀਂ ਹੋ ਸਕਦਾ ਨਾ ਪਤਾ ਹੋਵੇ, ਲਾਮਾ ਸਾਹਿਬ ਨੂੰ ਪਤਾ ਹੋਵੇ, ਦੱਸ ਦੇਣ ਵੀ ਇਹ ਫਲਾਣੀ ਥਾਂ ਲਿਖੀ ਹੈ ਤੇ ਤੁਸੀਂ ਉਹਦੇ ਤੇ ਅਮਲ ਕਰਨਾ ਤੇ ਠੀਕ ਹੈ। ਕੋਈ ਜ਼ਰੂਰੀ ਤਾਂ ਨਹੀਂ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਹੋਵੇ, ਲੇਕਿਨ ਅਗਰ ਹੋਏਗਾ ਤੇ ਅਸੀਂ ਇਨਕਾਰ ਨਹੀਂ ਕਰ ਸਕਦੇ, ਤੇ ਅਗਰ ਨਾ ਹੋਏਗਾ ਤੇ ਅਸੀਂ ਉਹਦੇ 'ਚ ਪਾ ਨਹੀਂ ਸਕਦੇ। ਇਹ ਅਸੂਲ ਤੇ ਠੀਕ ਹੈ ਜਾਂ ਨਹੀਂ? बिल्कुल ठीक। ਹੁਣ ਗੱਲ ਆ ਜਾਂਦੀ ਅੱਗੇ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਆਪਣੇ ਜ਼ਮਾਨੇ 'ਚ ਆਪ ਨੇ ਆਪਣੀ ਤੋਹੀਨ ਦਾ ਕਿਤੇ ਕਿਤੇ ਕੋਲੋਂ ਬਦਲਾ ਲਿਆ ਔਰ ਆਪਣੀ ਤੋਹੀਨ ਦੇ ਮੁਤਲਕ ਇਹ ਇਰਸ਼ਾਦ ਫਰਮਾਇਆ ਕਿ ਮੇਰੀ ਤੋਹੀਨ ਅਗਰ ਹੁੰਦੀ ਦੇਖੋ ਤਾਂ ਫਿਰ ਤੁਸੀਂ ਕੀ ਕਰਨਾ ਹੈ। ਤੇ ਜੋ ਆਪ ਦਾ ਇਰਸ਼ਾਦ ਹੋਏਗਾ ਉਹ ਵੀ ਬਿਲਕੁਲ ਹੁਕਮ ਹੈ ਸਾਡੇ ਵਾਸਤੇ, ਅਸੀਂ ਉਹਦੇ 'ਤੇ ਅਮਲ ਕਰਾਂਗੇ। ਤੇ ਉਹਦੇ 'ਚੋਂ ਇੱਕ ਵਾਕਿਆ ਕਿਸੇ ਨੇ ਦੱਸਿਆ, ਉਹ ਜਿਹੜੀ ਜਦੋਂ ਸੱਟੀ ਤੇ ਆਪ ਨੇ ਉਹ ਬੰਦੇ ਕਤਲ ਕਰਾ ਦਿੱਤੇ ਸਾਰੇ। ਤੁਸੀਂ ਕਹਿੰਦੇ ਹੋ ਨਹੀਂ ਕਰਾਏ, ਪਰ ਹੁਣ ਅਸਲ ਗੱਲ ਕੀ ਹੈ ਮੈਨੂੰ ਨਹੀਂ ਪਤਾ ਇਹਦਾ। चलो एक राय ले लेने हैं लामा साहब को भी, तो राशिद साहब भी बैठे दो या। ये राय दे दो होगा ਜ਼ਰੂਰ। ਅੱਛਾ ਖੈਰ ਚਲੋ, ਤੁਸੀਂ ਜਿੰਨੀ ਗੱਲਬਾਤ ਕੀਤੀ ਹੈ ਉਹਦੇ ਤੇ ਕੁਰਾਨ ਦੇ ਵਿੱਚ ਰਸੂਲ ਨੂੰ ਅਜ਼ੀਅਤ ਦੇਣ ਵਾਲਿਆਂ ਦਾ ਜ਼ਿਕਰ ਤੇ ਆਉਂਦਾ ਹੈ, ਲੇਕਿਨ ਮੈਂ ਹੁਣ ਡਰਾਈਵ ਕਰ ਰਿਹਾ ਉਹਦੇ ਤੇ ਦੁਨਿਆਵੀ ਸਜ਼ਾ ਅੱਲਾਹ ਤਾਲਾ ਨੇ ਤੇ ਨਹੀਂ ਬਿਆਨ ਕੀਤੀ ਕਿ ਦੁਨੀਆ 'ਚ ਉਹਨਾਂ ਨੂੰ ਐਨੇ ਕੋੜੇ ਮਾਰੇ ਜਾਣ ਜਾਂ ਗਰਦਨ ਲਾਈ ਜਾਏ, ਜਾਂ ਲੇਕਿਨ ਉਹਨਾਂ ਦੇ ਵਾਸਤੇ ਸਖਤ ਵਈਦ ਆਈ ਹੈ ਕੁਰਾਨ ਦੇ ਵਿੱਚ ਜਾਂ ਜਿਹੜੇ ਰਸੂਲ ਨੂੰ ਅਜ਼ੀਅਤ ਦਿੰਦੇ। ਬੇਸ਼ੱਕ ਬੇਸ਼ੱਕ ਜੋ ਵੀ ਅੱਲਾਹ ਪਾਕ ਨੇ ਇਰਸ਼ਾਦ ਫਰਮਾਇਆ ਉਹੀ ਬਰਕ ਹੈ ਨਾ। ਹਾਂਜੀ ਅਸੀਂ ਉਹਨੂੰ ਵਧਾ ਘਟਾ ਤੇ ਨਹੀਂ ਸਕਦੇ, ਅੱਲਾਹ ਤਾਲਾ ਨੂੰ ਮਸ਼ਵਰਾ ਨਹੀਂ ਦੇ ਸਕਦੇ ਵੀ ਕੁਝ ਕੋੜਿਆਂ ਦਾ ਵੀ ਐਡ ਕਰ ਦਿਓ। ਸਾਡੀ ਮਜਾਲ ਤੇ ਨਹੀਂ ਨਾ ਇਹ ਗੱਲ ਕਹਿਣ ਦੀ, ਜੋ ਕੋਈ ਅੱਲਾਹ ਨੇ ਲਿਖ ਦਿੱਤਾ ਲਿਖ ਦਿੱਤਾ।
ਉਹੀ ਹੈ। ਲੇਕਿਨ ਉਹਨੂੰ ਇੰਪਲੀਮੈਂਟ ਨਬੀ ਅਲੈਹ ਇਸਲਾਮ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿਆ ਕੀਤਾ ਹੈ ਜਾਂ ਨਹੀਂ ਕੀਤਾ, ਜੀ ਜੀ ਇਹ ਵੀ ਅਸਲ ਸਵਾਲ। ਜਾ ਕਿਉਂਕਿ ਕੁਰਾਨ ਦਾ ਉਹੀ ਮਾਨੀ ਸਹੀ ਹੋਏਗਾ ਜਿਹੜਾ ਸਾਹਿਬ ਕੁਰਾਨ ਨੇ ਬਿਆਨ ਕੀਤਾ ਹੈ। ਜਾ ਨਬੀ ਅਲੈਹ ਇਸਲਾਮ ਨੇ ਇੱਕ ਵਾਰੀ ਸੈਯਦਨਾ ਅਨਸ ਰਜ਼ੀ ਅੱਲਾਹ ਤਾਲਾ ਨੂੰ, ਸੈਯਦਨਾ ਹਸਾਨ ਬਿਨ ਸਾਬਤ ਰਜ਼ੀ ਅੱਲਾਹ ਤਾਲਾ ਨੂੰ ਕਿਹਾ ਕਿ ਇਹ ਮੇਰੀ ਹਜਬ ਬਿਆਨ ਕਰਦੇ ਨੇ ਤੇ ਮੈਨੂੰ ਬਹੁਤ ਅਜ਼ੀਅਤ ਦਿੰਦੇ ਨੇ, ਬਹੁਤ ਤਕਲੀਫ ਦਿੰਦੇ ਨੇ, ਜਾ ਤੇ क्या तू भी बयान कर सकना उन्हों का जवाब दे सकना। जा हसान बिन साबित रजी अल्लाह ताला ने कहा या रसूलल्लाह ऐसा मैं जवाब देंगा कि ऐसा जवाब देंगा कि इन्होंने नस्लें भी याद करनगे। जा मैं इन्हों चमड़े की तरह फाड़ के रख देंगा। जा नबी अलैहि सलाम ने फरमाया भी अच्छा ठहर जा। गालबन हजरत अब्बास का कि वो आ लैन या किसी होर इन्हां दे जिहड़े आशमी सन खानदान के किसी साथी का कहा कि उन्होंने आ लैन दे। जा उन्होंने मेरे नालों ज्यादा मेरे शजरे का पता है, यानी साडा जिहड़ा बाप दादे का शजरा है ना फैमिली का, मेरे नालों ज्यादा उन्होंने पता है। ते ओ तैनूं बयान कर देणगे ते तू उन्हां नूं लैदा कर दी मेरे बाप दादे के शजरे। ते उन्हां ने फिर आके दसिया ते फिर उन्होंने हजरत हसान ने बड़े खूबसूरत शेर लिखे जा इन्हां मुशरिकां दे खिलाफ। बिल्कुल एक हजब दे जवाब विच हिजब हिजब दे जवाब विच हमेशा हिजब लिखी जाती है, पहले भी लिखी जाती थी, अज भी लिखी जाती है। जी शेरां जवाब दिते जांदे। नबी करीम सल्लल्लाहु अलैहि वसल्लम ने उन्होंने दुआ भी दी कि तू ये लिख ते जिब्राइल तेरे नाल होवे या रूह कुदस तेरे नाल होवे, इस तरह की भी है ना गल। जी बिल्कुल बिल्कुल हाँ, तो वो बिल्कुल उन्हां रसूलुल्लाह की दुआ दे नाल उन्हां नूं खास ताकत दी गई। वो कादुल कलाम शायर तो है ही है, दरबारे नबी दे शायर है। तो वो फिर जिस तरह उन्होंने कहा है, जदों शेरां दे विच जिहड़ी गल कही जाती है ना, वो बाज़ दफ़ा तलवार नालों भी ज़्यादा गहरा तीर लगाती है ते वो तसली करा दिंदी है। ते वो इस मौके ते वो जिहड़ा जैदी शब्बर जैदी दे मुतलक हाँ, शेर क्या सका किसी ने आशम वो बड़ा जैदी, वैसे आशम या। जैदी जिहड़े वो कमिश्नर है कराची दे, ते उन्हां ने कमर जलालवी, उस्ताद कमर जलालवी उन्हां कोल गए 10 रुपये लैण वास्ते भी मैं खाना खाना 10 रुपये दिओ। तो उन्होंने वो तो साइकिल ठीक करते तो पैसे भी कोई नहीं है, तो वो कमिश्नर है। तो उन्होंने उन्होंने कोई पजीराई ना बख्शी, कोई इल्तफात ना किया। उन्हें फिर वो वास्ते एक शेर लिखा। वो शेर है आ कि आशम में लफ्ज़ सारे हैं, शिमर में लफ्ज़ सारे हैं, हाशिम के आशम के, और जैदी में पूरा यजीद है छुपा हुआ। को थोड़ा जिहा लफ्ज़ अगे पीछे हो गए ने, लेकिन वो आशम में हरफ सारे हैं, शिमर के हरफ सारे हैं, और जैदी में है यजीद पूरा छुपा हुआ। वो फिर नंगे पैर गए चाक के, उन्हें क्या उस्ताद ये शेर वापस ले लो, 10 रुपये छड़ के 100 रुपया ले लो तुम। तो वो उन्हें क्या शेर मेरे नाल मनसूब हो जाएगा तो बड़ा बेड़ा गर्क होएगा। तो वो हिजब दा इंज ही है गल। बिल्कुल सही है। ਜਿਹੜੀ- ਮੈਨੂੰ ਲਾਮਾ ਸਾਹਿਬ ਦਾ ਜਵਾਬ ਨਹੀਂ ਮਿਲਿਆ, ਸਹੀ ਸਮਝ ਨਹੀਂ जी ਇਹਨਾਂ ਨੇ ਉਸ ਸਵਾਲ ਦਾ ਜਵਾਬ ਕੀ ਦਿੱਤਾ, ਮੈਨੂੰ ਤਾਂ ਸਮਝ ਨਹੀਂ ਆਇਆ। ਅਲਾਮਾ ਸਾਹਿਬ ਹਲੇ ਗੱਲ ਕਰ ਰਹੇ, ਮੈਂ ਉਹਨਾਂ ਦੀ ਗੱਲ ਵਿੱਚੋਂ ਕੱਟ ਦਿੱਤੀ ਹੈ। ਉਹਨਾਂ ਨੇ ਹਿਜਬ ਜਿਹੜੀ ਹੈ ਉਹ ਹਲੇ ਗੱਲ ਕਰਨਗੇ, ਹੋਰ ਜਾਰੀ ਰਹੇਗੀ ਉਹਨਾਂ ਦੀ ਗੱਲ। ਹਲੇ ਉਹਨਾਂ ਨੇ ਇੱਕ ਹਿੱਸਾ ਉਹਦਾ ਬਿਆਨ ਕੀਤਾ ਹੈ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਜਾਂ ਇਸਲਾਮ ਦੀ ਸ਼ਾਨ ਵਿੱਚ ਜਾਂ ਨੇਕ ਮੋਮਨ ਔਰਤਾਂ ਦੇ ਮੁਤਲਕ ਜਿਹੜੀ ਸ਼ਾਇਰੀ ਕਰਦੇ ਦੁਸ਼ਮਨਾਨ ਇਸਲਾਮ, ਔਰ ਉਹ ਉਸ ਉਹਨਾਂ ਤਾਰੀਰਾਂ ਦੇ ਨਾਲ ਜਿਹੜਾ ਦੁੱਖ ਪਹੁੰਚਾਉਂਦੇ ਉਹਦਾ ਬਦਲਾ ਲੈਣ ਵਾਸਤੇ ਜਿਹੜੀ ਸ਼ਾਇਰੀ ਹੁੰਦੀ ਉਹਨੂੰ ਹਿਜਬ ਕਹਿੰਦੇ ਨੇ।
ਤੇ ਦਰਬਾਰੇ ਨਬੀ ਤੇ ਸ਼ਾਇਦ ਹਜ਼ਰਤ ਅਸਾਨ ਬਿਨ ਸਾਬਤ ਰਜ਼ੀ ਅੱਲਾਹ ਤਆਲਾ अन्हु ਨੂੰ ਰਸੂਲਾਂ ਨੇ ਦੁਆ ਦਿੱਤੀ ਔਰ ਉਹ ਸ਼ੇਰ ਲਿਖਦੇ ਇਹਦਾ ਬਦਲਾ ਲੈਂਦੇ ਰਸੂਲਾਂ ਦੀ ਤੋਹੀਨ ਦਾ ਇਹ ਗੱਲ ਕਹਿ ਰਹੇ ਨੇ ਠੀਕ ਹੈ ਬਾਕੀ ਉਹਨਾਂ ਦੀ ਗੱਲ ਜਾਰੀ No, I remember you. As I say, wait. ਹੋਰ ਕਾਫੀ ਆਉਣ ਲੱਗ ਪਏ ਤੁਹਾਡੇ ਨੂੰ। ਮੈਂ ਅਰਜ਼ ਕਰ ਰਿਹਾ ਸੀ ਕਿ ਜੀ ਜੀ ਇੱਕ ਤੇ ਉਹ ਜਿਹਨਾਂ ਨੇ ਹਿਜਰ ਸੌਰੀ ਬਲਾਲ ਭਾਈ ਨੂੰ ਉੱਤੇ ਲੈ ਸਕਦੇ ਹੋ ਕਹਿ ਰਹੇ ਨੇ ਹਿਜਰ ਜਾਂ ਹਜਰ ਜਿਨ੍ਹਾਂ ਨੇ ਬਿਆਨ ਕੀਤੀ ਇੱਕ ਤੇ ਉਹਨਾਂ ਨੂੰ ਜਵਾਬ ਦਿੱਤਾ ਗਿਆ ਤੇ ਦੂਸਰਾ ਕੁਝ ਲੋਕ ਸਨ ਜਿਹੜੇ ਮੱਕੇ ਦੇ ਵਿੱਚ ਹਿਜਰਤ ਮਦੀਨਾ ਤੋਂ ਬਾਅਦ ਵੀ ਉਹ ਨਬੀ ਅਲੈਹਿਸਲਾਮ ਦੇ ਬਾਰੇ ਬੜੇ ਯਾਨੀ ਤੋਹੀਨ ਅਮੇਜ਼ ਕਲਮਾਤ ਉਹਨਾਂ ਦੀ ਜ਼ੁਬਾਨ ਤੇ ਆਉਂਦੇ ਸਨ ਜਾ ਤੇ ਉਹਨਾਂ 'ਚ ਤਿੰਨ ਚਾਰ ਐਸੇ ਨੇ 4 ਲੋਕ ਨੇ ਜਿਨ੍ਹਾਂ ਨੂੰ ਨਬੀ ਅਲੈਹਿਸਲਾਮ ਨੇ ਕਤਲ ਦਾ ਹੁਕਮ ਦਿੱਤਾ ਸੀ ਜਾ ਤੇ ਬਲਕਿ ਇੱਕ ਦੇ ਬਾਰੇ ਤੇ ਇਬਨ ਖਤਲ ਦੇ ਬਾਰੇ ਤੇ ਆਖਿਆ ਕਿ ਅਗਰ ਉਹ ਕਾਬੇ ਦੇ ਪਰਦੇ 'ਚ ਵੀ ਲਿਪਟਿਆ ਹੋਵੇ ਤੁਸੀਂ ਉਹਨੂੰ ਨਹੀਂ ਛੋੜਨਾ ਜਦੋਂ ਮੱਕਾ ਫਤਿਹ ਹੋਵੇ ਹਾਂਜੀ ਸਭ ਵਾਸਤੇ ਮਾਫੀ ਦਾ ਐਲਾਨ ਸੀ ਸਿਵਾਏ ਉਹਨਾਂ ਚੰਦ ਲੋਕਾਂ ਦੇ ਜਾ ਹੁਣ ਕੋਈ ਬੰਦੀ ਕਿਸੇ ਨੂੰ ਪਸੰਦ ਆਵੇ ਕਿਸੇ ਨੂੰ ਨਾ ਪਸੰਦ ਆਵੇ ਲੇਕਿਨ ਜਿਹੜੀ ਹਕੀਕਤ ਹੈ ਜਾ ਤੇ ਇਹ ਹੀ ਹੈ ਕਿ ਸਾਨੂੰ ਜੋ ਨਬੀ ਅਲੈਹਿਸਲਾਮ ਦੀ ਜ਼ਿੰਦਗੀ ਚੋਂ ਆਪ ਦੇ ਅਕਵਾਲ ਵਿੱਚ ਗੱਲਾਂ ਪਹੁੰਚੀਆਂ ਨੇ ਜਾ ਇਹ ਹੀ ਨੇ। ਇੱਕ ਹਦੀਸ ਆਉਂਦੀ ਹੈ ਮਨ ਸੱਬਾ ਨਬੀਨ ਫਕਤਲੂ ਇਹਦੇ ਉੱਤੇ ਕੁਝ ਲੋਕਾਂ ਨੇ ਇਤਰਾਜ਼ਾਤ ਵੀ ਕੀਤੇ ਨੇ ਜਾਂ ਯਾਨੀ ਕਲਾਮ ਵਗੈਰਾ ਇਹਦੇ ਵਿੱਚ ਹੈ ਬੁਖਾਰੀ ਸ਼ਰੀਫ ਵਿੱਚ ਹੈ ਨਹੀਂ ਇਹ ਬੁਖਾਰੀ ਦੀ ਹਦੀਸ ਨਹੀਂ ਹੈ ਹਾਂ ਇਹ ਮੇਰੇ ਖਿਆਲ ਹੈ ਇਮਾਮ ਇਬਨ ਤੈਮੀਆ ਨੇ ਦਰਜ ਕੀਤੀ ਗਲਬਨ ਇਮਾਮ ਇਬਨ ਤੈਮੀਆ ਨੂੰ ਮਿਲੀ ਹੈ ਨਹੀਂ ਕਹਿਣ ਦਾ ਮਤਲਬ ਉਹਨਾਂ ਕਿਸੇ ਕਿਤਾਬ 'ਚ ਦਰਜ ਕੀਤੀ ਸੀ ਲੇਕਿਨ ਇਹ ਕਿਸੇ ਬੁਖਾਰੀ ਮੁਸਲਿਮ 'ਚ ਨਹੀਂ ਹੈ ਇਹ ਕਿਸੇ ਹੋਰ ਕਿਤਾਬ ਦੀ ਰਵਾਇਤ ਹੈ ਉਹੀ ਮੈਂ ਕਹਿਣਾ ਇਹਦੇ ਤੇ ਬਾਅਦ ਲੋਕਾਂ ਨੇ ਕਲਾਮ ਕੀਤਾ ਮੈਂ ਤਾਂ ਪਹਿਲਾਂ ਕਹਿ ਰਿਹਾ ਹਾਂ ਲੇਕਿਨ ਬਹਰਹਾਲ ਨਬੀ ਅਲੈਹਿਸਲਾਮ ਦੀ ਤੋਹੀਨ ਕਰਨ ਵਾਲਿਆਂ ਨੂੰ ਇਹ ਵਾਕਿਆਤ ਨੇ ਸਾਹਬਾ ਦੇ ਔਰ ਉਹ ਵਾਕਿਆਤ ਚਲੋ ਅਸੀਂ ਤੇ ਪਤਾ ਨਹੀਂ ਮੁਤਸ਼ੱਦਦ ਜੇ ਆ ਤੇ ਅਸੀਂ ਤੇ ਆਏ ਆ ਨਾ ਜਿਸ ਤਰ੍ਹਾਂ ਦੇ ਵੀ ਆਏ ਆ ਮਿਰਜ਼ਾ ਸਾਹਿਬ ਨੇ ਵੀ ਜ਼ਿਕਰ ਕੀਤਾ ਮਲਫੂਜ਼ਾਤ ਵਿੱਚ ਕਿ ਇੱਕ ਔਰਤ ਸੀ ਤੇ ਉਹ ਨਬੀ ਅਲੈਹਿਸਲਾਮ ਨੂੰ ਗਾਲਾਂ ਕੱਢਦੀ ਸੀ ਬੁਰਾ ਭਲਾ ਬੋਲਦੀ ਸੀ ਆਪ ਦੇ ਬਾਰੇ ਤੇ ਉਹਨਾਂ ਦੇ ਬੇਟੇ ਨੇ ਮਾਰ ਛੜਿਆ ਮਾਂ ਨੂੰ ਅਗਲੇ ਦਿਨ ਮੈਂ ਬਿਆਨ ਕੀਤਾ ਨਾ ਉਹ ਸਕੈਨ ਵੀ ਵਹਾਇਆ ਸੀ ਤੇ ਉਹ ਮਾਰ ਛੜਿਆ ਲੇਕਿਨ ਉਹ ਮੇਰਾ ਖਿਆਲ ਹੈ ਕਿ ਮਿਰਜ਼ਾ ਸਾਹਿਬ ਨੂੰ ਜਾਂ ਤਾਂ ਕੋਈ ਮੁਸ਼ਾਬੇ ਪੈ ਗਿਆ ਤੇ ਉਹ ਸਹੀ ਬਿਆਨ ਨਹੀਂ ਕਰ ਸਕੇ ਉਹ ਮਾਂ ਵਾਲਾ ਵਾਕਿਆ ਤਾਂ ਕਿਰੇ ਨਹੀਂ ਹੈ ਮੌਜੂਦ ਮੇਰੇ ਇਲਮ ਦੇ ਮੁਤਾਬਕ ਤੇ ਨਹੀਂ ਹੈ ਕਿਰੇ ਅਲਬત્ਤਾ ਉਹ ਲੌਂਡੀ ਵਾਲਾ ਵਾਕਿਆ ਮੌਜੂਦ ਹੈ ਕਿ ਨਾਬੀਨਾ ਸਾਹਬੀ ਨੇ ਅਬੂ ਦਾਊਦ ਚ ਆਉਂਦੀ ਰਵਾਇਤ ਸਿਆਸਤ ਵਿੱਚ ਕਿ ਉਹ ਲੌਂਡੀ ਸੀ ਤੇ ਉਹਨਾਂ ਦੇ ਬੇਟਿਆਂ ਦੇ ਬੱਚਿਆਂ ਦੀ ਮਾਂ ਵੀ ਸੀ ਉਮਲ ਵਲਦ ਦਾ ਹੀ ਉਮੇ ਵਲਦ ਹੈ ਹਾਂਜੀ ਉਮਲ ਵਲਦ ਦਾ ਮਤਲਬ ਹੈ ਵੀ ਉਹ ਬੱਚਿਆਂ ਦੀ ਮਾਂ ਆਈ ਬੀਵੀ ਨਹੀਂ ਗਈ ਹਾਂਜੀ ਲੌਂਡੀ ਆਈ ਤੇ ਫਿਰ ਉਹ ਬੱਚਿਆਂ ਨੂੰ ਲਹਾ ਜਾ ਜਾ ਤੇ ਉਹਨੂੰ ਉਹਨਾਂ ਨੇ ਕਤਲ ਕਰ ਦਿੱਤਾ ਜਾ ਉਹ ਸੈਯਦ ਹੀ ਸੀ ਕਿ ਉਹਦੇ ਤੋਂ ਨਬੀ ਅਲੈਹਿਸਲਾਮ ਵਾਕਿਫ ਹੋਏ ਜਿਸ ਵੇਲੇ ਉਹ ਔਰਤ ਕਤਲ ਹੋ ਗਈ ਹੈ ਤੇ ਰੌਲਾ ਪੈ ਗਿਆ ਮਦੀਨੇ 'ਚ ਜਾ ਤੇ ਨਬੀ ਅਲੈਹਿਸਲਾਮ ਨੇ ਪੁੱਛਿਆ ਸਾਹਬਾਂ ਨੂੰ ਇਕੱਠਿਆਂ ਕਰਕੇ ਬਈ ਇਹ ਵਾਕਿਆ ਹੋ ਗਿਆ ਤੇ ਇਸ ਔਰਤ ਨੂੰ ਕਿਹਨੇ ਕਤਲ ਕੀਤਾ ਹਦੀਸ ਦੇ ਅਲਫਾਜ਼ ਨੇ ਮਤਨ ਦੇ ਕੇ ਉਹ ਨਬੀਨਾ ਸਾਹਬੀ ਪਿੱਛੇ ਸੁਣ ਬੈਠੇ ਕਿਰੇ ਤੇ ਉਹ ਬੰਦਿਆਂ ਦੇ ਉੱਤੋਂ ਫਲਾਂਗ ਦੇ ਅੱਗੇ ਆ ਗਏ ਤੇ ਉਹਨਾਂ ਆਖਿਆ ਯਾ ਰਸੂਲल्लाह ਇਹ ਕੰਮ ਮੈਂ ਕੀਤਾ ਉਹ ਤੁਹਾਡੀ ਤੋਹੀਨ ਕਰਦੀ ਸੀ ਤੁਹਾਨੂੰ ਗਾਲਾਂ ਕੱਢਦੀ ਸੀ ਤੇ ਮੈਂ ਉਹਨੂੰ ਬੜੀ ਵਾਰੀ ਮਨਾ ਕੀਤਾ ਲੇਕਿਨ ਉਹ ਬਾਜ਼ ਨਹੀਂ ਸੀ ਆਉਂਦੀ ਤੇ ਫਿਰ ਮੈਂ ਉਹਨੂੰ ਕਤਲ ਕਰ ਦਿੱਤਾ ਇਹ ਰਵਾਇਤ ਇਸ ਤਰ੍ਹਾਂ ਦੀ ਇੱਕ ਦੋ ਹੋਰ ਰਵਾਇਤ ਹੈ ਲੇਕਿਨ ਜਿਹੜੀ ਮਿਰਜ਼ਾ ਸਾਹਿਬ ਬਿਆਨ ਕੀਤੀ ਮਿਰਜ਼ਾ ਸਾਹਿਬ ਵੀ ਐਸੇ ਜਜ਼ਬੇ ਦੇ ਤਹਿਤ ਬਿਆਨ ਕੀਤੀ ਕਿ ਅੱਜ ਕੱਲ੍ਹ ਉਹ ਈਮਾਨੀ ਜਜ਼ਬਾ ਕਿੱਥੇ ਕਿ ਨਬੀ ਦੀ ਤੋਹੀਨ ਕਰਨ ਬਹਰਹਾਲ ਇੱਕ ਆਖਰੀ ਗੱਲ ਬਸ ਮੈਂ ਕਹਿ ਕੇ ਤੇ ਵਾਈਂਡ ਅਪ ਕਰਨਾ ਬਈ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਹੈ ਕਿ ਕੋਈ ਵੀ ਬੰਦਾ ਕਿਸੇ ਵੀ ਬੰਦੇ ਨੂੰ ਨਬੀ ਪਾਕ ਦੀ ਤੋਹੀਨ ਕਰਦਿਆਂ ਵੇਖੇ ਤੇ ਕਾਨੂੰਨ ਨੂੰ ਹੱਥ 'ਚ ਲੈ ਲੇ ਇਹ ਨਹੀਂ ਸਾਡੀ ਦਾਵਤ ਹੈ ਤੇ ਨਾ ਇਹ ਅਸੀਂ ਇਹਨੂੰ ਜਾਇਜ਼ ਸਮਝਣਾ ਕਿਉਂ ਇਹ ਉਦੋਂ ਜਾਇਜ਼ ਹੁੰਦਾ ਸੀ ਜਦੋਂ ਕਬਾਇਲੀ ਨਿਜ਼ਾਮ ਸੀ ਜਦੋਂ ਕੋਈ ਅਦਾਲਤ ਨਹੀਂ ਸੀ ਕੋਈ ਕਾਜ਼ੀ ਨਹੀਂ ਸੀ ਕੋਈ ਸਜ਼ਾ ਦੇਣ ਵਾਲਾ ਜਦੋਂ
ਕਾਜ਼ੀ ਬਣ ਗਏ, ਸਜ਼ਾਵਾਂ ਦੇਣ ਵਾਲੇ ਸਰਕਾਰ ਬਣ ਗਈ, ਅਦਾਲਤਾਂ ਬਣ ਗਈਆਂ, ਜਾਂ ਤੇ ਮੁਜਰਮ ਨੂੰ ਸਜ਼ਾ ਦੇਣੀ ਹੁੰਦੀ ਹੈ ਅਦਾਲਤ ਨੇ। ਜਾਂ ਮੁਜਰਮ ਨੂੰ ਸਜ਼ਾ ਦੇਣ ਵਾਲਾ ਖੁਦ ਮੁਜਰਮ ਬਣ ਜੇ ਤੇ ਉਹ ਉਸੇ ਮੁਆਸ਼ਰੇ 'ਚ ਹੋ ਸਕਦਾ ਜਿਹੜਾ ਬੰਦੇ ਦਾ ਮੁਆਸ਼ਰਾ ਬਨਾਨਾ ਰਿਪਬਲਿਕ ਵਿੱਚ। ਜਾਂ ਇੱਥੇ ਨਹੀਂ ਹੋ ਸਕਦਾ ਜਿੱਥੇ ਹੁਣ ਸਿਵਲਾਈਜ਼ ਸੁਸਾਇਟੀ। ਅਗਰ ਕੋਈ ਬੰਦਾ ਕਰਦਾ ਤੇ ਉਹਦੀ ਇਹ ਤੇ ਇੱਕ ਗੱਲ ਤੁਹਾਡੀ ਗੱਲ ਹੋ ਗਈ ਹੈ ਮੁਕੰਮਲ ਜੀ? ਖਤਮ ਹੋ ਗਈ ਮੇਰੀ ਗੱਲ। ਕਰੋ ਗੱਲ। शायद सैनी साहब की कॉल आ गई। थले कोई बंदा मैसेज लिखन लगे है कि इन कहानियों ने इस्लाम को पुरतशद्दद बना दिया है। ये मिर्ज़ा साहब के दीन को क्यों नहीं पुरतशद्दद बनाया? मिर्ज़ा साहब ने मां ही मार छड़ी, साहबी ने मां ही मार छड़ी। अजकल तो यहो जिहा ईमानी जज्बा ही नहीं किसी च है, मां ही मार छड़ी। क्या हाल है लामा साहब, ठीक है? ਤੁਸੀਂ ਰਾਜ ਸਾਹਿਬ ਇਹਨਾਂ ਨੂੰ ਲਾਮਾ ਸਾਹਿਬ ਮੰਨਦੇ ਹੋ? जी लिखा हुआ है नाम इधर, ਕਿੱਥੇ ਲਿਖਿਆ ਹੈ? सैनी साहब कहते हैं लामा तो नहीं। मैं भी कह देता हूँ, कोई बात नहीं। ਨਹੀਂ ਤੁਸੀਂ ਦੀਨ ਸੈਣੀ ਸਾਹਿਬ ਕੋਲ ਲੈਣਾ ਹੈ। ਸੈਣੀ ਸਾਹਿਬ ਤੇ ਖੁਦ ਕਹਿੰਦੇ लामा ਕੁਰਾਨ ਤੋਂ लामा कहना कोई दीन का तो हिस्सा नहीं है। लामा एक कहते हैं जो पढ़ा लिखा इंसान हो, उसको कहते हैं। जी ਤੇ ਹੋਵੇ ਵੀ बिलाल ਤੇ भाई, सही आप ना, यार, फिर तो- बिलाल भाई, फिर आपके तो पास कोई है होवे तो ऐसा फिर तेनू कहना बनता है। कोई मिसाल हदीस से मिल सकती है आपको? ज़रा आप भी अपना राय दे देंगे ना, आपके पास भी काफ़ी हवाले होते हैं। मंसूर भाई सॉरी आपकी बात काटी है। वो उनको अपना काबर मानते हैं ना, तो हमारा फर्ज बनता है कि दूसरों के काबर की इज्जत करें। तो हम मुस्लिम करते हैं, बिलाल मौजूद हैं। तो इसलिए ऐसे अमर साहब को एज अकाबर हम वही कहते हैं जो ये ਤੁਹਾਡੀ ਆਵਾਜ਼ ਮੈਨੂੰ ਨਹੀਂ ਆਈ, ਪਤਾ ਨਹੀਂ ਮੈਨੂੰ ਨਹੀਂ ਆਈ ਕਿ ਤੁਸੀਂ ਗੱਲ ਨਹੀਂ ਕੀਤੀ। ਜੀ ਮੈਂ ਕਿਹਾ ਤੁਹਾਡੀ ਆਵਾਜ਼ ਮੈਨੂੰ ਨਹੀਂ ਆਈ, ਐ ਨਹੀਂ ਮੈਨੂੰ ਸਮਝ ਆਈ ਕਿ ਮੇਰੀ ਹਾਂ ਵਿੱਚ ਉਹ ਘੰਟੀਆਂ ਵੱਜਣ ਲੱਗ ਪਈਆਂ। ਮੈਂ ਉਹ ਸੋਚ ਰਿਹਾ ਕਿ ਉਹ ਖਤਮ ਹੋਵੇ ਤੇ ਫਿਰ ਮੈਂ ਗੱਲ ਕਰਾਂਗਾ। ਕਰ ਲਓ ਮੈਂ ਸੁਣ। ਗੱਲ ਇਹ ਹੈ ਕਿ ਦੋ ਚੀਜ਼ਾਂ ਨੇ। ਇੱਕ ਹੈ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਤੋਹੀਨ ਦੇ ਮੁਤਲਕ ਕੋਈ ਸਜ਼ਾ ਕੁਰਾਨ ਕਰੀਮ ਵਿੱਚ ਮੁਕਰਰ ਹੈ ਕਿ ਨਹੀਂ, ਤੇ ਉਹ ਅੱਲਾਹ ਤਾਲਾ ਨੇ ਆਪਣੇ ਜ਼ਿੰਮੇ ਰੱਖੀ ਹੈ ਕਿ ਐਸੇ ਆਦਮੀਆਂ ਨੂੰ ਅੱਲਾਹ ਤਾਲਾ ਸਜ਼ਾ ਅਤਾ ਫਰਮਾਏਗਾ। ਅੱਲਾਹ ਤਾਲਾ ਉਹਨੂੰ ਨਾਪਸੰਦ ਫਰਮਾਉਂਦਾ ਹੈ ਆਪਣੇ ਹਬੀਬ ਦੇ ਮੁਤਲਕ ਤੋਹੀਨ ਕਰਨ ਵਾਲਿਆਂ ਨੂੰ, ਤੇ ਅੱਲਾਹ ਵੀ ਨਾਪਸੰਦ ਕਰਦਾ, ਬੰਦੇ ਵੀ ਨਾਪਸੰਦ ਕਰਦੇ ਨੇ। ਠੀਕ ਹੈ ਗੱਲ, ਲੇਕਿਨ ਸਜ਼ਾ ਦਾ ਪ੍ਰੋਸੀਜਰ ਨਹੀਂ ਉਹਦੇ 'ਚ ਦਿੱਤਾ। ਹਦੀਸਾਂ ਦੇ ਵਿੱਚੋਂ ਜਿਹੜੀਆਂ ਗੱਲਾਂ ਮਿਲੀਆਂ ਨੇ ਉਸ ਤੋਂ ਇਸਤੰਬਾਤ ਕਰਕੇ ਜਿਹੜੀਆਂ ਗੱਲਾਂ ਹੁੰਦੀਆਂ ਨੇ, ਇਸਤੰਬਾਤ ਕਰਨਾ ਹਰ ਆਦਮੀ ਦੇ ਵਾਸਤੇ ਤੇ ਨਹੀਂ ਹੁੰਦਾ। ਥੋੜ੍ਹੀ ਜਿਹੀ ਅਕਲ ਨਾਲ ਉਹਦੇ ਤੋਂ ਨਤੀਜੇ ਕੱਢਣੇ ਹੁੰਦੇ ਨੇ। ਇੱਕ ਨਤੀਜਾ ਇਹ ਨਿਕਲਦਾ ਹੈ ਕਿ ਰਸੂਲullah ਦੀ ਕੋਈ ਵੀ ਤੋਹੀਨ ਕਦੇ ਵੀ ਕਿਸੇ ਜਗ੍ਹਾ ਵੀ ਹੋਵੇ ਤੇ ਫੌਰਨ ਉਹਦੀ ਸਜ਼ਾ ਕਤਲ ਹੀ ਕਤਲ ਹੈ। ਉਹ ਰਸੂਲullah ਦੇ ਜ਼ਮਾਨੇ 'ਚ ਐਸਾ ਹੁੰਦਾ ਆ, ਤੇ ਮੇਰਾ ਖਿਆਲ ਇਹ ਵੀ ਠੀਕ ਨਹੀਂ। ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਹੁਨੈਨ ਦੇ ਮੌਕੇ ਦੇ ਉੱਤੇ ਜਿਸ ਵਕਤ ਆਪ ਨੇ ਬਹੁਤ ਕੁਝ ਤਕਸੀਮ ਕੀਤਾ ਤੇ ਕਿਸੇ ਨੇ ਆ ਕੇ ਆਪ ਦੀ ਚਾਦਰ ਛਿੱਕੀ ਔਰ ਕਿਹਾ ਕਿ ਤੁਸੀਂ ਇਨਸਾਫ ਕਰੋ। ਇੱਕ ਐਸੀ ਮਤਲਬ ਬਦੂਆਂ ਵਾਲੀ ਗੱਲ ਕੀਤੀ, ਬੇਵਕੂਫਾਂ ਵਾਲੀ ਕੀਤੀ, ਜਿਹਦੇ 'ਚ ਕੁਛ ਅਦਬ ਵੀ ਨਹੀਂ ਆ ਔਰ ਕੁਛ ਇਲਜ਼ਾਮ ਵੀ ਆ। ਜਿਹਦੇ 'ਤੇ ਗਾਲਬਨ ਖਾਲਿਦ ਬਿਨ ਵਲੀਦ ਹੈ, ਉਹਨਾਂ ਨੇ ਤਲਵਾਰ ਕੱਢ ਲਈ ਤੇ ਆਪ ਨੇ ਰੋਕਿਆ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ, ਉਹ ਨਮਾਜ਼ ਪੜ੍ਹਦਾ ਹੋਵੇ, ਮੁਸਲਮਾਨ ਦਾ ਹੀ ਕਤਲ ਨਾ ਕਰ ਦੇਵੇ ਉਹ। ਇਹ ਵਾਕਿਆ ਹੈ, ਠੀਕ ਹੈ ਕਿ ਨਹੀਂ ਹੈ? ਇਸ ਤਰ੍ਹਾਂ ਦਾ ਵਾਕਿਆ ਹੈ, ਲੇਕਿਨ ਇਸ ਤਰ੍ਹਾਂ ਨਹੀਂ ਮੇਰੇ ਖਿਆਲ 'ਚ। ਥੋੜਾ ਜਿਹਾ ਫਰਕ। ਠੀਕ ਹੈ। हुसैन साहब ਜੀ ਜੀ ਇਹ ਜਿਹੜਾ ਗਾਜ਼ੀ ਇਲਮਦੀਨ ਸੀ, ਜੀ ਜੀ ਮੈਂ ਕਹਿੰਦਾ ਇਹ ਸਭ ਤੋਂ ਅੱਛਾ ਤੁਸੀਂ ਕੀਤਾ ਹੈਗਾ। ਅਸਲ ਵਿੱਚ ਤੇ ਉੱਥੋਂ ਹੀ ਨਿਕਲਦੀ ਹੈ ਸਾਰੀ ਗੱਲ। ਸਬਕ ਜਿਹੜਾ ਨਾ ਐਵੇਂ ਹੀ ਅਸੀਂ ਫਜ਼ੂਲ ਜੀ ਗੱਲਾਂ ਸਾਹਿਬ ਗੱਲ ਤਾਂ ਕਰ ਲਓ। ਗੱਲ ਤੁਸੀਂ ਬਿਲਕੁਲ ਸਹੀ ਕਰਦੇ ਹੋ, ਬੰਦ ਕਰ ਦਿਓ। ਬਹੁਤ ਸੋਹਣੀ ਗੱਲ ਨਿਸ਼ਾਨੇ ਤੇ ਪੜ ਗਏ। ਜੀ ਜੀ ਬਿਲਕੁਲ। मंसूर साहब एक मिनट, ਸਾਰਾ ਇਸਤਮਾਲ ਉੱਥੇ ਹੀ ਹੁੰਦਾ ਜਿਨ੍ਹਾਂ ਨੇ ਇਹਨਾਂ ਦਾ ਜਨਾਜ਼ਾ ਪੜਾਇਆ ਸੀ ਨਾ, ਜਾ ਉਹ ਕਹਿੰਦੇ ਨੇ ਕਿ ਰਸੂਲullah ਖੁਦ ਹਾਜ਼ਰ ਹੋਏ ਨੇ ਇਹਨਾਂ ਦੇ ਜਨਾਜ਼ੇ 'ਚ। ਇੰਨਾ ਲਿllahi। ਉਹ ਇਹ ਰਿਜ਼ਵੀ ਸਾਹਿਬ ਦਾ ਬਿਆਨ ਜੇ, ਖਾਤੂਮ ਹੁਸੈਨ ਰਿਜ਼ਵੀ ਸਾਹਿਬ ਦਾ ਬਿਆਨ ਜੇ। ਉਹਨਾਂ ਨੇ ਕਿਹਾ ਕਿ ਉਹ ਜਿਹਨੇ ਜਨਾਜ਼ਾ ਪੜਾਇਆ ਉਹਨੇ ਦੇਖਿਆ ਰਸੂਲullah ਖੁਦ ਹਾਜ਼ਰ ਹੋਏ ਨੇ
ਤੇ ਮੈਂ ਕਿਹਾ ਯਾਰ ਰਸੂਲullah ਮੈਂ ਇਤਨੀਆਂ ਆਪਣਾ ਇਬਾਦਤ ਵੀ ਕੀਤੀ ਕੀ ਨਾ ਕਿਤੇ ਸਾਨੂੰ ख्वाब ਵਿੱਚ ਵੀ ਨਹੀਂ ਆਇਆ ਤੇ ਇੱਥੇ ਤੁਸੀਂ ਖੁਦ ਹਾਜ਼ਰ ਹੋ ਗਏ ਹੋ। ਇਹ ਰਿਜ਼ਵੀ ਸਾਹਿਬ ਦਾ ਆਦਮ ਹੁਸੈਨ ਕਸ਼ਮੀਰੀ ਸਾਹਿਬ ਇਸ ਤੋਂ ਪਹਿਲੇ ਇਹ ਮੁੱਦਾ ਹੱਲ ਕਰੀਏ। ਪਹਿਲੇ ਮੈਨੂੰ ਇਹ ਦੱਸੋ ਕਿ ਤੁਸੀਂ TLP ਕਿਦੋਂ ਦੀ ਜੁਆਇਨ ਕੀਤੀ ਹੈ ਜੀ? ਨਹੀਂ ਇਹਨਾਂ ਨਹੀਂ ਕੀਤੀ ਕੋਈ ਵੀ ਜੁਆਇਨ, ਉਹ ਜਿਤਨੀ ਗੱਲ ਕਹਿ ਰਹੇ ਨੇ ਉਤਨੀ ਠੀਕ ਹੈ। ਨਹੀਂ ਮੈਂ ਉਹਨਾਂ ਦੇਖੋ ਉਹ ਬੰਦੇ ਕੋਲ ਕੁਰਾਨ ਹਦੀਸ ਦਾ ਇਤਨਾ ਇਲਮ ਹੀ ਤਾਂ ਨਹੀਂ ਯਾਰ ਕਿ ਲੱਖਾਂ ਕਰੋੜਾਂ ਉਹਦੇ ਮੰਨਣ ਵਾਲੇ ਜਾ ਜ਼ੁਬਾਨੀ ਜਿਹੜਾ ਬੰਦਾ ਮਤਲਬ ਹੈ ਕੋ ਮੈਂ ਜਿਹੜਾ ਰਸੂਲਾ ਦਾ ਉੱਥੇ ਹਾਜ਼ਰ ਹੋਣਾ ਹੈ ਇਹ ਇਲਮ ਤੇ ਤਾਰੀਖ ਦੇ ਇਲਮ ਨਾਲ ਤਲਕ ਨਹੀਂ ਰੱਖਦਾ, ਇਹ ਕਿਸੇ ਇਲਮ ਨਾਲ ਤਲਕ ਰੱਖਦਾ ਹੈ। ਬਾਕੀ ਗੱਲਾਂ ਠੀਕ ਨੇ ਕਿ ਜਿਸ ਵਕਤ ਉਹ ਜਨਾਜ਼ਾ ਪੜ੍ਹਾ ਰਹੇ ਤੇ ਰਸੂਲਾ ਉੱਥੇ ਤਸ਼ਰੀਫ ਲੈ ਆਏ, ਇਹਦਾ ਤਾਲਕ ਤਾਰੀਖ ਇਸਲਾਮ ਨਾਲ ਤੇ ਕੋਈ ਤਾਲਕ ਨਹੀਂ, ਇਹਦਾ ਪਤਾ ਨਹੀਂ ਕਾਹਦੇ ਨਾਲ ਤਾਲਕ ਹੈ ਇਹਦਾ, ਔਰ ਇਹਦੇ ਤੋਂ ਕੀ ਨਤੀਜਾ ਕੱਢਣਾ ਇਹ ਵੀ ਨਹੀਂ ਪਤਾ। ਤੇ ਬਾਕੀ ਠੀਕ ਹੈ, ਅਸਲ ਵਿੱਚ ਤੇ ਅਬ ਜੇ ਤੇ ਉਹਨਾਂ ਪਲੀਟ ਗਿਲਟੀ ਕਰ ਲਿਆ ਆ ਕਿ ਮੈਂ ਹੀ ਕਤਲ ਕੀਤਾ ਹੈ, ਫਿਰ ਕਿਸੇ ਵਕਾਲਤ ਦੀ ਜ਼ਰੂਰਤ ਨਹੀਂ ਗਈ, ਫਿਰ ਤੇ ਉਹਦੀ ਸਜ਼ਾ ਹੀ ਗਈ। ਲੇਕਿਨ ਪਲੀਟ ਗਿਲਟੀ ਨਹੀਂ ਹੈ ਕੀਤਾ, ਉਹਨੇ ਇਨਕਾਰ ਕੀਤਾ ਕਿ मैं कत्ल नहीं ਕੀਤਾ। ਤੇ ਜਿਹੜੇ टू इंटरप्ट यू, वो एक बहुत बड़े हलका के लीडर हैं खादम हुसैन रिजवी साहब, तो उनकी बात को ऐसे हम इग्नोर नहीं ना कर सकते और उसका बड़ा इम्पैक्ट है। कायदे आजम के बाद सबसे बड़ा जनाजा उसका मैंने देखा है। तो ਇਹ ਗੱਲ ਤੁਹਾਡੀ ਠੀਕ ਹੈ। ਅਸਲ ਤੇ ਜਨਾਜ਼ੇ ਦਾ ਇੰਤਜ਼ਾਰ ਕਰਨਾ ਚਾਹੀਦਾ, ਜਿਹਦਾ ਜਨਾਜ਼ਾ ਵੱਡਾ ਹੋ ਜਾਏ ਆਪਣੇ ਆਪ ਸਾਰਾ ਕੰਮ ਇਤਨੀ ਦੁਨੀਆ ਸਾਹਿਬ ਇਹ ਗੱਲ ਕਹਿਣ ਦਾ ਮਤਲਬ ਇੱਕ ਫਾਲੋਇੰਗ ਦੀ ਗੱਲ ਕਰ ਰਿਹਾ। ਹਾਂ ਨਹੀਂ ਇਹ ਤੇ ਹੈ, ਮਤਲਬ ਜਨਾਜ਼ੇ ਤੱਕ ਇੰਤਜ਼ਾਰ ਕਰੋ, ਵੱਡਾ ਜਨਾਜ਼ਾ ਹੋਵੇ ਤੇ ਠੀਕ ਹੋਏਗਾ, ਜੇ ਜਨਾਜ਼ਾ ਬਹੁਤ ਛੋਟਾ ਹੋਵੇ तो फिर कोई नहीं फायदा होता। ये तो गल जनाजे के साइज तो पता लगता है ना। मतलब ये हुआ कि उनको भी गलत फहमी हुई है खादम हुसैन रिजवी साहब को, और उन्होंने गलत गाइड कर दिया अपने मुरीदान को। कश्मीरी साहब ਅੱਜ ਤੁਹਾਨੂੰ ਕੀ ਹੋ ਗਿਆ? ਕਿਹੜੀਆਂ ਸ਼ਾਵਾਂ ਭਾਈ ਮੈਂ ਆਪਣੀ ਕੋਈ ਗੱਲ ਕੀਤੀ ਹੈ ਮਨਸੂਰ ਸਾਹਿਬ, ਮੈਂ ਆਪਣੀ ਨਹੀਂ ਮੈਂ ਆਪਣੀਆਂ ਤਵੀਰਾਂ ਕੋਈ ਪੇਸ਼ ਕਰ ਰਿਹਾ। ਮੈਂ ਤੁਹਾਨੂੰ ਉਹ ਗੱਲ ਦੱਸ ਰਿਹਾ ਜਿਹੜੀ ਇੱਕ ਬੰਦਾ ਕਹਿ ਰਿਹਾ ਕੁਰਾਨ ਉਹ ਗੱਲ ਹੁਸੈਨੀ ਸਾਹਿਬ ਉਸ ਬੰਦੇ ਕੋਲ ਵੈਸੇ ਇਲਮ ਹੈ ਕਿ ਨਹੀਂ ਖਾਦਮ ਹੁਸੈਨ ਕੋਲ? ਮੈਂ ਗੱਲ ਕਰ ਰਿਹਾ। ਉਹ ਗੱਲ ਇਹ ਆ ਕਿ ਉਹ ਤੁਸੀਂ ਦੁਨੀਆ ਦੀਆਂ ਸਾਰੀਆਂ ਕਿਤਾਬਾਂ ਲਾਵੋ, ਉਹ ਯਾਰ ਜਿਸ ਚੀਜ਼ ਨੂੰ ਡਿਸਕਸ ਕਰਦੇ ਜਿਹੜੀ ਮੇਨ ਚੀਜ਼ ਆ ਉਹਨੂੰ ਛੱਡ ਕੇ ਤੁਸੀਂ ਦੂਸਰੀਆਂ ਚੀਜ਼ਾਂ ਨੂੰ ਫਾਲੋ ਕਰਨਾ, ਜਾਂ ਜਿਹੜੀ ਮੇਨ ਚੀਜ਼ ਆ ਉਹਨੂੰ ਉਹਨਾਂ ਦਾ ਮੁੱਦਾ ਵੀ ਸਮਝਣ ਦੀ ਕੋਸ਼ਿਸ਼ ਕਰੋ। ਜਿਹੜੀ ਮੇਨ ਚੀਜ਼ ਅਸੀਂ ਤਾਲੀਮਾਤ ਲੈਣੀ ਉਹ ਕੁਰਾਨ ਤੋਂ ਲੈਣੀ ਹੈ, ਬਾਕੀ ਜਿੰਨੀਆਂ ਮਰਜ਼ੀ ਗੱਲਾਂ ਪੇਸ਼ ਕਰੀ ਜਾਓ। लेकिन मंसूर मसला ये है कि पाकिस्तान ऐसी हैगी है ਜਿਹੜੀ ਕੁਰਾਨ ਦੇ ਕਿਸੇ ਕੋਈ ਕੁਰਾਨੀ ਆਇਤ ਡਿਸਕਸ ਕਰ ਰਹੇ ਆ, ਉਹਦੇ ਰੈਲੇਵੈਂਟ ਗੱਲ ਆ ਤੇ ਫਿਰ ਉਸ ਗੱਲ ਨੂੰ ਮਨਸੂਰ ਸਾਹਿਬ ਜੇ ਕੁਰਾਨ ਵਾਲੇ ਪਾਸੇ ਆਏ ਨਾ ਫਿਰ ਬੈਠੇ ਨੇ ਬੰਦੇ ਤੁਹਾਡੇ ਕੋਲ ਪੁੱਛਣਗੇ ਸਵਾਲ, ਤੁਹਾਡੇ ਕੋਲ ਜਵਾਬ ਨਹੀਂ ਹੋਗਾ ਕੁਰਾਨ ਤੋਂ। लेकिन मंसूर साहब मैं तो दावा करता ही नहीं। फिर बात ये है साथ में कोई बैठा आपको पूछ लेगा मसीह मौद कुरान से दिखाएं, जिली बरूजी कुरान से दिखाएं, क्या करेंगे आप? लो मैं फिर वही ਤੁਸੀਂ ਗੱਲ ਕਰਦੇ ਹੋ। ਹਾਂ ਨਹੀਂ ਤੁਸੀਂ ਵੀ ਹੁਣ ਤੁਹਾਡਾ ਮੈਨੂੰ ਪਤਾ ਜਮਾਤ ਨਹੀਂ ਕਿ ਨਹੀਂ ਉਹ ਮਿਰਜ਼ਾ ਸਾਹਿਬ ਨੂੰ ਡਿਸਕਸ करना है या कुरान? लेकिन मंसूर साहब पाकिस्तान की जो अक्सरियत है वो उलमाए कराम की तरफ देखती है गाइडेंस के लिए, वो खुद उनका इतना नॉलेज नहीं होता और वो बहुत बड़े एक तबका के वो रहनुमा हैं, तो उसका इम्पैक्ट है लोगों पे। लोग वहाँ देखते हैं तो लोग उनको गाइडेंस के लिए करते हैं। नहीं मैं कह रहा है, मैं जरूर उन्होंने नाल एक गल कही है कि मैं क्या कुरान मजीद की कोई आयत है ਉਹ ਡਿਸਕਸ ਤੁਸੀਂ ਕਰ ਰਹੇ ਹੋ, ਉਹਦੇ ਰੈਲੀਵੈਂਟ ਕਿਸੇ ਨੇ ਕੋਈ ਗੱਲ ਕੀਤੀ ਹੈ ਤੇ ਉਹ ਜ਼ਰੂਰ ਰੱਖੋ। ਮੈਂ ਤੇ ਇਹ ਗੱਲ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ ਕਿ ਨਹੀਂ ਉਹਨਾਂ ਨੂੰ ਛੱਡ ਦਿਓ। ਬਾਕੀ ਗੱਲਾਂ ਮੈਂ ਕਹਿ ਰਿਹਾ ਵਾ ਕਿ ਉਹ ਇਰਰੈਲੀਵੈਂਟ ਨੇ। ਕੁਰਾਨ ਕਰੀਮ ਦੇ ਬਾਅਦ ਹਦੀਸ ਸ਼ਰੀਫ ਵੀ ਹੈ ਨਾ, ਹਦੀਸ ਸ਼ਰੀਫ ਦੇ ਹਵਾਲੇ ਵੀ ਉਹਦੇ ਤੋਂ ਇਸਤੰਬਾਤ ਹੁੰਦਾ, ਉਹ ਗੱਲ ਠੀਕ ਹੈ। ਲੇਕਿਨ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਉਸਵਾ ਹਸਨਾ ਤੋਂ ਬਹੁਤ ਸਾਰੀ ਮਾਫੀ, ਦਰਗੁਜ਼ਰ, ਚਸ਼ਮਪੋਸ਼ੀ, ਇਹ ਹਿੱਸਾ ਬਹੁਤ ਜ਼ਿਆਦਾ ਹੈ। ਸਜ਼ਾ ਦਾ ਹਿੱਸਾ ਜਦੋਂ ਮਾਫੀ ਦਿੱਤੀ ਉਹਨਾਂ ਚੰਦ ਆਦਮੀਆਂ ਨੂੰ, ਅਗਰ ਉਹਨਾਂ ਦੀ ਹਿਸਟਰੀ ਪੜ੍ਹੋਗੇ ਜਿਨ੍ਹਾਂ ਦੇ ਵਾਸਤੇ, ਜਿਸ ਕਿਸੇ ਦੇ ਵਾਸਤੇ ਇਹ ਗੱਲ ਇਰਸ਼ਾਦ ਫਰਮਾਇਆ ਕਿ ਖਾਨਾ ਕਾਬਾ ਦੇ ਗੁਲਾਫ ਵਿੱਚ ਵੀ ਹੋਵੇ ਤੇ ਉੱਥੇ ਵੀ ਨਹੀਂ ਛੱਡਣਾ, ਉਹਦੀ ਹਿਸਟਰੀ ਇਹ ਨਹੀਂ ਹੋਏਗੀ ਕਿ ਉਹ ਸਿਰਫ ਰਸੂਲਾਂ ਨੂੰ ਗਾਲਾਂ ਦਿੰਦਾ, ਕੋਈ ਹੋਰ ਗੱਲ ਵੀ ਹੋਏਗੀ ਉਹਦੇ ਪਿੱਛੇ। ਹਾਂ ਉਹ ਲਾਮਾ ਸਾਹਿਬ ਹੁਸੈਨ ਸਾਹਿਬ ਬਿਆਨ ਕਰਨ ਕਿ ਉਹਨਾਂ ਨੂੰ ਸਜ਼ਾ ਕਿਉਂ ਦਿੱਤੀ ਗਈ ਸੀ? ਉਹ ਜੰਗੀ ਜਰਾਇਮ ਦੇ ਮੁਰਤਕਿਬ ਹੈ, ਉਹਨਾਂ ਦੇ ਨਾਲ
ਹੋਰ ਗੱਲਾਂ ਵੀ ਬਾਅਦ ਐਸੋਸੀਏਟ ਹੋਣਗੀਆਂ ਜਿਹਦੀ ਵਜ੍ਹਾ ਨਾਲ ਉਹਨਾਂ ਨੂੰ ਸਜ਼ਾ ਦਿੱਤੀ ਹੋਈ। ਇਹ ਗਰਜ ਰਸੂਲਾ ਸਿਰਫ ਰਸੂਲਾ ਦਾ ਨਾਂ ਲੈ ਕੇ ਉਹ ਗਾਲਾਂ ਕੱਢਦਾ ਹੋਵੇ, ਰਸੂਲਾ ਕਦੇ ਵੀ ਉਹਨੂੰ ਕੋਈ ਨਹੀਂ ਕਹਿਣਗੇ। ਰਸੂਲਾ ਕੋਲ ਬਹੁਤ ਬੜੀ ਮਾਫੀ, ਉਹ ਆਪਣੇ ਵਾਸਤੇ ਇੱਕ ਵਾਕਿਆ ਉਹ ਵੀ ਆਉਂਦਾ ਹੈ। ਰਸੂਲਾ ਇਹ ਮਾਫੀ ਕਰਨਾ ਰਸੂਲਾ ਦੀ ਸ਼ਾਨ ਹੈ, ਇਹ ਕਮਜ਼ੋਰੀ ਨਹੀਂ ਹੈ। ਉਹ ਯਕੀਨਨ ਉਹ ਸਜ਼ਾ ਦੇ ਸਕਦੇ ਹਰ ਕਿਸੇ ਨੂੰ, ਔਰ ਸਜ਼ਾ ਦੇਣ ਦੀ ਤਾਕਤ ਵੀ ਉਹਨਾਂ ਕੋਲ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ। ਲੇਕਿਨ ਉਹਨਾਂ ਦਾ ਪਹਿਲੋਂ ਮਾਫੀ ਦੀ ਤਰਫ, ਦਰਗੁਜ਼ਰ ਦੀ ਤਰਫ, ਚਸ਼ਮਪੋਸ਼ੀ ਦੀ ਤਰਫ ਬਹੁਤ ਜ਼ਿਆਦਾ ਹੈ। ਬਾਜ਼ ਗਲਤੀਆਂ ਆਪਣੀਆਂ ਕੋਲੋਂ ਵੀ ਹੋ ਜਾਂਦੀਆਂ ਹੀ ਜਿਹਦੀ ਸਜ਼ਾਏ ਮੌਤ ਹੋ ਸਕਦੀ, ਉੱਥੇ ਵੀ ਚਸ਼ਮਪੋਸ਼ੀ ਕੀਤੀ, ਉਹ ਵੀ ਵਾਕਿਆਤ ਹੈ ਨੇ। ਅਤੇ ਇਹਦੇ 'ਚ ਇਸ ਤਰਫ ਇਹਦੇ ਤੋਂ ਐਸਾ ਨਤੀਜਾ ਕੱਢਦੇ ਹਾਂ ਉਹ ਵੀ ਬੇਅਦਬੀ ਹੈ ਰਸੂਲਾਂ ਦੀ ਸ਼ਾਨ ਦੇ ਖਿਲਾਫ ਹੈ ਇਸ ਤਰ੍ਹਾਂ ਦੀਆਂ ਗੱਲਾਂ। ਬਾਕੀ ਇਹ ਗੱਲ ਹੈ ਵੀ ਹੁਣ ਅਸੀਂ ਜਿਸ ਜ਼ਮਾਨੇ 'ਚੋਂ ਗੁਜ਼ਰ ਰਹੇ ਹਾਂ, ਜਿੱਥੇ ਮੁਸਲਮਾਨਾਂ ਦੀ ਅਕਸਰੀਅਤ ਹੋਵੇ, ਅਗਰ ਉੱਥੇ ਐਸਾ ਕੋਈ ਕਾਨੂੰਨ ਬਣਾਉਣ ਔਰ ਉਸ ਕਾਨੂੰਨ ਦੇ ਵਿੱਚ ਉਹਨਾਂ ਦੀ ਇੱਜ਼ਤ ਔਰ ਇਸਮਤ ਦੀ ਹਿਫਾਜ਼ਤ ਵਾਸਤੇ ਕਿ ਕੋਈ ਤੋਹੀਨ ਨਾ ਕਰੇ ਤਾਂ ਠੀਕ ਹੈ, ਉੱਥੇ ਕਾਨੂੰਨ ਬਣੇਗਾ। ਲੇਕਿਨ ਸਾਰੀ ਦੁਨੀਆ 'ਚ ਤਾਂ ਕਾਨੂੰਨ ਨਹੀਂ ਹੈ ਅਤੇ ਨਾ ਹੋ ਸਕਦਾ ਅਤੇ ਨਾ ਹੀ ਇਹਦੇ 'ਤੇ ਅਮਲ ਹੋ ਸਕਦਾ ਹੈ। ਅਤੇ ਜਿਹੜਾ ਬੰਦਾ ਜਿੱਥੇ ਬਹੁਤ ਸਾਰੇ ਲੋਕ ਕੱਲ੍ਹ ਕੋਈ ਦੱਸ ਰਹੇ ਕਿ ਕਿਸੇ ਬਰਾੜ ਦੇ ਉੱਤੇ ਉਹ ਬੜੀ ਤੋਹੀਨ ਕਰਦੇ ਨੇ ਰਸੂਲਾਂ ਦੀ ਵੀ ਔਰ ਬਜ਼ੁਰਗ ਔਰਤਾਂ ਦੀ ਵੀ, ਉਹ ਉੱਥੇ ਬਹੁਤ ਸਾਰੀਆਂ ਐਸੀਆਂ ਗੱਲਾਂ ਕਹੀਆਂ ਜਾਂਦੀਆਂ ਨੇ। ਅਤੇ ਹੁਣ ਉਹਦੇ 'ਤੇ ਕੋਈ ਗੈਰਤ ਕਰਕੇ ਉੱਥੇ ਜਾ ਕੇ ਉਹਨਾਂ ਦੇ ਪਤਾ ਕਰਕੇ ਉਹਨਾਂ ਸਾਰਿਆਂ ਨੂੰ ਕਤਲ ਕਰ ਆਵੇ। ਉਹ ਮਸਰੂਫੀਅਤ ਦੀ ਵਜ੍ਹਾ ਨਾਲ ਲੋਕ ਇਸ ਤਰ੍ਹਾਂ ਨਹੀਂ ਕਰਦੇ, ਕਿਉਂਕਿ ਹੋਰ ਵੀ ਤਾਂ ਕੰਮ ਆਖਰ ਕਰਨੇ ਹੁੰਦੇ ਨਾ ਵਿੱਚ। ਮਤਲਬ ਜਜ਼ਬਾ ਆਪਣੀ ਥਾਂ ਹੈ, ਉਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਕਈ ਦਫਾ ਦੁੱਧ ਲੈਣ ਜਾਣਾ ਹੁੰਦਾ ਹੈ, ਦਹੀਂ ਲੈਣ ਜਾਣਾ ਹੁੰਦਾ ਹੈ, ਘਰ ਦੇ ਸਬਜ਼ੀਆਂ ਵਗੈਰਾ, ਅਤੇ ਫਿਰ ਵਾਪਸ ਦਫ਼ਤਰ ਵੀ ਜਾਣਾ ਹੁੰਦਾ। ਅਤੇ ਇਹ ਵੀ ਤਾਂ ਗੱਲਾਂ ਨਾਲ ਲੱਗੀਆਂ ਨਾ ਸਾਡੀ ਜ਼ਿੰਦਗੀ 'ਚ, ਅਤੇ ਉਹਦੇ ਵਾਸਤੇ ਇੰਤਜ਼ਾਰ ਕਰਨਾ ਚਾਹੀਦਾ। ਉਹ ਬੰਦੇ ਆਪੇ ਜਦੋਂ ਪਾਕਿਸਤਾਨ ਆਉਣਗੇ ਅਤੇ ਉੱਥੇ ਉਹਨਾਂ ਦੀ ਸ਼ਿਕਾਇਤ ਹੋਏਗੀ ਅਤੇ ਆਪੇ ਫੜੇ ਜਾਣਗੇ। ਹਾਂਜੀ, ਇਸ ਤਰ੍ਹਾਂ ਕਿ ਇੰਤਜ਼ਾਰ ਹੀ ਕਰਨਾ ਨਾ, ਫਿਰ ਠੀਕ ਹੋ ਜਾਏ ਕੰਮ। ਬਾਕੀ ਅਸਲ ਗੱਲ ਹੈ ਮੁਹੱਬਤ ਕਿਹਨੂੰ, 5 ਮੁਸਲਮਾਨ ਨੇ, ਉਹਨਾਂ 'ਚੋਂ ਇੱਕ ਕਹਿੰਦਾ ਜਨਾਬ ਮੈਂ ਤਾਂ ਨਹੀਂ ਬਰਦਾਸ਼ਤ ਕਰ ਸਕਦਾ, ਮੈਨੂੰ ਤਾਂ ਬੇਸ਼ੁਮਾਰ ਮੁਹੱਬਤ ਹੈ, ਅਤੇ ਬਾਕੀ 4 ਨੂੰ ਕਹਿੰਦਾ ਵੀ ਤੁਹਾਨੂੰ ਨਹੀਂ ਹੈ ਉਤਨੀ ਮੁਹੱਬਤ, ਤੁਹਾਡੇ ਤੋਂ ਜ਼ਿਆਦਾ ਮੈਨੂੰ ਹੈ। ਇਹਦਾ ਪੈਮਾਨਾ, ਇਹਦੀ ਮਸ਼ੀਨਾਂ ਬਣ ਰਹੀਆਂ ਨੇ ਕੈਲੀਫੋਰਨੀਆ 'ਚ, ਅਤੇ ਉਹ ਜਿਹੜੇ ਆ ਜਾਣਗੀਆਂ ਥਰਮੋਮੀਟਰ ਲਾ ਕੇ ਪਤਾ ਲੱਗੇਗਾ ਵੀ ਕਿਹਨੂੰ ਮੁਹੱਬਤ ਜ਼ਿਆਦਾ ਹੈ ਅਤੇ ਕਿਹਨੂੰ ਘੱਟ ਹੈ। ਉਹਦੇ ਨਾਲ ਜਿਹੜੇ ਚੈੱਕ ਹੋਏਗਾ ਤਾਂ ਆਪਣੇ ਆਪ ਗੱਲ ਸਾਹਮਣੇ ਆ जाएगी। सैनी साहब एक सवाल है, वो भी बल्कि बता दें, जो बनु नज़ैर, बनु कुरैज़ा और बनु कैनका, ठीक है, ये एक वाकया पेश किया जाता है कि उनको तौहीन पर सजा दी गई थी, हालांकि उन पर एक जंगी जराइम का इल्ज़ाम था, तो उसके बारे में भी अगर कोई मालूमात हैं तो। वो तो बनु कुरैज़ा दे नाल है ना कि उन्होंने जिस वक्त एजाब का गज़वा एजाब हो रहा है ਤੇ ਉਹਨਾਂ ਨੇ ਬਾਅਦ ਦੁਸ਼ਮਣ ਦੇ ਨਾਲ ਸਾਜ਼ਬਾਜ਼ ਕੀਤੀ ਔਰ ਉਸ ਮੁਆਹਦੇ ਦੀ ਖਿਲਾਫਵਰਜ਼ੀ ਕੀਤੀ ਜਿਹਦੇ ਵਿੱਚ ਇਹ ਬਦਵਾਜ਼ ਵਾਪਸ ਆ ਰਹੀ। ਉਹਦੀ ਕਸ਼ਮੀਰੀ ਸਾਹਿਬ ਤੁਹਾਡਾ ਮਾਈਕ ਜਿਹੜਾ ਤੁਹਾਨੂੰ ਮੇਰਾ ਖਿਆਲ ਲਾ ਕੇ ਫਿਰ ਜਾਣਾ ਪਏਗਾ। ਉਸ ਮੁਆਹਦੇ ਦੀ ਖਿਲਾਫਵਰਜ਼ੀ ਦੀ ਵਜ੍ਹਾ ਨਾਲ ਉਹਨਾਂ ਦਾ ਮੁਆਸਰਾ ਕੀਤਾ ਗਿਆ ਅਜ਼ਾਬ ਤੋਂ ਫਾਰਗ ਹੋ ਕੇ, ਔਰ ਫਿਰ ਹਜ਼ਰਤ ਸਾਦ ਕੀ ਨਾਂ ਆਇਆ ਉਹਨਾਂ ਦਾ, ਹਜ਼ਰਤ ਜਾਬਰ ਹੈ ਜਿਹੜੇ ਉਹਨਾਂ ਵਿੱਚੋਂ ਯਹੂਦੀਆਂ 'ਚੋਂ ਹੀ ਆਏ, ਉਹਨਾਂ ਦੇ ਉੱਤੇ ਉਹ ਫੈਸਲੇ 'ਤੇ ਰਾਜ਼ੀ ਹੋਏ ਅਤੇ ਉਹਨਾਂ ਨੇ ਬਾਈਬਲ ਦੇ ਮੁਤਾਬਕ ਇਹ ਫੈਸਲਾ ਕੀਤਾ ਕਿ ਇਹਨਾਂ ਦੇ ਮਰਦਾਂ ਨੂੰ ਕਤਲ ਕਰ ਦਿੱਤਾ ਜਾਏ ਅਤੇ ਉਹਦੇ 'ਤੇ ਅਮਲ ਹੋਇਆ ਜੋ ਮੁਆਹਦੇ ਵਿੱਚ ਹੈ ਉਹਦੇ ਮੁਤਾਬਕ। ਇਹ ਗੱਲ ਉਹਦਾ ਤੌਹੀਨ ਦੇ ਨਾਲ ਕੋਈ ਤਲਕ ਨਹੀਂ। ਅੱਛਾ, ਇਹ ਸਹੀ ਮੁਸਲਿਮ ਦੀ ਹਦੀਸ ਸੀ ਜਿਹੜੀ ਤੁਸੀਂ ਅੱਗੇ ਬਿਆਨ ਕਰਦੇ ਸੀ ਨਾ? ਜੀ ਜੀ, ਇਹ ਕਿਤਾਬ ਜ਼ਕਾਤ ਵਿੱਚ ਇਮਾਮ ਮੁਸਲਿਮ ਲੈ ਕੇ ਆਏ ਨੇ ਜੀ ਜੀ, ਕਿ ਨਬੀ ਅਲੈਹਿਸਸਲਾਤੁ ਵਸਸਲਾਮ ਦੇ ਦੌਰ ਦਾ ਵਾਕਿਆ। ਜਾਬਰ ਬਿਨ ਅਬਦੁੱਲਾ ਰਜ਼ੀ ਅੱਲਾਹ ਤਾਲਾ ਨੂੰ ਰਾਵੀ ਨੇ ਜੀ ਕਿ ਹੁਨੈਨ ਤੋਂ ਵਾਪਸੀ ਦੇ ਮੌਕੇ ਤੇ ਜਰਾਨਾ 'ਚ ਇੱਕ ਆਦਮੀ ਨੇ ਨਬੀ ਅਲੈਹਿਸਸਲਾਮ ਦੇ ਕੋਲ ਆਇਆ ਤੇ ਜਦੋਂ ਹਜ਼ਰਤ ਬਿਲਾਲ ਰਜ਼ੀ ਅੱਲਾਹ ਤਾਲਾ ਨੂੰ ਦੇ ਕੱਪੜੇ 'ਚ ਚਾਂਦੀ ਸੀ ਜੀ, ਤੇ ਰਸੂਲੁल्लाह सल्लल्लाहु अलैहि वसल्लम ਉਹਦੇ 'ਚੋਂ
ਮੁੱਠ ਭਰ ਕੇ ਤੇ ਲੋਕਾਂ ਨੂੰ ਦੇ ਰਹੇ ਸੀ। ਹੂੰ ਉਹਨੇ ਆਖਿਆ ਮੁਹੰਮਦ सल्लल्लाहु अलैहि वसल्लम अदल करो। हाँ, आपने फरमाया भाई तेरे लिए वैल होवे, एक मुहावरा है वैल तेरे हाँ वास्ते, मतलब बदकिस्मत आदमी है तू की कह रहे हैं कैसा बदनसीब है तू कि अगर मैं नहीं अदल कर रहा तो कौन अदल और करेगा? किने करना बिल्कुल अगर मैं नहीं कर रहा, मैं नाकाम हो गया तो फिर किने करना तो फिर तो मैं खसारे च पै गया। या हज़रत उमर बिन खताब रजी अल्लाह तआला ने आख्या कि या रसूलल्लाह तुसी मैनूं इजाजत दिओ मैं इन्हूं मुनाफिक नूं कतल कर दूँ। हाँ, तो नबी अलैहिस्सलाम ने फरमाया कि मैं अल्लाह की पनाह चाहना इस गल तो कि लोग ये गल्लां करन कि मैं अपने साथियों नूं कतल करदा रहा। हाँ, ते ये जेड़े ਇਹਦੇ साथी ਇਹ और ਇਹਦੇ साथी ਜਿਹੜੇ ਨੇ ਕੁਰਾਨ ਪੜਨ ਦੇ ਤੇ ਇਹਨਾਂ ਦੇ ਹਲਕ ਤੋਂ ਥੱਲੇ ਨਹੀਂ ਉਤਰੇਗਾ। या ਇਹ ਉਸ ਦਿਨ ਨਿਕਲ ਜਾਣਗੇ ਇਸ ਤਰ੍ਹਾਂ ਜਿਸ ਤਰ੍ਹਾਂ ਤੀਰ ਕਮਾਨ ਚੋਂ ਨਿਕਲ ਜਾਂਦਾ। मानी च निकल जाना या ਇਹ ਖਾਰਜ ਦਾ ਉਹਨਾਂ ਨੇ ਬਿਆਨ ਕੀਤਾ ਕਿ ਇਹ ਬਾਅਦ 'ਚ ਫਿਰ ਖਾਰਜੀਆਂ 'ਚ ਜਾ ਮਿਲੇ ਸੀ। जी ठीक ठीक। तो इस वाक़े तो ये सबक मिलता है कि अगर ते सिर्फ पर्सनल ग्रज दे उत्ते जरा जी तोहीन दा शायबा होया ते गर्दन लवा दित्ती ते अगर ये जायज़ हुंदा और रसूला दा मिजाज हुंदा नऊज़ बिल्ला ते फिर आप ये हुक्म फरमांदे। आपने एक ते ओहदे ते सब्र कीता और ਉਹਨੂੰ ਇੱਕ ਨਸੀਹਤ ਦੇ ਰੰਗ ਵਿੱਚ ਇਹ ਫਰਮਾਇਆ ਕਿ ਬਦਕਿਸਮਤ ਇਨਸਾਨ ਤੂੰ ਕੀ ਕਹਿ ਰਿਹਾ, ਤੈਨੂੰ ਨਹੀਂ ਪਤਾ ਕਿ ਇਨਸਾਫ ਕਿਹੜੀ ਜਗ੍ਹਾ ਹੈ। ਔਰ ਫਿਰ ਹਜ਼ਰਤ ਉਮਰ ਦੇ ਇਸ ਮਹਿਸੂਸ ਕਰਨ ਦੇ ਉੱਤੇ ਕਿ ਇਹਨੇ ਰਸੂਲਾਂ ਦੀ ਬੇਅਦਬੀ ਕੀਤੀ ਹੈ, ਮੈਂ ਗਰਦਨ ਲਾ ਦਿਆਂ, ਤੇ ਆਪ ਨੇ ਇਹਨੂੰ ਰਵਾ ਨਹੀਂ ਰੱਖਿਆ, ਆਪ ਨੇ ਉਹਦੀ ਇਜਾਜ਼ਤ ਨਹੀਂ ਦਿੱਤੀ। ਇਹ ਹੈ ਨਾ ਇਹਦਾ ਸਬਕ। ਜੀ नहीं नबी अलैहिस्सलाम ते बिल्कुल ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਆਪ ਖੁਦ ਤੇ ਮੁਜੱਸਮਾ ਰਹਿਮਤ और शफकत सन ना। ਬੇਸ਼ੱਕ ਆਪ ਤੇ ਬੰਦਿਆਂ ਦੀਆਂ ਗਲਤੀਆਂ ਨੂੰ ਜ਼ਿਆਦਤੀਆਂ ਨੂੰ ਇੱਥੋਂ ਤੱਕ ਇਗਨੋਰ ਕਰਦੇ ਰਹੇ ਨੇ ਕਿ ਇੱਕ ਐਸਾ ਕਾਨੂੰਨ ਜਿਹੜਾ ਹੁਣ ਅੱਜ ਪੂਰੀ ਦੁਨੀਆ ਦੇ ਉੱਤੇ ਇਹ ਮਿਊਟ ਤਰ੍ਹਾਂ ਕਰ ਦਿੱਤਾ। ਇਹਦਾ ਹੈ ਮਿਊਟ। ਕਸ਼ਮੀਰੀ ਸਾਹਿਬ ਦਾ ਹੋ ਗਿਆ ਮੈਂ ਠੀਕ ਅੱਛਾ ਠੀਕ ਹੈ। ਇਹ ਜਿਹੜੀ ਹੈ ਨਾ ਗੱਦਾਰੀ ਜਾ ਜਾਂ ਕਿਸੇ ਦੁਸ਼ਮਣ ਨਾਲ ਮਿਲ ਕੇ ਕੋਈ ਹਰਕਤ ਕਰਨੀ, ਜਾ ਇਹਦੀ ਸਜ਼ਾ ਮੌਤ ਹੈ ਬੇਸ਼ੱਕ ਬੇਸ਼ੱਕ। ਪੂਰੀ ਦੁਨੀਆ ਦੇ ਉੱਤੇ। ਨਹੀਂ ਕਿ ਵੀ ਸਿਰਫ ਇਸਲਾਮ ਨੇ ਦੱਸਿਆ, ਪੂਰੀ ਦੁਨੀਆ ਦੇ ਉੱਤੇ। ਸਾਰੀ ਦੁਨੀਆ ਤੇ ਇੰਜ ਹੀ ਹੈ। ਹਾਤਬ ਬਿਨ ਅਬੀ ਬਲਤਾ ਰਜ਼ੀ ਅੱਲਾਹ ਤਾਲਾ ਨੂੰ ਬਦਰੀ ਸਾਹਬੀ ਸਨ, ਜਾ ਤੇ ਉਹਨਾਂ ਨੇ ਉਹ ਰੁੱਕਾ ਲਿਖ ਕੇ ਉਹਨਾਂ ਰੋਕਾ ਭੇਜ ਦਿੱਤਾ ਮੱਕੇ ਵਾਲੇ ਹਾਲ, ਜਿਹਨੂੰ ਰਸੂਲਾਂ ਨੂੰ ਅੱਲਾਹ ਤਾਲਾ ਨੇ ਖਬਰ ਦਿੱਤੀ ਤੇ ਉਹ ਬਰਾਮਦ ਕਰਾ ਲਿਆ। ਬੇਸ਼ੱਕ ਬਿਲਕੁਲ ਉਹ ਯਕੀਨੀ ਤੌਰ ਤੇ ਦੁਨਿਆਵੀ ਸਜ਼ਾ ਉਸੇ ਵੇਲੇ ਲੱਗੀ ਹੁੰਦੀ ਸੀ, ਲੇਕਿਨ ਨਬੀ ਅਲੈਹਿਸ ਸਲਾਮ ਨੇ ਸ਼ਫਕਤ ਫਰਮਾਈ ਤੇ ਆਖਿਆ ਵੀ ਨਹੀਂ, ਇਹ ਤੇ ਉਂਝ ਵੀ ਬਦਰੀ ਸਾਹਬੀ ਹੈ, ਆਹ ਇਹਦੇ ਅੱਲਾਹ ਨੇ ਗੁਨਾਹ ਮਾਫ ਕਰਤੇ ਨੇ, ਛੱਡ ਦੇ। ਆਹ ਬਿਲਕੁਲ ਬਹੁਤ ਬੜਾ ਕਰਮ ਔਰ ਮੁਹੱਬਤ ਔਰ ਸ਼ਫਕਤ ਦਾ ਵਾਕਿਆ ਹੈ। ਮੈਂ ਹਮੇਸ਼ਾ ਇਹਨੂੰ ਬਿਆਨ ਕਰਨਾ ਕਿ ਉਹਨਾਂ ਦੀ ਮਾਮੂਲੀ ਜਿਹੜੀ ਵਜ਼ਾਤ ਹੈ ਉਹਨੂੰ ਹੀ ਕਬੂਲ ਫਰਮਾ ਲਿਆ और कोई तारज नहीं किया और फरमाया कि ठीक है कोई गल नहीं। ਉਹ ਬਹੁਤ ਬੜੇ ਸਫਾਤਕਾਰ ਹੈ ਜਿਨ੍ਹਾਂ ਨੂੰ ਰਸੂਲਾਂ ਦੂਸਰੀਆਂ ਬਾਦਸ਼ਾਹਾਂ 'ਚ ਗੁਫ਼ਤਗੂ ਵਾਸਤੇ ਭੇਜਦੇ। ਉਹ ਰਸੂਲਾਂ ਦੇ ਸਫੀਰ ਹੈ ਤੇ ਖਿਦਮਤ ਦਾ ਵੀ ਬੜਾ ਮੌਕਾ ਮਿਲਿਆ, ਲੇਕਿਨ ਉਹਨਾਂ ਕੋਲ ਜਿਹੜੀ ਗਲਤੀ ਹੋਈ ਉਹਦੀ ਸਜ਼ਾਏ ਮੌਤ ਹੀ ਹੈ। ਬਿਲਕੁਲ। ਔਰ ਅਗਰ ਉਹ ਸਜ਼ਾਏ ਮੌਤ ਦਿੱਤੀ ਜਾਂਦੀ ਤਾਂ ਕੋਈ ਨਾ ਇਨਸਾਫੀ ਨਹੀਂ ਹੈ, ਲੇਕਿਨ ਰਸੂਲਾਂ ਦੀ ਸ਼ਫਕਤ ਗਾਲਬ ਆਈ। ਇੱਕ ਵਾਰੀ ਨਾ ਮੈਂ ਤੁਹਾਨੂੰ ਹਰੇ ਯਾਦ ਹੈ ਕਿ ਨਹੀਂ, WhatsApp ਦੇ ਵਿੱਚ ਉਹ ਜਿਹੜੇ ਸਰਮਦ ਸਾਹਿਬ ਨੇ ਨਾ, ਜਿਹੜੇ ਵੜੈਚ ਸਾਹਿਬ ਨੂੰ ਸਮਝਾਉਂਦੇ ਉਸਤਾਦ ਇਹਨਾਂ ਦੇ, ਉਹਨਾਂ ਦੇ ਨਾਲ, ਕਿਉਂਕਿ ਵਕੀਲ ਵੀ ਨੇ ਮੇਰੇ ਖਿਆਲ ਹੈ ਜੀ ਜੀ, ਤੇ ਉਹਨਾਂ ਦੇ ਨਾਲ ਇਸ ਮੌਜੂ ਤੇ ਕਾਫੀ ਡਿਟੇਲ ਉੱਥੇ ਗੱਲ ਹੋਈ ਸੀ WhatsApp ਦੇ ਵਿੱਚ। ਜੀ ਜੀ, ਤੇ ਮੈਂ ਇਹਨਾਂ ਨੂੰ ਇਹ ਸਬੂਤ ਦਿੱਤਾ ਸੀ ਕਿ ਜਿਹੜੀ ਇੱਕ ਹੁੰਦੀ ਹੈ ਹੱਦ ਤੇ ਇੱਕ ਹੁੰਦੀ ਹੈ ਤਾਜ਼ੀਰ। ਜਾ ਹੱਦ ਕੋਈ ਨਹੀਂ, ਤੇ ਜਿਹੜੀ ਤਾਜ਼ੀਰ ਹੈ ਉਹ ਤਾਜ਼ੀਰ ਦੇ ਵਿੱਚ ਇਸ ਜੁਰਮ ਦੀ ਸਜ਼ਾ ਐਟ ਦਾ ਯਾਨੀ ਲਾਸਟ ਜਿਹਨੂੰ ਕਹਿੰਦੇ ਨੇ ਕੈਪੀਟਲ ਪਨਿਸ਼ਮੈਂਟ, ਜਾ ਉੱਥੋਂ ਤੱਕ ਮੁਕਰਰ ਕਰ ਸਕਦਾ ਹੈ ਮੁਸਲਮਾਨ ਹੁਕਮਰਾਨ। ਜਾ ਬਿਲਕੁਲ। ਔਰ ਇਹਦੇ ਨਾਲ ਨਵੀਦ ਵੜੈਚ ਸਾਹਿਬ ਗਵਾਹ ਨੇ ਕਿ ਸਰਮਦ ਸਾਹਿਬ ਨੇ ਵੀ ਇਤਫਾਕ ਕੀਤਾ ਕਿ ਤਾਜ਼ੀਰ ਦੇ ਤਹਿਤ
ਸਜ਼ਾਏ ਮੌਤ ਦਾ ਹੁਕਮ ਦਿੱਤਾ ਜਾ ਸਕਦਾ ਹੈ। ਠੀਕ ਹੈ, ਬਿਲਕੁਲ ਬਿਲਕੁਲ ਸਹੀ ਹੈ, ਰਿਕਾਰਡਿੰਗ ਮਹਿਫੂਜ਼ ਹੈ ਇਹਦੀ ਇਹ ਠੀਕ ਹੈ। ਕਿ ਇਹਦੀ ਸਜ਼ਾ ਜਿਹੜੀ ਹੈ ਤਾਜ਼ੀਰ ਨਾਲ ਹੈ। ਵੈਸੇ ਵੀ ਤੁਸੀਂ ਇਹ ਜਿਸ ਤਰ੍ਹਾਂ ਕਹਿੰਦੇ ਨੇ ਵੀ ਅਕਲੀ ਗੱਲ ਹੈ ਜਾਂ ਕਿ ਮੈਂ ਤੁਹਾਡੇ ਅਕਾਬਰ ਨੂੰ, ਸਰਬਰਾਹ ਨੂੰ, ਜਾਂ ਹਿੰਦੂਆਂ ਦੇ ਸਰਬਰਾਹ ਨੂੰ, ਜਾਂ ਕ੍ਰਿਸਚਨ ਜਿਹੜੇ ਆਪਣੇ ਕਾਬਰ ਮੰਨਦੇ ਨੇ, ਜਾਂ ਅਸੀਂ 3-4 ਕੌਮਾਂ ਆਬਾਦ ਹੈ ਵੀ ਜਿਸ ਤਰ੍ਹਾਂ ਹਿੰਦੁਸਤਾਨ 'ਚ ਆਬਾਦ ਸਨ, ਜਾਂ ਤੇ ਇੱਕ ਦੂਜੇ ਦੇ ਕਾਬਰ ਨੂੰ ਗਾਲਾਂ ਕੱਢੋ, ਉਹਨਾਂ ਦੇ ਖਿਲਾਫ ਕਿਤਾਬਾਂ ਲਿਖੋ, ਤੋਹੀਨ ਕਰੋ, ਤੇ ਮੁਆਸ਼ਰੇ ਦੇ ਵਿੱਚ ਬਦਅਮਨੀ ਫੈਲਦੀ। ਜਾਂ ਬਿਲਕੁਲ। ਤੇ ਤੰਗ ਆ ਕੇ 1927 ਵਿੱਚ ਇਹਨਾਂ ਨੇ, ਬਰਤਾਨਵੀ ਹਕੂਮਤ ਨੇ ਇੱਕ ਕਾਨੂੰਨ ਬਣਾਇਆ ਜਾਂ ਕਿ ਜਿਹੜੀਆਂ ਕੌਮਾਂ ਇੱਥੇ ਹਿੰਦੁਸਤਾਨ 'ਚ ਆਬਾਦ ਨੇ, ਇਹਨਾਂ ਦੇ ਜਿਹੜੇ ਮਜ਼ਹਬੀ ਅਕਾਬਰ ਜਾਂ ਰਹਿਨੁਮਾ ਹਨ ਨੇ, ਜਾਂ ਉਹਨਾਂ ਦੀ ਤੋਹੀਨ ਕਰਨ ਵਾਲੇ ਦੀ ਸਜ਼ਾ ਮੌਤ ਹੋਵੇਗੀ। ਜਾਂ ਉਹ 295 ਉਹਦਾ ਨਾਂ ਸੀ। ਉੱਥੋਂ ਹੀ ਟੁਰ ਕੇ 295 मौलाना साहब जी जी दुरुस्त ਉਹ ਜਿਹੜੀ ਹੈ ABC ਜਿਹੜੀਆਂ ਨੇ ਨਾ, ਜਾਂ ਜਾਂ ਇਹ ਫਿਰ ਬਾਅਦ ਵਿੱਚ ਇੱਥੇ ਆ ਕੇ ਤੇ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਵਿੱਚ ਸ਼ਰਤਾਂ ਪਈਆਂ ਨੇ, ਲੇਕਿਨ ਇਹ 295 ਉਹਨਾਂ ਨੇ ਬਣਾਇਆ ਸੀ। ਇਸ ਹਾਂ, ਉੱਥੇ ਹੀ ਬਣਿਆ ਹੋਇਆ ਬਿਲਕੁਲ ਇਸ ਤਰ੍ਹਾਂ ਹੀ, ਮੈਂ ਇੱਕ ਕਾਲਰ ਬਿਲਕੁਲ। अस्सलामुअलैकुम सनी साहब। जी वालेकुम सलाम। सनी साहब, लेकिन एक बात जो मैं समझ पाया हूँ, हमें नज़ीर साहब ने भी इसे वाज़ेह किया है या कि खुदा के बनाए हुए कानून में इसकी कोई चीज़ नहीं मिलती हमें। मतलब खुदा ने किसी को कानून मुरतब किया, बताया हो कि ये मैं बना रहा हूँ कानून। या या और एक चीज़ इस पॉइंट में ये है कि जो ये अभी पाकिस्तान में वर्डिंग्स मौजूद है ना कानून के अंदर, या 295C के अंदर, या उस वर्डिंग्स पे बड़े पढ़े लिखे और कई स्कॉलर्स को भी एतराज़ है। या वो ये कहते हैं कि ये वर्डिंग असल में इसका जो गलत इस्तेमाल ही सही इस्तेमाल है। या तो उसमें वो एक मिसाल भी देते हैं। वो ये कहते हैं एक डॉक्टर के हाथ से कार्ड गिरा हाँ नीचे, उस कार्ड पे मोहम्मद लिखा हुआ था सल्लल्लाहु अलैहि वसल्लम। मतलब मोहम्मद किसी और का नाम होगा वो, हाँ जी, जैसे लोगों के नाम होते हैं मोहम्मद उमर, मोहम्मद अहमद। या तो वो कहते हैं कि वो कार्ड गिरा और उस कार्ड के गिरने की वजह से उस पर मुकदमा हुआ, हालांकि वो इंटेंशनली नहीं था, हाँ जी, लेकिन इस कानून के जो लफ्ज हैं उसके तहत उस पर मुकदमा ठीक बना बिल्कुल। हाँ जी। तो वो ये बताते हैं कि असल में वो जो वर्ड्स हैं ना, उनकी अभी वजाहत की ज़रूरत है। या तो ये है असल में, इसको समझना चाहिए कि जहाँ पे तस्हीह की ज़रूरत है वो ज़रूर करनी चाहिए। बिल्कुल। और दूसरा होती है, ये अंग्रेजों का खुद काश्ता कानून है। जहाँ तक इस बात का ताल्लुक है ना कि इंसान को गुस्सा आ जाए और फिर वो अपने गुस्से पर काबू ना पा सके और किसी को कत्ल कर दे, हाँ वो बहन की शादी के मामले में हो या माल की तकसीम के मामले में हो, तो गुस्से आने की वजह से तो फिर ये काम होता ही है ना। तो इसमें भी गुस्सा आ जाए तो उसी वक्त कत्ल कर दें, बेशक बाद में समझे कि गलती हो गई है और जाके रिपोर्ट कर दे कत्ल करने के बाद, तो वो भी ठीक है। तो इस तरह और सैनी साहब आप ये देखें, जी, आप ये देखें कि मुमताज़ कादरी वाले केस में जब मुमताज़ कादरी साहब ने ये इक़दाम कर लिया था, या तो उस इक़दाम के बाद उनसे पूछा गया कि आपको किसने प्रोवोक किया ये आप इस हद तक चले गए, तो उन्होंने जिस स्कॉलर का नाम लिया वो हनीफ कुरैशी साहब थे। और हनीफ कुरैशी साहब का ऑन रिकॉर्ड एफिडेविट मौजूद है जिसमें उन्होंने लिखा वो मेरा कोई ताल्लुक नहीं इस पूरे कांड के साथ। हालांकि उससे चंद दिन पहले की उनकी तकरीर उठाएं तो उसमें वो इख्तियार दिला रहे हैं कि मार दो, दौड़ दो, ये कर दो, वो कर दो। नहीं, वो सबकत लिसानी में वो हमेशा ऐसे करते हैं और वो फन तकरीर भी तो है ना, तो उसमें ऐसी हो जाती बातें। उलमा उसका नाम बाद में सबकत लिसानी रख देते हैं। हाँ ये तो है जी। अबू ज़रून साहब आ गए। अबू ज़रून साहब अस्सलाम वालेकुम। जी वालेकुम सलाम। क्या हाल है? ईद कैसी है? अल्हम्दुलिल्लाह, आप सुनाए, आप खैरियत से हैं? जी अल्हम्दुलिल्लाह, सब खैर है। मैं तो कहीं कोई काम में मसरूफ था, लेकिन मैंने कहा अगर इजाज़त हो तो एक दो जुमले बोल लेता हूँ। बहुत बड़ी खुशी से आप फरमाएं। जी जी, बहुत शुक्रिया।
پہلی بات تو یہ ہے، یہ میرا فہم ہے، کوئی بندہ اختلاف کرے اس کو حق ہے۔ جی پہلی بات تو یہ ہے کہ جو دین میں حکم ہوتا ہے وہ واقعات سے نہیں لیا جاتا، یا اس کا انتباس جو ہے وہ واقعات سے نہیں کی جاتی۔ یا اور قرآن میں جو جرم ہے ان کی سزائیں بڑی واضح بیان ہوئی ہے، یا جیسے چور کی سزا ہے، جیسے زنا کی سزا ہے، اس طرح اور کچھ واقعات ہیں، ان کی سزائیں قرآن میں بیان ہوئی ہے۔ یا اور نبی کریم صلی اللہ علیہ وسلم وہ قرآن کے مطابق ہی فیصلے کرتے تھے۔ جی دوسرا، نبی کریم صلی اللہ علیہ وسلم نے فرمایا کہ انسانی جان کو حرمت حاصل ہے، ایسا یہ ذوالحج کا مہینہ یہ مکہ کا شہر جیسے حرمت رکھتا ہے، ویسی حرمت انسانی جان کو حاصل ہے۔ یا اور پھر اس کے ساتھ قرآن کی آیت ہے اور بالکل واضح ہے کہ انسانی جان آپ 2 صورتوں کے علاوہ نہیں لے سکتے، اور وہ قرآن میں اللہ تعالیٰ نے فرمایا، جیسے سورہ مائدہ کی آیت نمبر 32 ہے کہ من قتل نفسا بغیر نفس او فساد فی الارض فکأنما قتل الناس جميعا، یا کہ ان 2 صورتوں کے علاوہ اگر کسی نے اس طرح اقدام کیا یا تو وہ ایسا ہی تصور کیا جاتا ہے جیسے کہ اس نے انسانیت کے قتل کر دی۔ یا تو ان چیزوں میں کوئی ایک واقعہ اٹھا لیا اور اس کو وہ بنا کے، یہ بڑا اعلیٰ اصول ہے جس کی طرف آپ نے توجہ دلائی ہے کہ جو قصاص ہے وہ تو ظاہر باہر بالکل اس کے ساتھ انطباق ہے نا اس کا، لیکن دوسرا فسادن فی الارض، یہ فسادن فی الارض میں پری ایمپٹیو ایکشن آ جاتا ہے کہ اس گورنمنٹ نے اسے اسیس کرنا ہوتا ہے کہ اس بات سے فساد ہوگا، فتنہ ہوگا، اور الفتنہ تو اشد من القتل، اس سے پتہ نہیں کتنی کی جانیں تلف ہوں گی، تو اس کی روک تھام کے لیے پھر گورنمنٹ قانون بناتی ہے، بڑا سوچ سمجھ کے اس پہ بحث مباحثے ہوتے ہیں، وہ ساری باتیں، لیکن اس کو عوام کے ہاتھ میں دے دینا کہ ہرکس و ناقص اس کا یہ 2 لفظ زبانی یاد کر لے، منصبہ نبین فقتلوہ ہو، اور اس میں یہ نہیں پتہ کہ یہ قتال کس نے کرنا ہے، ہر آدمی جس کو غصہ آئے وہ قتل کر دے، تو اگر یہ قرار دے دیا جائے تو پھر تو دنیا سے امان اٹھ جائے گی۔ میرا ایک سوال ہے شاہین صاحب، صرف وہی نہیں اٹھے گی بلکہ اس سے تمسخر کا نشانہ بھی بن جائے۔ میری ایک بات ختم ہے، جی کریں بات آپ۔ جی جی جزاک اللہ۔ تو السلام علیکم۔ جی وعلیکم السلام ورحمۃ اللہ۔ جی میں کمپلیٹ کر دیتا ہوں، پھر حسین صاحب کو میں نے کہا چلو وہ گزارش کر دیتے ہیں۔ جی جی یہ جو فساد کی بات ہے اس کو بھی اللہ نے اسی سے اگلی آیت میں واضح کر دیا ہے، اور وہ فساد ایسا نہیں ہے کہ کوئی کسی کا بھی بہانہ بنا کے کہیں کہ یہ فساد کر رہا ہے، اس کو بھی اللہ نے فرمایا کہ انما جزاء الذین یحاربون اللہ ورسولہ ویسعون فی الارض فسادا ان یقتلوا، کہ وہ لڑائی کرنے والے ہوں، بے شک جو لوگ اللہ اور اس کے رسول سے لڑتے ہیں اور زمین میں فساد برپا کرنے کی کوشش کرتے ہیں۔ ٹھیک ہے، تو یہ بات واضح ہے کہ وہ فساد ایسا نہیں ہے کہ کوئی کسی بھی کہے تم فساد بنا رہے ہو، کہ اس میں یہ نوعیت ہو اس قسم کی، تو یہ بھی قرآن نے واضح کر دیا۔ بہت شکریہ آپ لوگ، جزاک اللہ۔ جی بلال صاحب دسو۔ ہاں، وہ یہ تھا کہ ہم بھائی نے کہا کہ فساد فی الارض، اور فساد فی الارض کی انہوں نے مزید آگے ایکسپلینیشن بھی کی ہے کہ جو لڑائی کرنے والے ہیں۔ یہاں پہ ایک سوال میرے مائنڈ میں یہ اٹھتا ہے کہ جو رجم کی سزا دی جاتی ہے اسلام کے اندر، کیا وہ سزا بھی فساد فی الارض کی وجہ سے دی جاتی ہے کہ جو شادی شدہ رجم کی سزا ہے قرآن شریف میں کہیں؟ میں پوچھ رہا ہوں، نہیں میرا نہیں خیال کہ قرآن شریف میں رجم کی کوئی سزا ہے۔ قرآن شریف میں مرزا صاحب نے بتایا تھا عبداللہ تم کو مناظرے کے دوران کہ قرآن شریف رجم کی یعنی زانی کو سنسار کرنے کی سزا قرآن شریف میں صاف بیان کی ہے۔ اچھا ہے، کون سی آیت ہے وہ؟ میں دکھاتا ہوں، ایک سیکنڈ۔
چلے بہرحال حدیث میں تو ہم ہے موجود ہے. ہاں جی تو میرا ابو زنو اچھا اگر قرآن شریف میں نہیں ہے تو ٹھیک ہے، مطلب حدیث والی قرآن نہیں شریف وہ ابھی دیکھ لیتے ہیں شان صاحب. فی الحال ٹھیک ہے، مجھے میرے جو مائنڈ ٹھیک، میں ریفرنس ہے وہ جی جی حدیث کا ہے. جی جی اب ابھی ابو ضرون بھائی، اس میرا سوال ہے کہ یہ جو رجم کی سزا اسلام کے اندر دی جاتی ہے یا اسلام کے اندر ہے، تو یہ کس فساد فی الارض کی کیٹیگری میں آئے گا، کیسے آئے گا وہ سمجھا دیں. جی بلال صاحب، بات یہ ہے کہ وہ جو رجم کی سزا ہے وہ تو دیکھنا پڑے گا کہ اس کے لیے کیا شواہد بیان ہوئے ہیں. پہلی بات تو یہ کہ ہمارے ہوتے ہوئے تو کبھی ایسا نہیں ہوا ابھی، لیکن اس کے جو شرائط ہے وہ میرا خیال ہے اتنے سخت ہے کہ پہلے تو وہ ممکن نہیں ہے. کیسے شرائط ہیں جس میں انہوں نے گواہوں کا ذکر کیا ہے، میں جہاں تک میرے علم میں آ رہے ہیں. باقی اس موضوع کو دیکھ کے جب تک دیکھ نہ لے پورے ڈیٹیل میں تو پھر اس میں تو کوئی اپنے الفاظ نہیں کہہ سکتا. لیکن اس کے شرائط اتنے ہیں کہ وہ شرائط پورے ہونا یا کرنا وہ ناممکن ایک طرح کی، تب سزا دی جا سکتی. نہیں جزاک اللہ. نہیں ویسے تو اگر ہم یہ دیکھیں کہ 295C کے حوالے سے بھی اس کی بھی شرائط اتنی کڑی ہے کہ پاکستان میں ابھی تک کسی انسان کو 295C کے قانون کے تحت پھانسی کا اوپر نہیں لٹکایا گیا، تو یقیناً اس کی بھی شرائط کافی کڑی ہوں گی. ٹرائل جو ہوگا وہ بڑا سخت قسم کا ہوگا، انویسٹیگیشن. لیکن میں کہتا ہوں کہ یہ سزا تو موجود ہے، جیسے 295C موجود ہے ایسے ہی رجم کی سزا اسلام کے اندر احادیث میں تو بالکل واضح طور کے اوپر، بلکہ ایک تو وہ روایت ہے ایک عورت کی جو حاملہ ہو گئی تھی رسول اللہ کے دور کے اندر، تو اس کو رجم کی سزا دی گئی. بعد میں رسول اللہ نے کہا کہ جیسی توبہ اس نے کی ایسی کسی اور نے نہیں کی. کوئی کسی صحابی نے غصہ کیا تھا. تو میں کہتا ہوں کہ یہ اگر فساد فی الارض کی کیٹیگری میں قرآن کے حوالے سے تو یہ دو چیزیں ہیں، لیکن یہ چیز بھی حدیث کے اندر موجود ہے اور صحیح حدیثوں میں موجود ہے. تو اس کا پھر کیا کریں گے؟ اس کو کس طرح کیٹیگری میں فساد فی الارض کی بات دیکھیے. یقیناً یہ فساد فی الارض میرے نزدیک کہ ایسی چیز ایسی رجم کی سزا جب سے یہ سانحہ تقسیم ہوا ہے اور اسلامی نظام قائم ہوا ہے، کوئی ایک سزا ملی ہے کسی کو رجم کی؟ جانی صاحب آپ نے وہی کام کیا جو کشمیری صاحب نے کیا. یعنی آپ پھر وہ آگے نا، یعنی یہ سانحہ کشمیر سے تو یہ مسئلے لینے ہیں ہم نے سانحہ پر، جی اس سے پہلے تو ہم نے نہیں لینے نا. ٹھیک ہو یہ مل گئے والا سین صاحب. جی جی یہ ہے روحانی خزائن کی چھٹی جلد ہے، 252 صفحہ. چھٹی جیل 252. جی ਅੱਜ ਅਸੀਂ ਸਾਡੀ ਸਾਹਿਬ ਤੁਹਾਨੂੰ ਮਨਾ ਕੇ ਹੀ ਆਉਣਾ. نہیں تسی اپنا ایزی ہو گے نا، چپس کھاؤ تو نال پیپسی پیو، اسی کرتے ہیں. ਉਹਦੇ ਲਈ ਇਲਮ ਹੋਣਾ ਜ਼ਰੂਰੀ ਹੈ ਨਾ. تاہی نے تو چپ کر کے بیٹھے ہوئے جے. ਇਲਮ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ. ਤੁਹਾਡੇ ਤੋਂ ਤਾਂ ਡੁੱਲ زانی ਰਿਹਾ کے ਨਾ. سنسار کرنے کے لیے قرآن کریم صاف حکم فرماتا ہے، اور پھر اگر جبری تعلیم ہوتی تو کون سنسار ہو سکتا تھا؟ یہ رجم سنسار نو کہندے نے. جی ہاں. یا چور کے ہاتھ کاٹنے جیسے کے ہم نے آپ لیے کو کافی جواب دے دیا. قرآن شریف پر جبر کا اعتراض نہیں ہو سکتا، اور نہ ہم جبریہ کہلا سکتے ہیں. آپ کو اب تک مسلمانوں کے عقیدہ کی بھی کچھ خبر نہیں. یہ بھی آپ نہیں جانتے جس حالت میں اللہ تعالیٰ چور کے ہاتھ کاٹنے کے لیے اور زانی کے سنسار کرنے کے لیے قرآن کریم میں صاف حکم فرماتا ہے، تو پھر اگر جبری تعلیم ہوتی تو کون سنسار ہو سکتا تھا؟ قرآن شریف میں نہ ایک نہ دو بلکہ 100 آیات انسان کے اختیار کی پائی جاتی ہیں. ਇਹਦੇ ਤੇ ਮੈਂ ਇਨਾਮ ਰੱਖਿਆ ਹੈ ਕਾਫੀ ਦੇਰ ਟਿਕਟੌਕ ਦੇ ਉੱਤੇ ਕਿ ਜਿਹੜਾ ਬੰਦਾ ਇਹ ਮਿਰਜ਼ਾ ਸਾਹਿਬ ਦੀ ਗੱਲ ਜਿਹੜੀ ਲਿਖੀ ਹੈ ਕੁਰਾਨ ਚ ਉਹ ਆਇਤ ਕੱਢ ਦੇਵੇ ਜਿਹਦੇ ਚ ਇਹ ਗੱਲ ਲਿਖੀ ਹੈ. یا ਚੋਰ ਦੇ ਹੱਥ ਕੱਟਣ ਦਾ ਤੇ ਲਿਖਿਆ ਹੈ, ਫਕਤ ਉਹ ہے جی ہم ਲੇਕਿਨ ਜ਼ਾਨੀ ਦੀ ਸੰਸਾਰ ਕਰਨ ਦੀ ਕਿਹੜੀ ਆਇਤ ਹੈ ਜੇ ਕੱਢ ਕੇ ਵਹਾ ਦਿਓ ਤੇ 1000 ਯੂਰੋ ਨਾਮ ਹੈ. ਬਾਬਾ ਇੱਥੇ ਪੋਸਟਰ ਲਾਈ ਰੱਖਿਆ. ماشاء اللہ ماشاء اللہ. میں کہ شاید تسی آیت دسن لگے ہو. حسین یہ حوالہ ذرا بتائیں گے تاکہ میں بھی اگر موقع ملے تو. یہ جنگ مقدس کتاب ہے اور جلد نمبر 6 ہے، تو اس کے صفحہ نمبر 252 پہ ہے.
اچھا جزاک اللہ جزاک اللہ۔ اس کے بارے میں سیدنا عمر رضی اللہ تعالیٰ عنہ کا ایک قول ہے، میرے خیال ہے بخاری میں یا مسلم میں ہے، بہرحال صحیحین میں سے کسی کتاب میں ہے، کہ ہم قرآن میں رضاعت کی اور رجم کی آیات پڑھا کرتے تھے، تلاوت کیا کرتے تھے۔ رجم کا حکم قرآن میں ہم پڑھا کرتے تھے۔ اس طرح کے الفاظ میں آپ کو ایگزیکٹ حدیث نکال کے دیتا ہوں۔ حسین صاحب، طارق چوہان صاحب کہہ رہے ہیں آیت محاربہ، جی تو طارق چوہان صاحب نے نیچے لکھا ہے آیت محاربہ، شاید وہ اشارہ کر رہے ہیں جس کا مرزا صاحب نے حوالہ دیا۔ نہیں، مرزا صاحب نے زانی کا لکھا ہے، محاربت کا نہیں لکھا، زانی کا لکھا۔ علامہ صاحب جو آپ بات کر رہے ہیں نا، وہ صحیح مسلم میں حضرت عمر کہہ رہے ہیں کہ رجم کی آیت رسول اللہ ہمیں یاد بھی کراتے تھے اور پڑھاتے بھی تھے، لیکن اب قرآن میں نہیں ہے۔ ہاں، کیونکہ وہ منسوخ ہو گئی تھی نا، اس کی تلاوت منسوخ ہو گئی تھی۔ جی شہری شاہ صاحب السلام علیکم۔ نہیں، یہ ایک عجیب بات ہم ملنے آئی ہے۔ پھر اگر تو آیت تلاوت منسوخ ہوگی تو اس کا مطلب حکم بھی منسوخ ہو گیا۔ نہیں، بعض نسخ جو ہے نا، نسخ بالتلاوت بھی ہے اور نسخ بالحکم بھی ہوتا ہے، نسخ بالاحکام بھی ہوتا ہے۔ کئی آیتوں کی تلاوت منسوخ ہوئی، کئیوں کی تلاوت موجود ہے اور اس کا حکم منسوخ ہو گیا۔ سونی بھائی، ایسی روایت موجود نہیں ہے یہ جو آپ نے ابھی لکھی ہے۔ یہ وہ جو روایت ہے وہ اس طرح کی نہیں ہے کہ رجم والی۔ کیا لکھا ٹونی صاحب نے؟ سونی بھائی نے لکھا نہیں، وہ رجم والی جو آپ کہہ رہے ہیں نا، رضاعت اور رجم کی آیتیں اس میں تھیں، وہ بکری کھا گئی تھی، تو اس کا یہ نہیں مطلب کہ وہ پھر ضائع ہو گئی تھی۔ صرف اتنا ضرور ہے کہ وہ جو کھجور کے پتوں پر لکھی ہوئی کچھ آیات تھی وہ بکری کھا گئی، وہ تو ایک واقعہ انہوں نے بیان کیا۔ اس کا مطلب تھوڑی ہے کہ وہ آیتیں ضائع ہو گئی۔ آیتیں تو لوگوں کے حفاظ کے سینے میں محفوظ تھی۔ خود نبی علیہ السلام بھی حافظ قرآن تھے اور آپ کے صحابہ بھی کئی حافظ ਤੇ ਉਹ ਆਇਤ ਹੈ ਨੇ ਕੁਰਾਨ ਸ਼ਰੀਫ ਵਿੱਚ؟ یہ منسوخ ہو گیا نا۔ ਨਹੀਂ, ਜਦੋਂ ਕਹਿੰਦੇ ਹੋ ਬੱਕਰੀ ਖਾ ਗਈ ਪੱਤਿਆਂ ਤੇ ਅਗਰ ਲਿਖੀਆਂ ਆਈਆਂ ਔਰ ਕੁਰਾਨ ਸ਼ਰੀਫ 'ਚ ਨਹੀਂ ਆਈਆਂ ہاں، ਤੇ ਫਿਰ ਕੁਰਾਨ ਸ਼ਰੀਫ 'ਚ ਨਹੀਂ ਆਈਆਂ ਅਸੀਂ ਕਹਾਂਗੇ ਮਨਸੂਖ ਤੇ ਨਹੀਂ ਕਹਾਂਗੇ। نہیں، جدوں منسوخ آیتاں نو جامع القرآن نے بعد وچ درج نہیں کیتا قرآن دے وچ کہ یہ آیتاں منسوخ ہو گئیں، جنہاں دا حکم منسوخ ہو گیا انہاں آیتاں نو وچ درج کیتا گیا ہے، جنہاں دی تلاوت منسوخ ہو گئی انہاں نو وچ درج نہیں کیتا انہاں نے۔ ਮਤਲਬ ਉਹ ਆਇਤ ਜਿਨ੍ਹਾਂ ਦੀ ਤਲਾਵਤ ਮਨਸੂਖ ਹੋ ਗਈ ਉਹਨਾਂ ਨੂੰ ਕੁਰਾਨ ਸ਼ਰੀਫ 'ਚ ਦਰਜ ਨਹੀਂ ਕੀਤਾ ਗਿਆ ہاں جی، ਔਰ ਉਹਨਾਂ ਨੂੰ ਤਲਫ ਕਰ ਦਿੱਤਾ ਗਿਆ۔ جی جی جی، تلف تو مراد یہ بھی کہ بھئی جے اگر وہ لکھی ہیں تختی تختی تو پھر تلف کتے، لیکن جے سینے 'چ محفوظ نے تو انہوں نے جدوں قرآن اکٹھا کر کے لکھیا گیا ہے تو انہوں نے شامل نہیں کیتا گیا انہوں نے۔ ਲੇਕਿਨ ਉਹ ਆਇਤਾਂ ਹੁਣ ਵੀ ਲੋਕਾਂ ਨੂੰ ਯਾਦ ਨਹੀਂ। نہیں ہوں تو کسی نے یاد صحابہ نو یاد سن، جہاں آیتاں منسوخ ہو گئی سن، جنہاں دی تلاوت ہی منسوخ ہو گئی سی، جنہاں دے حکم منسوخ ہو گئی یاد سن۔ ਅੱਛਾ اچھا، جنہاں نے پہلی باری گل سنی ہے نا وہ کہندے نے امن نزیر دیاں کہانیاں نے، انہاں نے بیچارے نے زندگی چ اگے یہو جی گل سنی نہیں ہے تو پھر انہاں واسطے۔ حسینی صاحب، میں کچھ گزارش کر سکتا ہوں؟ جی جی جی۔ ایک تو یہ بلال صاحب والی بات حدیث کی درست ہے، اس کو میں دیکھوں گا، تو جب تک بات سامنے نہ ہو تو اس کو وضاحت مشکل ہو جائے گی۔ لیکن جہاں تک اس کا تعلق ہے تو اس کا سورہ نساء میں اللہ تعالیٰ نے فرمایا اعوذ باللہ من الشیطان الرجیم وَمَن يَعْصِ اللَّهَ وَرَسُولَهُ وَيَتَعَدَّ حُدُودَهُ
युदखिलु नारन खालिदन फीहा वलहु अज़ाबुन मुहीन। या और जो अल्लाह और उसके रसूल की नाफरमानी करे और उसके तमाम हुदूद से गुजर जाए तो अल्लाह उसे आग में दाखिल करेगा जिसमें वो हमेशा रहेगा और उसके लिए रसवा कुन अज़ाब है। ठीक है ना। फिर इसी के साथ फिर वो औरत का जिक्र है जिस तरह बिलाल साहब ने तवज्जो दिलाई है, वल्लाती यअतीन अल-फाहिशत मिन निसाइकुम फस्तशहिदू अलैहिन्ना अर्बअतम मिनकुम फ़इन शहिदू फामसिकूहुन्ना फ़ी बुयूतिन हत्ता यतवफ़्फ़ाहुन्नल मौतु औ यजअलल्लाहु लहुन्ना सबीला। और तुम्हारी औरतों में से जो बदकारी कर लें उन पर अपनों में से 4 मर्दों की गवाही लो, फिर अगर वो गवाही दे दें तो उन औरतों को घर में बंद कर दो यहाँ तक कि मौत उनकी ज़िंदगी को पूरा कर दे या अल्लाह उनके लिए कोई रास्ता बना दे। और फिर इसके साथ आगे भी है कि वल्लज़ान यअतियानहा, 2 मर्द अगर हाँ इसके मुतकिब हों, फ़आज़ूहुमा फ़इन ताब वास्लहा फ़ारिज़ू अन्हुमा इन्नल्लाह कान तव्वाबर रहीमा। तो और तुम में से जो मर्द औरत ऐसा काम करें यानी दोनों, उनको तकलीफ पहुंचाओ, फिर अगर वो तौबा कर लें और अपनी इस्लाह कर ले तो उनका पीछा छोड़ दो, बेशक अल्लाह बड़ा तौबा करना कबूल करने वाला है, मेहरबान। या ठीक है, तो ये बस गुजारिश जज़ाकल्लाह। जज़ाकल्लाह बहुत आला। हाँ जी, शहरी शाह साहब, अस्सलाम वालेकुम। शहरी शाह साहब आप हैं? वालेकुम अस्सलाम। सर मैं थोड़ा बिजी हूँ बच्चों के साथ, मैं इंशाल्लाह आपको क्वेश्चंस हैं मेरे पास कुछ करूँगा कि आपको ज़रा मैं डिटेल से बात करूँ, थोड़ा टाइम दे दे, फिर मैं आपसे कांटेक्ट करता हूँ खुद ही। ठीक है, थैंक यू सर, थैंक यू। नो प्रॉब्लम। ये तो है। ਕੀ ਗੱਲ ਖਾਮੋਸ਼ੀ ਛਾ ਗਈ ਏ, ਮੁੱਕ ਗਈਆਂ ਨੇ ਗੱਲਾਂ? नहीं मेरा तो सवाल है, मतलब सारी ਇਹਦੇ ਤੋਂ ਇਹ ਪਤਾ ਚੱਲਿਆ ਕਿ ਤੋਬਾ ਦੇ ਦਰਵਾਜ਼ੇ ਹਰ ਟਾਈਮ ਖੁੱਲੇ ਨੇ। जी जी बिल्कुल, तुसी अपना कार्रवाई पानी है पा के ते आगे तौबा कर। अच्छा गल ये है सानी भाई जी जी, ਇਹ सवाल है कि अक्सर लोग सारे मुआसे जैसे भी पाए जो टोटली तो हदीस नु नहीं मानते हैं जी, ਜਿਹੜੇ ਮੈਂ ਕਿਹਾ ਐਸੇ ਲੋਕ ਮੌਜੂਦ ਨੇ ਜਿਹੜੇ ਹਦੀਸ ਨੂੰ ਬਿਲਕੁਲ ਬਕੁਲੀ ਤਰਕ ਕਰ ਜੀ ਜੀ, ਕੁਰਾਨ ਹੀ ਕੁਰਾਨ। ਜੀ ਬਿल्कुल। ਮੈਂ ਕਿਉਂਕਿ ਤੁਹਾਨੂੰ ਪਤਾ ਕਿਤਾਬ ਹੁਸੈਨ ਉਹਨਾਂ ਨੇ ਮੈਨੂੰ ਦਿੱਤੀ ਸੀਗੀ ਅਲੀ ਵਾਲਾ ਭਾਈ ਨੇ, ਮੁਕੱਦਮਾ ਇਬਨ ਸਲਾਹ। ਉਹਦੇ ਵਿੱਚ ਇੱਕ ਰਵਾਇਤ ਲਿਖੀ ਹੋਈ ਹੈ, ਉਹ ਰਵਾਇਤ ਮੈਂ ਪਹਿਲੀ ਦਫਾ ਪੜ੍ਹੀ ਸੀ ਤੇ ਮੈਨੂੰ ਵੀ ਬੜੀ ਉਹ ਯਾਨੀ ਲੱਗੀ ਕਿ ਹਾਂ ਯਾਰ ਕਿ ਜਿਹੜੇ ਲੋਕਾਂ ਦੇ ਥਰੂ ਅਸੀਂ ਕੁਰਾਨ ਨੂੰ ਮੰਨਦੇ ਹਾਂ ਔਰ ਮੰਨਦੇ ਹਾਂ ਕਿ ਇਹਦੀ ਹਿਫਾਜ਼ਤ ਹੁੰਦੀ ਰਹੀ ਹੈ ਹਰ ਦੌਰ ਦੇ ਵਿੱਚ, ਔਰ ਸਾਡੇ ਕੋਲ ਐਜ਼ ਇਟ ਇਜ਼ ਪਹੁੰਚਿਆ ਹੈ, ਇਹ ਰਿਵਾਇਤ ਵੀ ਤੇ ਉਹਨਾਂ ਲੋਕਾਂ ਦੇ ਥਰੂ ਸਾਡੇ ਕੋਲ ਪਹੁੰਚੀਆਂ ਨੇ ਔਰ ਉਹਨਾਂ ਲੋਕਾਂ ਨੇ ਫਿਰ ਅਸੂਲ ਬਣਾਏ ਨੇ, ਕਵਾਇਦ ਓ ਜ਼ਵਾਬਤ ਬਣਾਏ ਨੇ, ਤੇ ਇਹਨੂੰ ਅਸੀਂ ਕਿਸ ਤਰ੍ਹਾਂ ਉਹ ਨਹੀਂ ਮੰਨਦੇ ਜਾਂ ਜਿਹੜੇ ਇਨਕਾਰ ਕਰਦੇ ਨੇ ਉਹਨਾਂ ਦਾ ਕਿਸ ਤਰ੍ਹਾਂ ਕਰ ਦਿੰਦੇ ਨੇ, ਔਰ ਕੁਰਾਨ ਨੂੰ ਕਿਸ ਤਰ੍ਹਾਂ ਐਕਸੈਪਟ ਕਰ ਲੈਂਦੇ ਨੇ, ਹਾਲਾਂਕਿ ਸੋਰਸ ਤੇ ਇੱਕ ਹੀ ਹੈ ਜੀ। ਤੇ ਗੱਲ ਰੋਸ਼ਨੀ ਪਾਓ। ਗੱਲ ਇਹ ਹੈ ਕਿ ਕੁਰਾਨ ਕਰੀਮ ਦੇ ਮੁਤਲਕ ਇਹ ਰਵਾਇਤਾਂ ਕਿ ਮੁਖਤਲਿਫ ਕੁਰਾਨ ਸ਼ਰੀਫ ਹੋਵਣ 4-5, ਇੱਕ ਆਇਤ ਕੋਈ ਕਿਸੇ ਤਰ੍ਹਾਂ ਲਿਖੀ ਹੋਵੇ, ਕਿਸ ਤਰ੍ਹਾਂ ਲਿਖੀ ਹੋਵੇ, ਤੇ ਉਹ ਮੁਅਰਖੀਨ ਨੇ ਉਹਦੇ ਉੱਤੇ ਕਿਸੇ ਨੇ ਕਿਹਾ ਹੋਵੇ ਇਹਦੇ ਵਿੱਚ ਇਹ ਲਫ਼ਜ਼ ਹੈ ਨਹੀਂ ਹੈ, ਤੇ ਫਿਰ ਤੇ ਉਸ ਤਰ੍ਹਾਂ ਦੀ ਗੱਲ ਬਣ ਜਾਏਗੀ, ਉਹਦੇ ਮੁਖਤਲਿਫ ਤੁਰਕ ਹੋਵਣ ਜਿਸ ਤਰ੍ਹਾਂ ਹਦੀਸ ਆਉਂਦੇ ਨੇ। ਲੇਕਿਨ ਕੁਰਾਨ ਕਰੀਮ ਦੇ ਮੁਤਲਕ ਇਹ ਨਹੀਂ ਹੈ, ਉਹਦੀ ਜਿਤਨੀ ਇਬਾਰਤ ਹੈ
ਉਹਦੇ ਤੇ ਸਾਰੇ ਮੁਸਲਮਾਨਾਂ ਦਾ ਇਤਫਾਕ ਹੈ। ਬਾਵਜੂਦ ਬੇਸ਼ੁਮਾਰ ਇਖਤਲਾਫਾਤ ਹੋਣ ਦੇ ਕੁਰਾਨ ਕਰੀਮ ਦੇ ਮਤਨ ਦੇ ਉੱਤੇ ਇਤਫਾਕ ਹੈ। ਲੇਕਿਨ ਉਹਦੇ ਮੁਕਾਬਲੇ 'ਚ ਜਿਹੜਾ ਹਦੀਸਾਂ ਦੇ ਜਾਂ ਦੂਸਰੀਆਂ ਰਵਾਇਤਾਂ ਦੇ ਮਜ਼ਾਮੀਨ ਨੇ, ਉਹਦੇ 'ਚ ਕਿਤਾਬਾਂ ਦੇ ਅੰਦਰ ਹੀ ਇੱਕ ਦੂਸਰੇ ਦੇ ਖਿਲਾਫ ਵੀ ਗੱਲਾਂ ਪਾਈਆਂ ਜਾਂਦੀਆਂ ਨੇ, ਔਰ ਬਾਅਦ ਦਫਾ ਉਹ ਕੁਰਾਨ ਕਰੀਮ ਦੇ ਮਜ਼ਮੂਨ ਨਾਲ ਟਕਰਾ ਰਹੀਆਂ ਹੁੰਦੀਆਂ ਨੇ। ਅਤੇ ਕਿਸੇ ਇੱਕ ਨੂੰ ਤਾਂ ਸਟੈਂਡਰਡ ਮੰਨਣਾ ਪਏ, ਕੁਰਾਨ ਕਰੀਮ ਨੂੰ ਤਾਂ ਸਟੈਂਡਰਡ ਮੰਨਿਆ ਗਿਆ ਨਾ, ਅਤੇ ਉਹਦੇ ਸਾਹਮਣੇ ਪੇਸ਼ ਕਰਕੇ ਉਹਨੂੰ ਦੇਖਣਾ ਪਏਗਾ। ਇਹ ਅਸੂਲ ਠੀਕ ਹੈ, ਅੱਛੀ ਗੱਲ ਹੈ। ਕੁਰਾਨ ਕਰੀਮ ਨੂੰ ਅੱਲਾਹ ਤਾਲਾ ਦਾ ਕਲਾਮ ਮੰਨਿਆ ਗਿਆ ਨਾ, ਅਤੇ ਬੰਦੇ ਦਾ ਕਲਾਮ ਅਤੇ ਅੱਲਾਹ ਦੇ ਕਲਾਮ ਵਿੱਚ ਤਾਂ ਫਰਕ ਹੈ ਨਾ ਬਹੁਤ ਬੜਾ। ਜੀ ਜੀ, ਲੇਕਿਨ ਬਾਕੀ ਜਿਤਨੀਆਂ ਚੀਜ਼ਾਂ ਦੁਨੀਆ 'ਚ ਮੌਜੂਦ ਤਾਰੀਖੀ ਜਿਹੜੀਆਂ ਗੱਲਾਂ ਨੇ ਜਿਨ੍ਹਾਂ 'ਤੇ ਅਸੀਂ ਈਮਾਨ ਨਹੀਂ ਲਿਆਉਂਦੇ, ਫਿਰ ਵੀ ਅਸੀਂ ਉਹਦੇ ਤੋਂ ਫਾਇਦਾ ਉਠਾਉਂਦੇ ਹਾਂ, ਉਹਦਾ ਇਨਕਾਰ ਤਾਂ ਨਹੀਂ ਹੈ। ਜਿਤਨੀਆਂ ਤਾਰੀਖੀ ਗੱਲਾਂ ਨੇ, ਜਿੱਥੇ ਤੱਕ ਮਾਲੂਮ ਨੇ, ਜਿੱਥੇ ਤੱਕ ਮਾਲੂਮ ਹੋ ਸਕਦੀਆਂ ਨੇ, ਐਸੀਆਂ ਰਵਾਇਤਾਂ ਨੇ ਜਿਹਦੇ ਨਾਲ ਸਾਨੂੰ ਜ਼ਰੂਰੀ ਗੱਲਾਂ ਦਾ ਪਤਾ ਲੱਗਦਾ, ਅਤੇ ਉਹਦੇ 'ਤੇ ਵੀ ਅਸੀਂ ਇਤਬਾਰ ਤੇ ਕਰਨੇ ਹਾਂ, ਉਹਦਾ ਬਿਲਕੁਲ ਇਨਕਾਰ ਤਾਂ ਨਹੀਂ ਹੋ ਸਕਦਾ। ਇੱਕ ਉਹ ਅਹਿਲੇ ਕੁਰਾਨ ਨੇ ਜਿਹੜੇ ਕੁੱਲੀਅਤਨ ਕਿਸੇ ਵੀ ਹਦੀਸ ਨੂੰ ਨਹੀਂ ਮੰਨਦੇ, ਕਿਸੇ ਵੀ ਰਵਾਇਤ ਨੂੰ ਨਹੀਂ ਮੰਨਦੇ। ਈਵਨ ਕੁਰਾਨ ਸ਼ਰੀਫ ਦੇ ਮੁਤਲਕ ਵੀ ਉਹ ਇਸ ਤਾਰੀਖ ਨੂੰ ਵੀ ਨਹੀਂ ਮੰਨਦੇ ਕਿ ਕੁਰਾਨ ਕਰੀਮ ਕਦੋਂ ਨਾਜ਼ਲ ਹੋਇਆ ਅਤੇ ਕਿੱਥੇ ਨਾਜ਼ਲ ਹੋਇਆ। ਉਹਦੀ ਪਲੇਸਮੈਂਟ ਦੇ ਉੱਤੇ ਵੀ ਝਗੜਾ ਹੁੰਦਾ ਹੈ ਕਿ ਸ਼ਾਇਦ ਬਾਅਦ ਦਫਾ ਉਹ ਕਹਿੰਦੇ ਨੇ ਕਿ ਇਹ ਅਸਲ 'ਚ ਮੂਸਾ ਅਲੈਹਿ ਸਲਾਮ 'ਤੇ ਉਤਰਿਆ। ਅਤੇ ਇੱਕ ਤਾਂ ਇਹ ਸੂਰਤ ਹੈ ਨਾ, ਉਹ ਤਾਂ ਅੱਛਾ ਖਾਸਾ ਹਨੇਰ ਹੈ ਉਹਦੇ 'ਚ, ਅਤੇ ਉਹਦੇ ਤੋਂ ਫਿਰ ਕੋਈ ਮਤਲਬ ਕੱਢਣਾ ਖਾਸਾ ਮੁਸ਼ਕਿਲ ਹੋ ਜਾਂਦਾ ਹੈ। ਲੇਕਿਨ ਜਿੱਥੇ ਤੱਕ ਇਹ ਤਾਲੁਕ ਹੈ ਕਿ ਜਿਹੜੀਆਂ ਬਹੁਤ ਜ਼ਰੂਰੀ ਮਸ਼ਹੂਰ ਰਵਾਇਤ ਨੇ ਉਹਨਾਂ ਨੂੰ ਅਸੀਂ ਮੰਨਦੇ ਹਾਂ। ਮਸਲਨ ਮੱਕਾ ਦਾ ਸ਼ਹਿਰ ਇੱਥੇ ਹੀ ਹੈ, ਮਦੀਨਾ ਦਾ ਸ਼ਹਿਰ ਇੱਥੇ ਹੀ ਹੈ, ਉਹ ਇਹਨਾਂ ਦੇ ਦਰਮਿਆਨ ਹੈ ਫਾਸਲਾ ਹੈ, ਕੌਮਾਂ ਆਬਾਦ ਹੋਈਆਂ ਹੈ, ਖਾਨਦਾਨ ਆਬਾਦ ਹੈ, ਉਹਨਾਂ ਦੇ ਰਸਮ ਰਿਵਾਜ ਹੈ। ਉਹਦੇ ਤਨਾਜ਼ਰ ਵਿੱਚ ਫਿਰ ਅਸੀਂ ਉਹਦੀ ਜਦੋਂ ਸਟੱਡੀ ਕਰਨੇ ਹਾਂ ਅਤੇ ਸਾਨੂੰ ਉੱਥੋਂ ਵੀ ਮਦਦ ਮਿਲਦੀ ਹੈ ਗੱਲਾਂ ਨੂੰ ਸਮਝਣ ਵਾਸਤੇ। ਲੇਕਿਨ ਅਗਰ ਉਸ ਸਾਰੇ ਮਾਹੌਲ ਨੂੰ ਹਟਾ ਦਿੱਤਾ ਜਾਏ ਕਿ ਅਸੀਂ ਕੋਈ ਚੀਜ਼ ਹੋਰ ਮੰਨਦੇ ਹੀ ਨਹੀਂ ਸਿਵਾਏ ਕੁਰਾਨ ਸ਼ਰੀਫ ਦੇ ਲਫ਼ਜ਼ਾਂ ਦੇ, ਅਤੇ ਫਿਰ ਉਹਦੇ 'ਚ ਮਸਾਇਲ ਪੈਦਾ ਹੋ ਜਾਂਦੇ ਨੇ। ਲੇਕਿਨ ਇਹ ਹੈ ਕਿ ਕੁਰਾਨ ਕਰੀਮ ਦੇ ਉੱਤੇ ਦੂਸਰੀਆਂ ਰਵਾਇਤ ਨੂੰ ਨਾਫਜ਼ ਕੀਤਾ ਜਾਏ, ਕਿ ਕੁਰਾਨ ਸ਼ਰੀਫ ਨੂੰ ਛੱਡ ਦਿੱਤਾ ਜਾਏ ਔਰ ਉਹਦੇ ਮੁਕਾਬਲੇ 'ਚ ਦੂਸਰੀਆਂ ਰਵਾਇਤ ਨੂੰ ਸਬਕਤ ਦਿੱਤੀ ਜਾਏ, ਉਹ ਫਿਰ ਕੁਰਾਨ ਸ਼ਰੀਫ ਦੀ ਬੇਅਦਬੀ ਹੈ। ਨਹੀਂ, ਇਹਦੇ 'ਚ ਸ਼ੱਕ ਹੀ ਕੋਈ ਨਹੀਂ ਹੈ। ਹਾਂਜੀ ਕਿ अच्छा, एक अगर ऐसे ना सवाल नहीं करना तो एक सवाल मैं और कर लो। जी जी, अच्छा चलें, मैं एक बात करना नहीं अबू जमान भाई आप जज़ाकल्लाह। सैनी साहब जी जी, मेरी नज़र थोड़ी सी कमज़ोर है जी, नीचे कमेंट चाहिए तो ज़रा पढ़ लें, मैं मतलब नहीं समझ पा रहा हूँ, मेरे ग्लासेस मेरे पास रीडिंग वाली है नहीं। कौन सा कमेंट है? इत्तेहाद बैनुल काफिरीन की तरफ से मुतारफ कराया गया फसाद की अलामत एक मकरूह कानून है जिसका कुरान आगे फिर मिटा हुआ है। इसकी बात कह रहे हैं, या पिंड में भी बंदे रहते हैं, हमने फ्रांस में रहना है, ये हैं ज्यादा वाज़े। उसके बाद तो फिर आगे अस्सलाम वालेकुम यही है रहमतुल्लाह है, इसी की तरफ इशारा था। हैं जी? मैंने कहा वो जो आपने पढ़ दी है ना पहले, हाँ हाँ, वही उसी की बात करना है। अच्छा सफिया बाजी भी आ गई हैं जी जी, अस्सलाम वालेकुम। वालेकुम सलाम रहमतुल्लाह। क्या हाल है, तबीयत कैसी है? अल्लाह का शुक्र है, आप सबकी दुआ माशाल्लाह, है। तशरीफ लाएं। अच्छा वो आपकी बात हुसैनी भाई ये किसी कदर दिल को लगती है ये या बात आपकी, लेकिन मैं ये सोच रहा था कि ऐसी कुछ चीजें, ऐसे जी कुछ मसाइल जी जो एक आम आदमी डायरेक्ट कुरान से अखज़ नहीं कर सकता, या ऐसी कुछ चीजें जो हमें कुरान से एक आम पढ़ने वाले को उस तरह नहीं मिलती, या और हम फिर अपने अकाबरीन या सल्फ सालिहीन जैसे हम कहते हैं या मुहद्दिसीन के ऊपर एतबार करके हदीस के ऊपर
ہم ان چیزوں کو دیتے ہیں جیسے یہ وضو کا طریقہ ہو گیا، غسل کا طریقہ ہو گیا، نماز کا کچھ طریقہ یا 5 وقتہ نماز یا تو اس کا 5 وقت نماز ان قرآن ان باتوں کا تعلق جو عبادات سے متعلق ہیں، جن کا اصل الاصول قرآن کریم میں بیان ہوا ہے، اس کو نبی کریم صلی اللہ علیہ وسلم نے اپنی سنت سے واضح کر دیا ہے۔ اس کے لیے حدیثوں کی یا دوسرے بزرگوں کی ضرورت نہیں ہے۔ نہیں حسین بھائی، میں وہی کہہ رہا تھا، ہاں جی، میں وہی کہہ رہا تھا ہاں کہ ہم پھر سورس رسول اللہ صلی اللہ علیہ وآلہ وسلم جو ہیں وہ ظاہری بات ہے کہ آج کے دور میں ہمارے ساتھ یہاں پہ موجود نہیں ہے۔ ہاں، لیکن آپ کی سنت تو تواتر کے ساتھ آ رہی ہے نا۔ ہاں جی، میں وہی کہہ رہا تھا، یہی میرا پوائنٹ تھا کہ یہ وہی سورس ہے۔ سنت جو ہے وہ ایک تصویری شکل ہے جو نبی کریم صلی اللہ علیہ وسلم کو کرتے ہوئے آپ کے صحابہ نے دیکھا، اور پھر بعد میں آنے والوں نے اسی کو نقل کرتے چلے گئے، اور وہ طریقہ کار خاندانوں میں ہوتا ہوتا ہم تک پہنچ گیا ہے۔ اور رسول اللہ نے وصیت بھی یہی فرمائی تھی کہ میں تمہارے درمیان قرآن اور سنت کو چھوڑتا ہوں۔ تو یہ 2 چیزیں ہی اسلام ہیں، باقی جتنی چیزوں سے کوئی فائدہ مل سکتا ہے وہ لے لیں۔ لیکن ایک بات، مقلد اور غیر مقلد والی اصطلاح مجھے بہت پسند ہے۔ میں اس میں غیر مقلد والی اصطلاح کو بہت پسند ہے مجھے، وہ مقلد والی نہیں۔ یہ جو بلال صاحب کا سوال ہے نا، بڑا اچھا سوال ہے۔ مطلب یہ جو علم ہم تک پہنچے ہیں حدیث کے اس میں صورت میں، جی یہ بھی ان کی مہربانی ہے۔ جیسے ہم کہتے ہیں سنت تواتر سے ہم تک پہنچا علم۔ میں کہتا ہوں یہ جو درمیان کے اندر جو فاصلہ ہے، یہ جو سورس ہے ہمارا، یہ سورس تو وہی ہے، یعنی انہی لوگوں کا سورس ہے جو آگے پھر انہوں نے حدیث کو پھیلایا، حدیث کا علم پھیلایا یا مختلف مسائل۔ تو میں اپنے شوق کے لیے پوچھ رہا ہوں، اس میں کوئی نہیں ٹھیک ہے، آپ کا سوال بالکل صحیح ہے۔ ہر انسان کے دماغ میں یہ بات آ سکتی ہے، اور یہ انہوں نے بڑا کام کیا، بڑی محنت کی ہے محدثین نے۔ یہ ایسا بھی نہیں ہے کہ انہوں نے بات یہ ہے کہ بڑا آسان سا ہے، انسان اگر کسی چیز کو آسان بنائے، مشکل نہ بنائے۔ ایک تو جیسے حسینی صاحب نے فرمایا کہ جو سنت ہے یہ تو لاکھوں لوگوں نے دیکھا ہے نا، لاکھوں مسلمانوں نے دیکھا ہے، وہ کرتے آ رہے ہیں اور ہم تک پہنچے۔ مطلب ہمارے جو بزرگ تھے، جن کو جو پڑھے لکھے نہیں تھے، وہ بھی نمازیں پڑھتے تھے، اور ان کو دیکھ کے اور سارا کچھ انہوں نے کبھی، میرا خیال یہ بھی نہیں کسی کو کہا ہوگا کہ حدیث میں دکھا دیں۔ تو لیکن جو حدیث ہے اس کی بھی اہمیت ہے۔ میں 1 سیکنڈ میں بتاتا ہوں۔ جی بالکل ٹھیک ہے۔ یہ عامر نذیر صاحب نے جو کہانی شریف بتائی تھی کہ آیات منسوخ ہو گئی، کچھ کی تلاوت منسوخ ہو گئی، حضرت مسیح موعود علیہ السلام نے تو کیٹیگوریکلی اس کے متعلق بتایا ہے کہ قرآن کی کوئی بھی آیت منسوخ نہیں ہے اور نہ ہو سکتی ہے، کیونکہ اگر ایک بھی آیت اس کی منسوخ قرار دی جائے گی تو باقی تمام آیات کے متعلق شک پڑ سکتا ہے۔ اس لیے قرآن خدا کا تعالیٰ کا کلام ہے، اس کی کوئی آیت منسوخ نہیں، نہ پہلے تھی نہ کبھی ہو سکتی ہے۔ اس کی تمام آیات شروع سے ہیں اور ویسے ہی ہیں اور رہیں گی۔ نہیں تو اگر آپ اس طارق بھائی، اگر 95 مجھے اجازت ہے؟ جی بسم اللہ۔ اگر آپ اس چیز کو لیں گے طارق چوہان صاحب، تو پھر ہمیں ایک براڈر پکچر پہ اس کو دیکھنا پڑے گا کہ چلو یہ تو قرآن پاک ہے، الحمدللہ ہمارا اس پہ ایمان ہے، لیکن اس سے پہلے بھی تو پورا کلام ہے خدا تعالیٰ کا، انجیل ہے، تورات ہے، زبور ہے، دیگر انبیاء کے صحائف ہیں، صحیفے کی جمع غالباً صحیفے ہوگا، تو ان میں بھی تو یعنی چلو اس میں تو یہ نا کہ اللہ تعالیٰ نے کہ حکم کو ایک وقت خاص مقرر وقت تک رکھا، پھر اس کو تبدیل اللہ تعالیٰ نے کوئی مزید حکم دے دیا، لیکن وہاں پہ تو پورا کلام جو ہے وہ اس میں رد و بدل ہوا ہے۔ اس کے بارے میں طارق صاحب کیا خیال ہے؟ وہ بھی تو خدا کا کلام ہے۔ اس کا اس سے کیا ہے؟ قرآن کے متعلق ہم بات کر رہے ہیں، قرآن کی کوئی آیت منسوخ خدا کے کلام کی بات کر رہے ہیں، نہیں، ہم قرآن کی بات کر رہے ہیں۔ نہیں، خدا کا کلام جو اس سے پہلے گزر چکا تھا اس کی حفاظت کا ذمہ اللہ تعالیٰ نے نہیں لیا، لیکن قرآن کی حفاظت کا ذمہ لیا ہے،
اس وقت یہ تک تو جب قرآن کے قرآن اندر نہیں نہیں دیکھیں، جب آپ سوال کریں گے طارق صاحب، جب آپ بات کریں گے تو اصول جو ہے وہ اس کو ہم چینج تو نہیں کر سکتے. بھئی جب آپ اصول کہیں ہم قرآن خدا کا کا بتا رہے کلام ہیں. اگر چینج، آپ پہلے بتائیں جی وہ زبور میں یہ لکھا ہوا تھا، وہ تو ہمارے پاس موجود نہیں ہے. لیکن قرآن کے متعلق تو اللہ تعالیٰ نے فرما دیا اِنَّا نَحْنُ نَزَّلْنَا الذِّکْرَ وَإِنَّا لَهُ لَحَافِظُونَ. کوئی تورات میں ایسی کوئی آیت ہے یا یعنی زبور یہ میں جو ایسی کوئی بات آیت ہے؟ ہے. کوئی ایسی نہیں آیت میں نہیں. ٹھیک ہے، تو ٹھیک قرآن ہے، کی آپ نے آیت جو ہے، قرآن کی حفاظت کا ذمہ اللہ تعالیٰ نے لیا ہے، اور قرآن کی ہر ایک آیت جو ہے وہ ویلڈ ہے، قیامت تک ویلڈ رہے گی، اور اس کی کوئی بھی آیت منسوخ نہیں ہو سکتی، ٹھیک ہے. کیونکہ یہ قرآن کے اوپر ایک بہت بڑی تہمت لگائی جائے گی اگر کوئی یہ کہے فلاں آیت منسوخ ہو گئی، فلاں آیت منسوخ ہو گئی. وہ لوگوں اچھا، کو جب سمجھ نہیں تو آتی تو وہ یہ یہ جو بات کہہ دیتے قرآن کے اندر طارق بھائی جو یہ چیز آئی ہے کہ عیسیٰ علیہ السلام نے جب کہا کہ بعض چیزیں جو تم پر حرام تھی ان کو حلال کرنے آیا ہوں، تو یہ اس دور کی بات ہو رہی ہے جب ہیں. قرآن، جب تورات کے اندر یا وہ تبدیلی نہیں ہوئی تھی اس طرح، غالباً مجھے نہیں ایک اپنا گمان، ایک منٹ میں سن لیں. اس دور میں تو کم از کم وہ کتابیں محفوظ تھیں، تو پھر یہ اس دور کے اندر حلال کو حرام جو کیا ہے اللہ تعالیٰ، حرام کو حلال جو کیا خدا تعالیٰ نے، کیا یہ جو پہلے حرام کی گئی تھی چیزیں ان کو حلال کیا، تو یہ کیا اس کو آپ کیا کیسے لیں گے؟ اس کو کا آپ صرف اتنا منسوخ نہیں لیں مطلب گے؟ ہے کہ اللہ تعالیٰ کی طرف سے تو حلال تھیں، لیکن لوگوں نے خود حرام کر لیا اپنے اوپر. تو ان باتوں کا ذکر ہے. یہ نہیں ہے کہ اللہ تعالیٰ نے پہلے حرام کی تھی تو حضرت عیسیٰ نے حلال کر دی. حضرت عیسیٰ تو خود کہہ رہے ہیں میں شوشہ بھی نہیں بدلنے آیا، تو انہوں نے کیسے ہو سکتا تھا کہ پہلے حرام چیزوں کو وہ حلال کر دیتے آ کے؟ نہ وہ نئی شریعت لے کے آئے، وہ تو ایک مجدد تھے، تجدید کرنے آئے تھے. تجدید کا مطلب یہ ہوتا ہے کہ وہ دین کا حصہ جس میں فساد برپا ہو گیا ہے، جو بھلا دیا گیا ہے، اس کو یاد دلایا جائے اور دین کو نئے سرے سے تازہ بتازہ کر دیا جائے. تو اس سے یہی مراد ہے کہ نہیں وہ باتیں جو غلط عقائد جن کے متعلق کہہ دیا گیا تھا کہ فلاں چیز حرام ہے، حالانکہ اللہ تعالیٰ نے حرام نہیں تھی کی، نہیں، اس سے یہی مراد ہے. یہ جو آپ فہم لے رہے ہیں اس کی کوئی دلیل بھی تو ہو نا آپ کے پاس، اس کی کوئی دلیل بھی تو ہو کہ یہ دلیل ہے جی یہ انہوں نے خود اپنے آپ، یہ اللہ تعالیٰ بات نہیں کر رہا، حالانکہ اللہ تعالیٰ تو جو کوئی انسان اگر تبدیلی کرتا ہے تو خدا تعالیٰ اس کے بارے میں تو یہ بات نہیں کرے گا نا کہ یہ تم پہ حرام انہوں نے کر دی تھی تو میں حلال کروں. وہ تو خدا نے آلریڈی حلال کی ہوئی تھی. اس کی دلیل یہ ہے کہ حضرت عیسیٰ علیہ السلام کوئی تشریعی نبی نہیں تھے، نہ کوئی شریعت لے کے آئے. وہ تو حضرت موسیٰ علیہ السلام کی امت کے ہی نبی تھے، تو اس لیے انہوں نے کوئی نئی شریعت لے کے نہیں تھی آنی. اور کیسے ہو سکتا ہے کہ قرآن کی چیزوں کو وہ حلال کر دیتے؟ دیکھیں مرزا صاحب نے کہ اگر کتب کے اوپر بھی جائے تو انہوں نے جو جنگ کے حال احوال بیان کیے ہیں یہود کے دور میں اور عیسیٰ علیہ السلام کے حوالے سے، انہوں نے خود اس چیز کو مانا ہے کہ ان کے دور میں یہ معاملہ تھا، بچے بھی نہیں چھوڑے جاتے تھے غلام. یہ میں مفہوم بات کروں. اور عیسیٰ علیہ السلام جو کہ جمالی صورت میں آئے ہیں تو انہوں نے پھر اس چیز کو ذرا نرم کر دیا اور کہا کہ اگر کوئی مطلب بڑا صبر و استقامت کا مظاہرہ کیا، تو یہ بات انہوں نے خود کی ہے. نہیں، یہ مطلب نہیں. آپ دیکھیں نا، آپ نے خود ہی اپنی ایک سمجھ بنائی تھی. مقصد صرف ہوتا ہے کہ یہودیوں نے وہ سخت جو تعلیم تھی وہ تو یاد رکھی، جو نرمی والی تعلیم تھی وہ بلا دی. تو اس وجہ سے حضرت عیسیٰ علیہ السلام نے تورات کی نرمی والی تعلیم کو آ کے بیان کیا تاکہ جو حصہ وہ بھلا چکے ہیں ان کو یاد دلایا جائے. اس سے صرف یہ مراد، یہ نہیں کہ تورات میں یہ چیزیں موجود نہیں تھی تو انہوں نے آ کے بتائیں. وہ جو سخت تعلیم تھی وہ تھی تو اصل نا، اس کو تو نہیں مانتے نا کہ اس میں رد و بدل تھی. تو انہوں نے آ کے منسوخ تو نہیں نا کی اس کو، لیکن انہوں نے کہا ہے کہ جو نرمی والا حصہ ہے اس کو تم لوگ بھلا چکے ہو. اس چیز کو انہوں نے انٹروڈیوس کیا دوبارہ. یعنی وہی چیزیں جو تھی جیسے جنگ کے بارے میں انہوں نے بات کیا تو وہ چیزیں عیسیٰ علیہ السلام کے دور میں بھی تھیں. نہیں، تورات اسی طرح تھی، اور تورات کے جو حالات تھے وہ اسی طریقے سے تھے. اگر ویسے حالات ہوتے تو ویسے ہی تھا. حضرت عیسیٰ نے تورات کو تبدیلی میں صرف تجدید کرنی تھی، اور تجدید نیا دین نہیں لاتی بلکہ بھلائے ہوئے دین کو دوبارہ لاتی. گزارش یہ میں کرنا چاہ رہا تھا کہ خیر میں تو یہ جو مجدد والا لفظ انہوں نے استعمال کیا عیسیٰ علیہ السلام کے لیے، اس سے میں اتفاق نہیں کرتا ادب کے ساتھ. جی میں بھی ادب کے ساتھ اتفاق نہیں کرتا آپ کے خیال سے. جی بہت شکریہ. بہت بہت شکریہ. اس کی وجہ یہ ہے کہ جو قرآن بیان کر رہا ہے وہ یہ بیان کر رہے ہیں کہ
عیسیٰ علیہ السلام کو جو ہے نا اللہ نے کتاب دی ہے اور ہدایت دی ہے. میں ایک آیت پڑھ لیتا ہوں، اور چونکہ وہ انبیاء کے لسٹ میں بیان ہوا ہے. اعوذ باللہ من الشیطان الرجیم. وَقَفَّيْنَا عَلَىٰ آثَارِهِمْ عِیسیٰ ابْنَ مَرْیَم مُصَدِّقًا لِمَا بَیْنَ یَدَیْہِ مِنَ التَّوْرَاۃِ وَآتَیْنَاهُ الْإِنجِیلَ فِیہِ هُدًى وَنُورًا وَمُصَدِّقًا لِمَا بَیْنَ یَدَیْہِ مِنَ التَّوْرَاۃِ وَهُدًى وَمَوْعِظَةً لِلْمُتَّقِینَ وَلْيَحْکُمْ أَہْلُ الْإِنجِیلِ بِمَا أَنزَلَ اللَّهُ فِیہ. تو اس لیے یہ بات کہنا کہ جو مجدد تھے، نہیں تو انجیل تو کوئی شریعت نہیں ہے نا. انجیل تو وہی باتیں ہیں جو حضرت عیسیٰ علیہ السلام نے باتیں بتائیں. انجیل انہی باتوں پہ ہے. کوئی انجیل میں کوئی نئی انہوں نے وحی و الہام سے یہ نہیں بتایا کہ یہ مجھے نئی شریعت کیوں نازل ہو گئی. انجیل کیا چیز ہے؟ اب آپ انجیل پڑھیں تو اس میں وہی باتیں بتائی ہیں. وہاں وہ گئے انہوں نے یہ کہا، وہاں گئے یہ کہا، یہ انجیل ہے. تو یہ کوئی شریعت تو نہیں ہے نا، یہ ان کی باتیں ہیں. وہ ایک مجدد کی حیثیت سے انہوں نے کی ہے، اور خاتم الخلفاء تھے. وہ خلفاء کا جو سلسلہ تھا حضرت موسیٰ علیہ السلام کے بعد وہ حضرت موسیٰ علیہ السلام پر ختم ہو گیا. بتا رہے ہیں کیا یہ باتیں جو آپ بتا رہے ہیں یہ کہاں لکھی ہیں؟ یہ مسیح موت کی باتیں نہیں بتا رہا ہوں. نہیں، ہم مسیح موت کی بات نہیں کر رہے نا، ہم تو قرآن کی عیسیٰ ابن مریم کی بات کر رہے ہیں. مجھے سمجھ جزاک اللہ. چلیں بہرحال نہیں، آپ کے مطابق چوہان صاحب شریعت کیا ہوتی ہے؟ مطلب شریعت میں ایسا کیا ہونا چاہیے جس سے ہمیں پتہ چلے کہ یہ شریعت ہے اور یہ جو ہے وہ شریعت نہیں ہے، اس کی ایڈیشن. شریعت وہ ہوتی ہے جو اللہ تعالیٰ اپنی وحی اور الہام سے نازل کرتا ہے دین اپنی اس امت کی ہدایت کے لیے جس کی طرف نبی بھیجا جاتا ہے. صحیح. اور تو کیا حضرت عیسیٰ کی طرف ایسا کچھ نہیں ہوا؟ نہیں، حضرت عیسیٰ تو کوئی نئی شریعت نہیں لے کے آئے. نہیں، ایسا جو وحی اور الہام ہوا حضرت عیسیٰ کو. ہاں، وہی الہام تو ہوتا رہتا ہے، وہ عام انسانوں کو بھی ہوتا ہے، لیکن وہی الہام ہم عام انسان کی بات نہیں کر رہے. دیکھیں وہ اسپیسیفکلی ان کو جو ہے وہ اللہ کا رسول اور نہیں، ان کو کوئی شریعت والا کوئی ایسا الہام نہیں ہوا جس میں اس کو شریعت قرار دیا جائے. جیسے ہم مانتے ہیں کہ حضرت محمد صلی اللہ علیہ وسلم پر موسلا دھار بارش کی طرح الہامات ہوئے جو قرآن کے الہامات سے علیحدہ تھے، لیکن قرآن ایک خاص قسم کی وحی ہے جو جس نے قیامت تک کے لیے شریعت ہونا تھا. لیکن حضرت محمد صلی اللہ علیہ وسلم کو جو الہامات اس کے علاوہ ہوئے تھے وہ شریعت کا حصہ نہیں ہے. صاحب آپ کی بات صرف محض ایک بات ہے. بس ہماری بات تو یہی کہ ہمیں مسیح موت کی بات ہم کرتے ہیں. نہیں، آپ کی بات جو ہے اس کا ثبوت کیا ہے کہ ان پر جو ہے وہ موصلہ دار الہامات ہوئے؟ حضرت محمد حضرت مسیح علیہ السلام نے فرمایا ہے کہ ان کے اوپر الہامات قرآن کی وحی سے علیحدہ ہوتے تھے. دیکھیں ان کا فرمانا کوئی دلیل نہیں ہے، تو ہماری تو وہی دلیل ہے اس کے علاوہ، کیونکہ مطلب انہوں نے جو حضرت مسیح علیہ السلام نے فرمایا میں قرآن سکھانے آیا ہوں، اور مسیح موت کو چھوڑ کے جو قرآن لے کے جاتا ہے اس کا قرآن جو ہے وہ یذل بہ من یشاء والا قرآن ہے. یعنی قرآن آپ پڑھیں مسیح موت کو چھوڑ کے مسئلہ نہیں. مرزا صاحب نے شریعت کی کیا ڈیفینیشن بیان کی ہے؟ نہیں، شریعت وہ ہوتی ہے جو خدا تعالیٰ کی طرف سے ایک قانون کے طور پر امت کے لیے دی جاتی ہے. یہ کہاں مرزا صاحب ذریعہ وہی ہوتی ہے؟ کہاں مرزا صاحب نے یہ بات کی؟ مختلف جگہ انہوں نے یہی بیان کی ہے. مثلاً کوئی حوالہ دے ہیں ایک ذرا. ہاں ٹھیک ہے، اس وقت تو نہیں، میں ابھی نکال کے دے دوں گا آپ کو. میں آپ کو بتاتا ہوں کہ مرزا صاحب نے لکھا ہے کہ جو بھی شخص چاند اوامر اور نہیں بیان کر دے اپنی وحی کے ساتھ وہی صاحب شریعت ہوتا ہے. کیا عیسیٰ علیہ السلام نے کچھ اوامر اور نہیں بیان کیے تھے؟ نہیں، یہ بات انہوں نے جس کانٹیکس میں کی ہے نا وہ بالکل اور کانٹیکس ہے. یہ وہاں پہ وہ تجدید کی بات کر رہے ہیں کہ جو دین کی تجدید کرنے آتا ہے وہ بھی وہی سے اوامر اور نہیں بیان کرتا ہے، لیکن وہ اس کی شریعت جو ہے وہ تجدید ہوتی ہے. یعنی وہ دین سے پہلے سے موجود ہے، اس کی تجدید کے لیے وہ وحی ہوتی ہے. اس کو ہم شریعت نہیں کہہ سکتے. مثلا مرزا صاحب کے اوپر جو وحی ہوئی ہے اس کو ہم شریعت نہیں کہہ سکتے، حالانکہ ان کو بارش کی طرح وحی ہوئی ہے، لیکن وہ شریعت نہیں ہے. شریعت وہی ہے جو قرآن کے صورت میں قلب متاخر حضرت محمد صلی اللہ علیہ وسلم پہ اترا، وہ ہے. میں یہ کہہ رہا ہوں کہ ابھی جو سوال آپ سے کیا جا رہا تھا کہ عیسیٰ علیہ السلام پر جو وحی نازل ہوئی وہ شریعت کیوں نہیں ہے،
اس کا جواب جو آپ نے دیا، میں نے تو صرف یہ سنا، پہلے میں بزی تھا، میں نے آپ کی بات نہیں سنی. میں یہ کہہ رہا ہوں کہ صاحب شریعت ہونے کے لیے مرزا صاحب نے ایک اصول بیان کیا ہے، اور وہ یہ ہے کہ بذریعہ وہی چند اوامر بیان کر دے، چند منکرات بیان کر دے، نہیں بیان کر دے، تو وہی صاحب شریعت ہوتا ہے. نہیں یہ نہیں انہوں نے کہا. اگر ہم وہ پڑھ لیتے ہیں پھر تو ساری آپ کو سمجھ آ جائے گی. ہاں آپ پڑھیں. نے صرف ایک جملہ لیا نا اس میں، یہ بیان نہیں کرکس اس کا یہی ہے، کرکس اس کا یہی ہے، کیونکہ میں آپ کو بتاتا ہوں، میں آپ کو زبانی بتاتا ہوں، آپ کھول لیں 40. انہوں نے الزام یہ لگایا تھا کہ 23 سالہ دور بندے کا وہی بیان کرنے کا، اور وہ بندہ نہ مرے نہ قتل ہو تو وہ سچا ہوتا ہے. کہتے ہیں کہ میرے مخالف کہتے ہیں کہ یہ شرط صرف صاحب شریعت کے لیے ہے. 23 سالہ وہی شریعت والی بیان کرے، اس کے بعد وہ اگر قتل نہ ہو تو وہ سچا ہے. تو اس کے جواب میں انہوں نے کہا کہ پہلے یہ تو سمجھو کہ شریعت ہوتی کیا چیز ہے. جس نے بھی چاند اوامر اور نہیں بیان کر دیے اپنی وحی کے ساتھ، وہی صاحب شریعت ہو گیا. تو مرزا صاحب صاحب شریعت ہو گئے؟ نہیں، مرزا صاحب نے آگے ایک بات اور بھی کی ہے. انہوں نے کہا ہے کہ اس لحاظ سے تو جو ہمارے مخالف ہیں وہ جھوٹے ہیں کہ میری وحی میں اوامر بھی ہیں اور نہیں بھی ہے، لیکن اگر یہ کہو کہ میں نے کوئی ایسی شریعت بیان کر دی ہے جو پچھلی کو منسوخ کرتی ہے یا نئی شریعت، وہ نہیں میں لے کر آیا. ہاں بس بات ختم ہو گئی نا کہ یہ تجدید دین والی بات ہے کہ تجدید دین کے لیے جو آتا ہے اس کو بھی اوامر اور نہیں اس میں شامل ہوتے ہیں. اس کو شریعت اس وجہ سے کہتے ہیں نا. ہوتے ہیں کیونکہ وہ اوامر اور نہیں جو دین میں پہلے سے موجود ہوتے ہیں ان سے لوگ ہٹ گئے ہوتے ہیں، تو وہ آ کے بیان کرتا ہے. اوامر نہیں اس میں آ جاتے ہیں، لیکن ہم اس کو شریعت نبی نہیں کہہ سکتے، تشریع نبی. نہ مرزا صاحب نے ایسا کوئی دعویٰ کیا. وہ تو کہہ رہے ہیں تجدید کے طور پر یہ ایسی چیزیں شامل ہوتی ہیں، اور حضرت عیسیٰ علیہ السلام کی چونکہ تجدید کرنے آئے تھے ان کے بھی شامل تھے، لیکن وہ پہلی شریعت کو منسوخ کرنے نہیں تھے آئے، کیونکہ تشریع نبی تبھی ہوتا ہے جب پہلی شریعت کو منسوخ کر دے اور نئی شریعت لے کے آتا ہے. وہ نہیں جون صاحب آپ کی ساری جو باتیں، عامر بھائی اگر 1 منٹ موقع دیں. جی جون صاحب آپ کی ساری باتیں جو ہیں یہ آپ کے اپنے کسی اکابر کی بات ہے. شریعت کو منسوخ کر دے. میں صرف یہ جاننا چاہ رہا ہوں کہ آپ کے لیے حجت قرآن ہے یا آپ کے اپنے اکابر ہیں؟ مرزا صاحب حجت ہے. اچھا، آپ مطلب آپ قرآن کو قرآن مانتے ہیں مرزا صاحب؟ کیونکہ قرآن انسان کو سمجھ نہیں آ سکتا جب تک کوئی سمجھانے والا نہ آئے. نہیں یہ میں نہیں پوچھ رہا آپ سے. ہاں تو بس یہی دلیل ہے نا، اسی لیے مرزا صاحب کو حجت مانتے ہیں کہ قرآن انہوں نے پیش کیا. بات بالکل صاف. اگر آپ قرآن مرزا صاحب کو چھوڑ کے لیں گے تو وہ نہیں میں ابھی اس بات پہ نہیں جا رہا. دیکھیں میں آپ سے وضاحت نہیں مانگ رہا. پھر میں نے جواب دے دیا اس کا. میں نے آپ سے صرف اتنا پوچھا ہے کہ آپ قرآن کو قرآن کی وجہ سے مانتے ہیں یا مرزا صاحب کی وجہ سے؟ مرزا صاحب کی وجہ سے. مطلب آپ کے لیے حجت ہے مرزا صاحب؟ جی بالکل صحیح ہے، ٹھیک ہے. پھر آپ کے لیے ساری وہ جو انہوں نے باتیں لکھی ہیں چاہے وہ جو کچھ بھی ہیں ٹھیک ہے، وہ آپ کے لیے وہ پریورٹی ہے. باقی قرآن میں لکھا ہے نہیں لکھا وہ میٹر نہیں کرتا. نہیں، قرآن میں لکھا تبھی مانیں گے اگر مرزا صاحب نے بھی لکھا ہے کہ ہاں یہ قرآن میں یہی لکھا ہے، پھر ہم مانیں گے. دیکھیں مرزا صاحب نے تشریحی غیر تشریحی حقیقی غیر حقیقی یہ بیان کیا، قرآن میں کہاں لکھا ہے؟ تو قرآن میں اگر مرزا صاحب نے بیان کیا ہے اس کا مطلب ہے قرآن کی انہوں نے صحیح تفہیم بیان کی ہے. میں کہہ رہا ہوں کون سی آیت سے مجھے ہر بات لفظ کے ساتھ نہیں لکھی ہوتی، اصل بات ہے کہ اس کا لفظ کی بات نہیں کر رہا. بیان کیا ہے. کوئی قرآن میں کوئی غیر تشریحی نبی بتائیں کون سا ہے؟ نہیں، قرآن نے تو یہ نہیں فرق کیا کہ تشریح نبی غیر تشریح مرزا صاحب نے کہاں سے لیا یہ فرق؟ اور تجدید دین والا نبی قرآن نے تو نہیں بتایا، قرآن نے یہ بتا دیا. تجدید دین پہ تو جاتے ہی نہیں ہے نا ہم صرف تشریح. چلے میں چلا گیا تو کوئی نقصان ہو گیا. میں نے تو جب ہم قسم بتا کر رہے ہیں تو وہ ساری قسمیں بتا دی نا. نہیں میں پوچھ رہا ہوں امتی نبی غیر امتی نبی، تشریح نبی غیر تشریح نبی، مستقل نبی غیر مستقل نبی، ساری اصطلاحات مرزا صاحب نے استعمال کی. تو ہم ساری کوئی کہہ دیتے ہیں کہ قرآن میں یہ جو آپ ان سے بات کر رہے ہیں نا بنی اسرائیل صاحب چوہان صاحب سے، ان کے لیے بنیادی طور پہ حجت جو ہے وہ مرزا صاحب اور ان کا کلام ہے. صحیح ہے.
تو آپ کے لیے حجت میرا خیال ہے صرف قرآن شریف ہے. تو نہیں میرے لیے دیکھیں قرآن شریف نہیں ہے، ان کے لیے بھی قرآن شریف حجت نہیں ہے. ان کا قرآن کے متعلق جو ان کا فہم ہے نا وہ ان کے لیے حجت ہے. قرآن حجت نہیں ہے، کیونکہ قرآن کی آیات کے تو مختلف لوگ مانے کرتے ہیں نا. جو ان کا اپنا فہم ہے یہ سمجھتے ہیں یہ قرآن ہے، تو ہم سمجھتے نہیں جو مرزا صاحب کا فہم تھا وہ قرآن ہے. طارق صاحب میں کہہ رہا ہوں کہ فہم کے لیے دیکھیں ایک تنے کے لیے جو ہے وہ جڑ کا ہونا لازم ہوتا ہے. آپ اگر پھل آپ کے ہاتھ میں پکڑا ہوا ہے اور آپ کہیں اس کا بیج موجود ہی نہیں ہے تو میں آپ کی بات نہیں مان سکتا، کیونکہ یہ لوجیکل سی بات ہے. میں یہ آپ سے پوچھ رہا ہوں، یہ جاننا چاہ رہا ہوں، یہ عرض کر رہا ہوں کہ یہ جو تشریحی اور غیر تشریحی، حقیقی غیر حقیقی جو نبوت ہے، یہ قرآن کی کون سی آیت ہے جو ہمیں جسٹیفائی کرتی ہے کہ واقعی اس طرح کے انبیاء گزرے ہیں؟ وہ پوچھنا چاہ رہا ہوں کہ مرزا صاحب نے جو تفصیل بیان کی ہے، جو نبوت کی 3 ٹائپس بیان کی ہیں، وہ کہاں سے کون سی آیت کا سہارا لیا ہے؟ قرآن میں یہ اصطلاحات تو نہیں استعمال کیے. مثلا میں آپ کو بتاتا ہوں امتی نبی کی اصطلاح انہوں نے کہاں سے لی؟ جو ذلی نبوت، امتی نبوت. میں نے کہا یہ جو 46 کے 9 ہیں یا 9 کی 46 ہے جس میں رسول اللہ فرما رہے ہیں کہ مجھے نہیں پتا کہ میرے ساتھ کیا ہوگا، اس آیت سے کیا مراد ہے؟ یہ مسیح صاحب نے یہ آیت لکھتے ہیں ہمیشہ، اس کی تھوڑی سی وضاحت ہو جائے تو اچھا نہیں ہے؟ ذرا اس کو سمجھ لیں ہم. یہ 9:46 9 کے یہ مسیح صاحب کون سی ہے؟ 9 کی 46 ہے یا 46 کی 9 ہے؟ 46 کی 9 ہے غالباً، میں نکالتا ہوں اس کو. کل انی اخاف و نسیت و ربی یوم یبعثون، وہ والی بات کون سے کانٹیکس میں چل رہی ہے؟ آپ نے پتہ نہیں کیا پیش کر دیا ہے. نہیں وہ کہہ رہے تھے کہ ریپیٹیشن ہو رہی ہے. اچھا انہوں نے مضمون بدل دیا کیونکہ مضمون واضح تو کر دیا ہے. 46 کی 9 جو ہے وہ ہے کہ کل ما کنت بدم من الرسل وما ادری ما یفعل بی ولا بکم ان اتبع الا ما یوحی الی وما انا الا نذیر مبین. مسیح صاحب کیا کہتے ہیں آپ اس کی کیا تشریح کرتے ہیں؟ کیا مطلب ہے؟ علیکم، کیا حال ہے حسین صاحب؟ ٹھیک ہیں؟ جی ٹھیک ہے الحمدللہ. جانا چاہتے ہیں نہیں، وہ اصل میں ٹاپک چل رہا تھا. کسی نے کہا تھا کہ انجیل یا تورا وغیرہ کے ضرورت نہیں ہے، ایک نئی ہمیں شریعت مل گئی ہے اس لیے نئی شریعت. قرآن میں تو لکھا ہے I've given you nothing new، اور یہ جو ورسز ہیں اس سے بھی یہی پتہ چلتا ہے کہ I am not new، کوئی میں نئی چیز نہیں ہوں. اور 568 میں آتا ہے You have nothing till you act according to the Torah. یہ جو ہم 46 کی 9 ہے، اگر نئی کی چیز کی ضرورت نہیں تو پھر حضرت ڈیوڈ کی مثال تو پھر ہم اس کو فالو کر سکتے ہیں نا، جو تورات میں بیان کی گئی ہے، کیونکہ وہی ہمارے لیے پھر بندہ جو ہے نا یہ طارق چوہان، اس کے ذہن میں بس گند کے علاوہ تو بری بات کی ہے. حسینی صاحب اگر موقع دیتے ہیں بات حضرت کرنے ڈیوڈ کے مطلب بات نہیں کرنا منع ہے. نہیں تو میں اجازت چاہتا ہوں، آپ لوگ کنٹینیو کریں، مسئلہ نہیں ہے. اگر آپ اجازت دیتے ہیں بات کو، جو ہم بات کر رہے تھے اس کو کنٹینیو کریں، ضرور کرتے رہیں آپ، ضرور. جی کیونکہ آپ نے جو آیت پیش کی ہے وہ آیت جو ہے وہ جس موضوع پہ ہم بات کر رہے ہیں وہ اس سے بالکل منافی ہے. آپ اپنی بات کرتے رہیں، میں تو صرف اس وجہ سے میں نے کہا شاید آپ اس پہ رہنمائی کر دیں. مسیح صاحب نے یہ آیت پیش کی ہے. نہیں وہ دیکھیں وہ ہر رسول ہی کہتا ہے، وہ نئی بات نہیں ہے. مطلب وہ لوگوں کو صرف وہ ایک چیز ریئلائز کروانے کے لیے کہ پہلے بھی رسول گزرے ہیں، ابھی بھی رسول آ رہے ہیں، اور جو رسول کا کام ہے وہ اس نے کرنا ہے. بس یہ صرف ہے. باقی جو میں پوچھ رہا ہوں وہ میں یہ جاننا چاہ رہا ہوں کہ یہ جو تشریح انہوں نے کچھ اور بات کی ہے. یہ کہہ رہے ہیں کہ جو آیت میں لکھا ہوا ہے کہ رسول اللہ کہہ رہے ہیں کہ مجھے تو اپنا بھی نہیں پتا، میں تم لوگوں کی کیسے شفاعت کروں. ان کا یہ مطلب ہے. تو یہ کہنا چاہ رہے ہیں کہ عیسیٰ علیہ السلام کو مان لیں. یہ کہہ رہے ہیں کہ عیسیٰ علیہ السلام کو مانیں، وہ شفاعت کریں گے، آپ کے نبی آپ کی شفاعت نہیں کر سکتے. یہ مطلب. اچھا چلیں، یہ ایک علیحدہ ٹاپک ہے. ہم جس ٹاپک پہ بات کر رہے تھے میں چاہتا ہوں آپ اس ٹاپک کو لے لیں. پھر یہ تو بنی اسرائیل صاحب آپ سمجھتے ہیں کہ اس ٹاپک کے اوپر ہماری سیر حاصل گفتگو نہیں ہوئی؟ کبھی رہتا ہے کوئی تشنا پہلو؟ نہیں، میری کبھی نہیں ہوئی ویسے. اچھا
آپ نے پوچھا تھا کہ تشریح اور غیر تشریح کا قرآن میں کہاں ذکر ہے؟ ہاں میں نے کہا یہ مرزا صاحب نے جو اصطلاح لی ہے یہ اس کی کوئی جڑ تو قرآن میں موجود ہوگی. ہاں جڑ تو موجود ہے. اللہ تعالیٰ نے بیان کیا ہے مختلف انبیاء کا، اور ہم دیکھتے ہیں کہ ان کے اوپر شریعت نہیں. ایسے بھی انبیاء کا بات اب اللہ تعالیٰ نے بیان کی ہے جن پر شریعت اتری تھی، حضرت موسیٰ علیہ السلام، اور ایسے بھی انبیاء کا ذکر ہے جن پر شریعت نہیں اتری. کوئی ایک نبی بتائیں جس پہ شریعت نہیں اتری. حضرت ہارون. حضرت ہارون. چلے کھولیں سورت علی انعام کی آیت نمبر 89. بلکہ 83 سے پڑھتے ہیں. وَتِلْكَ حُجَّتُنَا آتَيْنَاهَا إِبْرَاهِيمَ عَلَىٰ قَوْمِهِ نَرْفَعُ دَرَجَاتٍ مَن نَّشَاءُ. اس میں دیکھیں آپ قرآن پڑھیں گے تو اپنا فہم ہی بیان کریں گے نا. نہیں میں اپنا کوئی کسی اور کا فہم بیان کریں گے. ایک لفظ بھی اپنا ایڈ نہیں کروں گا. نہیں تو جو آپ ترجمہ اس کا کریں گے وہ فہم ہی ہے نا آپ کا. قرآن کی عربی زبان کا ترجمہ اردو میں جو آپ پیش کریں گے وہ فہم ہی ہوگا نا. طارق صاحب اپنا کوئی ترجمہ آپ کے جو بھی مترجم ہیں جماعت احمدیہ کے اس کا ترجمہ کھول لیں، مجھے اس کا بھی منظور ہے. اچھا کیونکہ آپ نے بات کر دی ہے حضرت ہارون کی تو میں دکھانا چاہ رہا ہوں نا کہ حضرت ہارون کو شریعت دی گئی ہے یا نہیں. نہیں تو آپ بتا دیں کہ کون سی شریعت دی گئی تھی. ہاں دیکھیں آپ کو شریعت دکھانا میرا مقصد ہے. کون سی دکھانا؟ دیکھیں ایک منٹ حسینی صاحب، شریعت دکھانا میرا مقصد ہے، کون سی یہ میرا مقصد نہیں ہے. ان کو شریعت دی گئی تھی حضرت ہارون کو، یعنی حضرت موسیٰ کو علیحدہ شریعت دی گئی تھی، حضرت ہارون کو آیت لکھی ہوئی ہے. آپ نے ڈینائی کرنا ہے آیت کا کریں. میں نے کر تو دیا پہلے ہی. اب آپ آیتیں دکھاتے رہیں، میں ڈینائی کرتا رہتا ہوں. آپ پورا قرآن دکھا دیں، میں ڈینائی کر دیتا ہوں. وہ میں نے تو ڈینائی پہلے کر دیا. مطلب آپ کے لیے قرآن کی کوئی حجت نہیں ہے. میں جب آپ قرآن کہتے ہیں نا، آپ ہمیشہ وہ کہتے ہیں کہ آپ کو جو قرآن کی سمجھ آئی. بھئی آپ کہہ رہا ہوں آپ اپنی جماعت احمدیہ کا آپ اپنی جماعت احمدیہ کا ترجمہ ہی نکال لیں. جو مرزا صاحب نے کوئی ترجمہ اگر کیا ہے تو وہ نکال لیں، یا آپ کے کوئی بڑے مفسر ہیں یا جمبا صاحب ہیں ان کا کوئی ترجمہ کیا ہوا ہے وہ نکال لیں. میرے لیے سارے حجت ہیں. جمبا صاحب نہیں مفسر نہ انہوں نے کہا ہے کہ میں کہہ رہا ہوں کوئی بھی آپ کے لیے جو صاحب حجت ہے جس نے ترجمہ کیا ہے قرآن کا وہ نکال لیں، میں اس کو بھی قابل قبول کروں گا. چلیں بتائیں کون سی آیت ہے. سورت نمبر 6 آیت نمبر 83 سے 89 تک پڑھ دیں اور ہمیں پتہ چل جائے گا کہ حضرت ہارون کو شریعت ملی ہے یا نہیں ملی. سورت 6 اور آیت 69 83 سے 89 تک. 83 سے نہیں تو آپ بتا دیں کس جگہ ذکر ہے شریعت کا. ہاں اس میں 18 انبیاء کا ذکر آتا ہے. ہاں 18 انبیاء کی فضیلتیں بیان کرنے کے بعد کنکلوژن طور پہ ایک بات ہوتی ہے اور آیت میں لکھا ہوا ہے الذین آتیناہم الکتاب والحکم والنبوہ. ٹھیک ہے. آپ اس میں سے حضرت ہارون کو کیسے نکال رہے ہیں؟ ہاں میں آتیناہم الکتاب سے مراد ہے علم الکتاب. اب دیکھیں فرق ہو گیا نا آپ کے فہم کا اور میرے فہم کا. میں نے تو ابھی فہم بیان ہی نہیں کیا. ابھی تو کیا آپ نے کہا آتیناہم الکتاب کا مطلب ہے اللہ تعالیٰ نے. اور بھئی لکھا تو ہوا ہے، کون کہہ رہا ہے نہیں لکھا ہوا؟ کسی نے کہا ہے نہیں لکھا ہوا؟ میں تو بتا رہا ہوں کہ ہاں آتیناہم الکتاب. آتینا کا کیا مطلب ہوتا ہے؟ اس کا مطلب ہے آتیناہم الکتاب کا مطلب علم الکتاب بھی ہوتا ہے. تو جہاں کتاب دی گئی وہاں کتاب دی گئی، جہاں کتاب نہیں دی گئی وہاں آتیناہم الکتاب سے مراد ہے علم الکتاب. حضرت عیسیٰ علیہ السلام کو بھی علم الکتاب دیا گیا. کون سی کتاب تھی؟ تورات کا علم دیا گیا ان کو. اور اس کے بعد حضرت موسیٰ علیہ السلام کے بعد حضرت عیسیٰ علیہ السلام کے جتنے انبیاء آئے آتیناہم الکتاب کا مطلب ہے علم الکتاب ان کو دیا گیا. دیکھیں آتیناہم الکتاب یہ فہم ہمیں حضرت مسیح موعود علیہ السلام نے فرمایا ہے، بتایا ہے. اچھا ٹھیک ہے انہوں نے بتایا ہے، میں یہ نہیں کہہ رہا. تو پھر ٹھیک ہے نا. ابھی آپ جو آیات پیش کرتی ہیں میں نے آپ کو بتا دیا کہ اس کا یہ مطلب ہے. اچھا یہ مرزا صاحب نے کہاں لکھا ہے کہ یہ جو آتیناہم الکتاب کا مطلب ہے علم الکتاب؟ یہ بتائیں ذرا ریفرنس. نہیں ریفرنس اس وقت تو میرا نہیں، لیکن مجھے پتہ ہے انہوں نے لکھا ہوا ہے کہ کتاب سے مل بھی جائے گا، ابھی میں نکال بھی لوں گا.
لیکن آتیناہم الکتاب سے علم الکتاب بھی مطلب ہوتا ہے، اور حضرت عیسیٰ علیہ السلام کو جب آتے ہیں نا آتیناہم الکتاب، اس سے مراد ہے کہ ان کو علم الکتاب. دیکھیں حضرت عیسیٰ کی کیٹیگری ڈیفرنٹ ہے، کیونکہ ان کے ساتھ اسپیسیفکلی جو ہے وہ انجیل آئی ہے اور کسی نبی کے ساتھ نہیں آئی. نہیں، انجیل کوئی کتاب نہیں ہے. اچھا نہیں ہوگی، میں کہہ رہا ہوں کہ اسپیسیفکلی جب یہی تو مسئلہ ہے، آپ کچھ اور سمجھتے ہیں. قرآن کی آیت وہی ہے، ٹیکسٹ میں تو کوئی فرق نہیں ہے. اللہ نے لکھا ہے الذین، اور وہ جو آتینا جن کو دی ہم نے، ان کو الکتاب کتاب، الحکم ان کو حکم دیا، اس کا آپ مطلب یہ سمجھیں کہ اللہ تعالیٰ نے ان کو کتاب دی. ہم یہ کہتے ہیں اس کا مطلب اللہ نے علم الکتاب دیا. میں نہیں سمجھ رہا. میں نہیں سمجھ رہا. ہاں وہ لکھے ہوئے کی بات کر رہے ہیں. آپ لکھے ہوئے سے یہ سمجھ رہے ہیں، میں لکھے ہوئے سے یہ سمجھ رہا ہوں. لکھا ہوا تو وہی ہے، مسئلہ نہیں، فرق تو کوئی نہیں ہے. آپ نے ان کو کہا کہ یہ ان کو علم الکتاب، کون سی کتاب کا علم دیا گیا؟ جو ان کی کتاب جس کے وہ تجدید کرنے آئے تھے، جس کتاب کون سی حضرت عیسیٰ علیہ السلام کو علم الکتاب دیا گیا. حضرت عیسیٰ کی یار آپ کی آج آ کے اور کس کی بات کر رہے ہیں؟ یہ حضرت ہارون کی بات کر رہے ہیں. ہاں، حضرت ہارون کو تو اللہ تعالیٰ نے ان کو مورل سپورٹ کے لیے بنایا تھا. ان کو تو کوئی نبی اس لیے بنایا گیا تھا کہ حضرت موسیٰ علیہ السلام نے کہا تھا کہ مجھ میں کمزوریاں ہیں. وہ گھبراتے تھے، نروس تھے. انہوں نے کہا ٹھیک ہے، اللہ تعالیٰ نے کہا ٹھیک ہے میں اس کو. پھر بعد میں اللہ تعالیٰ نے دکھا بھی دیا کہ اصل جو نبوت تھی وہ ملی حضرت موسیٰ کو تھی. اچھا ٹھیک ہے، میں جب حضرت موسیٰ 40 دن کے لیے گئے پیچھے، حضرت ہارون کا کیا حال کیا لوگوں نے؟ کوئی ان کو سنتا ہی نہیں تھا، کیونکہ اللہ تعالیٰ کی طرف سے ان کو سپورٹیو نبی بنایا گیا تھا. وہ کوئی نبوت نہیں تھی، وہ صرف ان کے مورل سپورٹ کے لیے تھی، نہ ان کو کوئی شریعت دی گئی. میرا یہ سوال نہیں ہے، میرا سوال یہ ہے کہ ان کو علم الکتاب کس کتاب کا اس میں انہوں نے ایڈ کیا مسیح صاحب نے. وہ کہتے ہیں کہ حضرت داؤد نے بھی گناہ کیا اور باقی سب نبیوں نے بھی گناہ کیے، صرف عیسیٰ علیہ السلام نے گناہ نہیں کیا. نہیں حسین صاحب، میں صرف اتنا سا عیسیٰ علیہ السلام تو کہتے ہیں مجھے نیک نہ کہو، انجیل میں لکھا ہوا ہے. وہ کہتے ہیں مجھے نیک نہ کہو. میں یار چوہان صاحب آپ سے یہ جاننا چاہ رہا ہوں کہ علم الکتاب حضرت ہارون کو کون سی کتاب کا ملا ہے؟ بھئی جو کتاب حضرت موسیٰ علیہ السلام پہ اتری تھی، اور کوئی اور کتاب کا علم دینا تھا اللہ تعالیٰ نے ان کو. نہیں بتائیں نا ہمیں. وہ بتا تو دیا. کون سی کتاب اتری تھی؟ موسیٰ علیہ السلام پہ اتری کتاب کون سی؟ آپ کہیں گے ان پہ کون سی اتری تھی؟ وہی پوچھ رہا ہوں نا آپ سے. آپ حضرت موسیٰ پہ آپ نے بات ڈال دی ہے، چلے حضرت موسیٰ کی بتا دیں کون سی کتاب اتری ہے. تورات. کہاں لکھا ہے؟ بھئی میں کہہ رہا ہوں یہ حضرت مسیح علیہ السلام نے ہمیں بتایا. آپ کو وہی ہوتی ہے، میں کہاں لکھا ہے؟ بھئی میں جب آپ کو کہتا ہوں کہ یہ حضرت مسیح علیہ السلام نے ہمیں یہ معلومات دی ہیں، کہاں لکھا ہے ہمیں جاننے کی ضرورت نہیں. جب انہوں نے فرما دیا تو ہم نے مان لیا. میں نے آپ کے ساتھ یہ بحث نہیں کرنی. یہ اس کا تو یہ مطلب اس کو آپ کا مطلب کوئی اور ہے، ہمارا کوئی مطلب. آپ کے پاس جو قرآن ہے وہ گمراہی والا قرآن ہے، ہمارے پاس ہدایت والا قرآن ہے. مبشر صاحب ان سے بات کریں ذرا آپ. ان سے بات کرنے کا مقصد یہ تھا کہ جو نس ہے وہ کہاں پہ موجود ہے. آپ کی نس جو ہے، ہماری نس ڈیفرنٹ ہے، آپ کی نس ڈیفرنٹ ہے. فرق ہوگی نا. آپ کہتے ہیں اس کا مراد ہے کتاب دینا، ہم کہتے ہیں نہیں علم الکتاب دینا، وہ بھی اس میں شامل ہے. میں لے لیا آپ کی بات کو، تو بات ختم ہو گئی. اب بحث کی گنجائش کوئی رہ گئی؟ میں یہ دیکھیں، آپ جو علم الکتاب لے رہے ہیں وہ پھر کتاب بھی تو بتائیں نا کون سی ہے. آپ نے بتایا تورات. میں نے آپ سے پوچھا کہ یہ تورات لکھا کہاں پہ ہے کہ حضرت موسیٰ کو دی گئی ہے. آپ نے بولا بس میں کہہ رہا ہوں. آپ کون ہیں؟ کیونکہ مسیح موعود نے ہمیں یہ فرمایا. مبشر صاحب آئیں، کوئی ان کو بھی موقع دیں، ان سے بھی بات. جی جی ہاں ٹھیک ہے. جی مبشر صاحب السلام علیکم. السلام. جی مبشر صاحب کیا حال ہے؟ طبیعت کس طرح ہیں؟ ਵਧੀਆ طبیعت. جی جی ਤੁਸੀਂ ਸੁਣਾਓ. جی الحمدللہ. تے دسو پھر ضروری گلاں جڑیاں تعلیمات نے، احمدیت دیاں برکات، احمدیت دیاں فضائل، احمدیت دی تبلیغ کرو. ਤੁਸੀਂ ਕੌਣ ਹੋ ਜੀ؟ جی ਤੁਸੀਂ ਕੌਣ ਹੁੰਦੇ ਹੋ؟ خلافت دیاں برکات سنو. ਅਸੀਂ ਜੀ ਇਨਸਾਨ ਵਿੱਚ ਹੀ ਸ਼ੁਮਾਰ ਕੀਤਾ ਜਾਂਦਾ ਹੈ. ਨਹੀਂ ਮੈਂ ਤੁਹਾਨੂੰ ਪਤਾ ਵੇ ਮੇਰਾ ਸਵਾਲ ਦਾ ਮਕਸਦ ਕੀ ਹੈ ਪੁੱਛਣ ਦਾ, ਮੇਰਾ ਮਤਲਬ ਕੀ ਹੈ ਤੁਹਾਡਾ? ਹਾਂਜੀ
ਮਤਲਬ ਕੀ ਹੈ? ਮਤਲਬ ਮਤਲਬ ਕਿਹੜਾ ਹੈ ਜੀ, ਤੁਹਾਡਾ? ਮਤਲਬ ਆਮਨਤੁ ਬਿल्लाहि व मलाइकतिहि व कुतुबिहि व ਉਹ रुसुलिहि ਯਾਰਾ ਫਿਰ ਇਹਦਾ ਮਤਲਬ ਹੈ ਫਿਰ बल्कि ਗੱਲ ਨਹੀਂ सारे ਕਰਨੀ ਮੇਰੇ रिश्ते ਨਾਲ। मिन अल्लाह ताला वल बस ਮੈਂ ਤੇ ਚੈਲੰਜ ਲੈ ਕੇ ਆਇਆ ਸਾਂ ਮਨਾਜ਼ਰੇ ਦਾ, ਤੁਸੀਂ ਜੀ। ਉਲਟੀ ਪੈ ਗਏ ਹੋ। ਨਹੀਂ ਮੈਂ ਇਹੋ ਹੀ ਕਿਹਾ ਨਾ, ਤੁਸੀਂ ਬਹੁਤ ਅੱਛਾ ਤੁਸੀਂ ਸਮਝਾਓਗੇ ਗੱਲਾਂ ਸਾਰੀਆਂ। ਮੈਂ ਕਹਿ ਰਿਹਾ ਵਾਂ ਤੁਸੀਂ ਮੇਰੇ ਨਾਲ ਗੁਫ਼ਤਗੂ ਕਰਨੀ ਹੈ ਮਜ਼ਹਬ ਦੇ ਮਾਮਲਾਤ ਦੇ ਉੱਤੇ ਕਿ ਨਹੀਂ ਕਰਨੀ? ਇਹ ਸਾਡੇ ਕੋਲ ਹੈ ਨੇ ਨਾ, ਚੌਹਾਨ ਸਾਹਿਬ ਇਹਨਾਂ ਨਾਲ ਕਰੋ ਜਾਂ ਬਨੀ ਇਸਰਾਈਲ ਸਾਹਿਬ ਨਾਲ ਕਰੋ ਨਾ। ਇਸ ਹਾਂ ਤੇ ਮੈਂ ਚੌਹਾਨ ਸਾਹਿਬ ਹੋਣ ਤੇ ਭਾਵੇਂ ਬਨੀ ਇਸਰਾਈਲ ਦੇ ਹੋਣ, ਭਾਵੇਂ ਉਮਤੇ ਮਮਦੀਆ ਦੇ ਹੋਣ, ਜੀ ਜੀ, ਭਾਵੇਂ ਉਮਤੇ ਮਮਦੀਆ ਦੇ ਹੋਣ, ਕੋਈ ਵੀ ਹੋਵੇ, ਮੈਂ ਪੁੱਛ ਰਿਹਾ ਮਜ਼ਹਬ ਕੀ ਹੈ ਤੁਹਾਡਾ? ਹਾਂ ਇਹ ਵੀ ਗੱਲ ਹੈ। ਖਿਲਾਫਤ ਦੀਆਂ ਬਰਕਾਤ ਸਾਨੂੰ ਦੱਸੋ ਨਾ ਆ ਕੇ। वैसे सैनी साहब चंगी बोली दो बंदे दी गल ते चल रही है जी जी। ਤਾਰਕ ਚੌਹਾਨ ਨਾਲ ਮੇਰੀ ਗੱਲ ਕਰਾਓ। ਤੁਸੀਂ ਇਹਨਾਂ ਦੀ ਅੱਛੀਆਂ ਗੱਲਾਂ ਸੁਣਨ ਵਾਸਤੇ ਤਾਰਕ ਚੌਹਾਨ ਨਾਲ ਮੇਰੀ ਗੱਲ ਕਰਾਓ। ਉਹ ਵੀ ਕਰ ਰਹੇ ਆ ਗੱਲ ਬਈ, ਕਰ ਕੋਈ ਸਪੈਸ਼ਲ ਤਾਰਕ ਚੌਹਾਨ ਸਾਹਿਬ ਕੀ ਹਾਲ ਹੈ ਤੁਹਾਡਾ? ਹਾਂਜੀ ਤੁਹਾਡਾ ਕੀ ਹਾਲ ਹੈ? ਮੇਰਾ ਹਾਲ ਠੀਕ ਠਾਕ ਹੈ। ਤੁਹਾਡਾ ਤਾਰੁਫ ਕੀ ਹੈ ਤੁਹਾਡਾ? ਤੁਹਾਡਾ ਕੀ ਤਾਰਫ ਹੈ? ਮੇਰਾ ਤਾਰੁਫ ਕਰਨ ਮੈਂ ਇਸ ਤੋਂ ਪਹਿਲੇ ਕਿ ਮੈਂ ਆਪਣਾ ਤਾਰੁਫ ਕਰਾਵਾਂ, ਇਸ ਤੋਂ ਪਹਿਲੇ ਕੋਈ ਮੇਰੀ ਚੀਜ਼ ਮੇਰੇ ਸਿਰ ਦੇ ਵੀ ਕੋਈ ਚੀਜ਼ ਮਾਰੀ ਯਾਰ। ਜੀ ਜੀ ਹੈ ਕੀ? मैं फिर तारुफ करावांगा, मेरे सिर दे भी कोई चीज मार। चलो हाँ हुसैनी साहब आपके पास है ऐसा इंतजाम? सिर चीज मारन दा? हाँ जी। ਉਹ ਤੇ ਉੱਤੋਂ ਸਭ ਤੋਂ ਉੱਤੇ ਮਸੀਹ ਸਾਹਿਬ ਬੈਠੇ ਨੇ, ਜੇ ਉੱਤੋਂ ਇਹ ਆਮਰ ਨਜ਼ੀਰ ਸਾਹਿਬ ਬੈਠੇ ਨੇ, ਉਹ ਮਾਰ ਸਕਦੇ ਆਮਰ ਨਜ਼ੀਰ ਨਾਲ ਗੱਲ ਨਾ ਇਹਦੇ ਉੱਤੇ ਬੈਠੇ ਨੇ। ਉਹ ਨਾ 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 ਇਹਦੇ ਨਾਲ ਨਾ ਗੱਲ ਕਰਾਈ ਆ, ਬਦਬੂਦਾਰ ਕੀੜਾ ਹੈ। ਹੈ ਓਏ ਬਦਬੂਦਾਰ ਕੀੜਾ ਵੇ, ਇਹਦੇ ਨਾਲ ਨਾ ਗੱਲ ਨਹੀਂ ਇਸ ਤਰ੍ਹਾਂ ਨਾ, ਇਹ ਨਾ ਇੱਥੇ ਸਾਡੇ ਕੋਲ ਕੋਈ ਥੱਲੇ ਹੀ ਲਾ ਦੋ ਸਾਹਿਬ ਤੋਂ ਇਨਕਾਰ ਸਾਰਾ। ਮੈਂ ਆਇਆ ਸਾਂ ਬੜੇ ਦਾਅਵੇ ਦੇ ਨਾਲ, ਬੜਾ ਚੈਲੰਜ ਲੈ ਕੇ ਆਇਆ। ਖਿਲਾਫਤ ਦੀ ਬਰਕਤ ਹੈ ਤੁਹਾਡੇ ਕੋਲ ਜੀ, ਐਸੀ ਬਦਤਮੀਜ਼ੀ ਜ਼ੁਬਾਨ। ਮੈਂ ਬੜੇ ਅਦਬ ਦੇ ਨਾਲ ਗੁਫ਼ਤਗੂ ਕਰਨ ਆਇਆ ਸਾਂ, ਠੀਕ ਹੈ, ਪਰ ਮੈਨੂੰ ਨਹੀਂ ਸੀ ਪਤਾ ਇੱਥੇ ਮਤਲਬ ਗੰਦ ਦੀ ਮੰਡੀ ਹੈ, ਤੇ ਇਸ ਵਜ੍ਹਾ ਕਰਕੇ ਮੇਰਾ ਖਿਆਲ ਹੈ ਮੈਂ ਆਰਾਮ ਦੇ ਨਾਲ ਨਿਕਲ ਹੀ ਜਾਵਾਂ। ਠੀਕ ਹੈ ਜੀ, ਠੀਕ ਹੈ, ਬਿਹਤਰ ਇਹ ਬਿਹਤਰ ਹੈ ਤੁਹਾਡੇ ਵਾਸਤੇ, ਨਿਕਲ ਜਾਓ। ਹਾਂ ਨਿਕਲ ਜਾਓ, ਮਿਹਰਬਾਨੀ ਨਿਕਲ ਜਾਓ, ਇਹ ਬਿਹਤਰ ਹੈ। ਹਾਂ ਤੇ ਮੈਂ ਇਸੇ ਵਜ੍ਹਾ ਕਰਕੇ ਮੈਂ ਨਿਕਲ ਹੀ ਜਾਵਾਂ ਗੰਦ ਵਿੱਚੋਂ, ਚੰਗਾ ਹੀ ਹੈ। ਨਹੀਂ ਠੀਕ ਹੈ, ਠੀਕ ਹੈ। ਹਾਂ ਠੀਕ ਹੈ ਜੀ, ਚਲੋ ਨਿਕਲੋ ਜੀ। ਤੁਸੀਂ ਥੱਲੇ ਗਟਰ ਤੇ ਚਲੇ ਜਾਓ। ਆ ਤਾਰਕ ਚੌਹਾਨ ਦੇ ਨਾਲ ਨਾ ਤੂੰ ਲਗਾ ਰਿਹਾ ਹੈ। ਜੀ ਜੀ। ਤਾਰਕ ਚੌਹਾਨ ਅਜੇ ਦੇਖੋ ਚਲੋ ਉਹ ਵੀ ਨਿਕਲਣਾ, ਤੂੰ ਹੁਣੇ ਕਿਹਾ ਤੂੰ ਨਿਕਲਣਾ, ਹੁਣ ਫੇਰ ਤੂੰ ਬੈਠਾ ਉਹ ਯਾਰ ਆਪਣਾ ਗਟਰ ਲੈ ਕੇ ਫੇਰ ਤੂੰ ਬੈਠਾ ਹੈ ਤੱਕ, ਆਪਣਾ ਗਟਰ ਲੈ ਕੇ ਨਿਕਲ ਜਾ ਤੂੰ। ਅੱਜ ਪੈਸੇ ਨਾ ਲਵੀਂ ਇਹਦੇ ਕੋਲੋਂ। ਪਤਾ ਨਹੀਂ ਬੈਠਾ ਕਿਉਂ ਹੈ ਇੱਥੇ, ਕਹਿੰਦਾ ਮੈਂ ਨਿਕਲਣਾ। ਜਮਾਤ ਅਹਿਮਦੀਆ ਦੇ ਨੇ ਮੁਬਸ਼ਰ ਸਾਹਿਬ? ਹਾਂਜੀ ਹਾਂਜੀ ਜੀ। ਚੱਲ ਆਪਣਾ ਗੰਦ ਬੰਦ ਕਰ। ਤੇਰਾ ਕੋਈ ਲੱਗਿਆ इस्लाम की तबलीग पे करता था बह के इथे। अंकल आप सोए हुए नहीं थे? एंग्री यंग मैन कोई आया मिर्जाइयां दा, इस्लाम की तबलीग एंग्री ओल्ड मैन लग रहा है ਮੈਨੂੰ। ਕਹਿੰਦਾ ਗਟਰ ਹੈ, ਮੈਂ ਇੱਥੋਂ ਜਾ ਰਿਹਾ ਤੇ ਉਹ ਗਟਰ 'ਚ ਬੈਠਾ ਹੈ ਅਜੇ ਤੱਕ। ਉਹ ਮਿਰਜ਼ਾਈ ਗਟਰ ਲੈ ਕੇ ਜਾਂਦਾ ਕਿਉਂ ਨਹੀਂ? ਉਹ ਮਿਰਜ਼ਾਈ ਗਟਰ ਲੈ ਕੇ ਜਾਂਦਾ ਕਿਉਂ ਨਹੀਂ ਇੱਥੋਂ? ਮੈਨੂੰ ਇਸ ਤਰ੍ਹਾਂ ਦੀ ਆਪਣਾ ਗਟਰ ਲੈ ਕੇ ਭੱਜ ਜਾ ਇੱਥੋਂ, ਭੱਜ ਜਾ। ਮੈਨੂੰ ਇਸ ਤਰ੍ਹਾਂ ਦੀ ਆਵਾਜ਼ ਆਈ ਸੀ ਜਿਸ ਤਰ੍ਹਾਂ ਕੋਈ ਇਸਲਾਮ ਦੀ ਤਬਲੀਗ ਕਰ ਰਿਹਾ ਹੋਵੇ। ਨਹੀਂ ਉਹ ਤੂੰ ਹੀ ਕੀਤੀ ਹੋਣੀ, ਮੇਰੇ ਕੋਲ ਗਲਤੀ ਤੈਨੂੰ ਸਾਰਾ ਗਟਰ ਲੱਗਦਾ। ਇਸਲਾਮ ਵਿੱਚ ਵੀ ਤੂੰ ਗਟਰ ਬਣਾ ਰਿਹਾ ਉਹਨੂੰ। ਮੈਨੂੰ ਨਹੀਂ ਸੀ ਪਤਾ ਇੱਥੇ ਕੁੱਤੇ ਭੌਂਕਦੇ ਨੇ ਪਏ। ਇਹ ਕਿਹੜੀ ਬੋਲੀ ਬੋਲਦੇ ਨੇ ਪਏ ਚੌਹਾਨ ਸਾਹਿਬ? ਇਹ ਮਿਰਜ਼ਾਈयत ਦੀ ਬੋਲੀ ਹੈ। ਇਹ ਖਲੀਫਾਤੁਲ ਮਸੀਹ ਖਾਮਸ ਨੇ ਜਿਹੜਾ ਖੁਤਬਾ ਦਿੱਤਾ ਸੀ ਨਾ, ਉਹ ਵਾਲੀ ਬੋਲੀ ਬੋਲ ਰਹੇ। नहीं ये ऐसा ना इंसाना दी बोली है, इंसाना दी मोमना दी। खलीफतुल मसीह खामस ने खुतबा दिता सी कि खूबसूरत जुबान इस्तेमाल किया करें, ए ओ वाली जुबान है। ये गलत बात है। देखें आप अपनी जाती रंजिश तो ना निकाले ना। अगर आप खुलफा के बारे में जो भी आपका नजरिया है या आपके बड़ों ने जो भी बताया है, लेकिन जाती तो ना इस्तेमाल करें उनके। क्यों, किस लिए इस्तेमाल करें? खुलफा ने जो बताया उनको किस लिए इस्तेमाल करें? ना बताए खुलफा क्या करते हैं। खुलफा ने मिर्जा मसूद साहब ने खुतबा दिया है कि ए लोगो, ए मिर्जाइयों, गाली बादी ना करो, अच्छी जुबान इस्तेमाल करो। और ये मिर्जाई आके उसी खुतबे की वजह से ये जुबान इस्तेमाल कर रहा है। आपको मिर्जा साहब ने लकुम दीनुकुम वली दीन वाली आयत की कोई तफसीर नहीं बताई।
नहीं, मिर्जा साहब ने तो कहा है कि जहाँ पे फिर उन्होंने कौन सी तजदीद कर दी यहाँ के दीन में? अगर आप उनको अब मैं आपके साथ तजदीद डिस्कस करूँ उनकी, तो आप मुझे 85 किताबें उनकी पढ़ें जाके। ओ भाई मैं क्यों पढ़ूं? मेरे लिए तो अगर नहीं पढ़ना तो फिर आप सवाल क्यों उठा रहे हैं भाई? मैं तो आपसे पूछ रहा हूँ कि आपको 85 किताबों में कहीं पे ये तजदीद नहीं मिली कि लकुम दीनुकुम वलिय दीन का मतलब क्या है? नहीं, जो आपका मतलब है वो हमारा मतलब नहीं है। मैंने तो लिया ही नहीं है मतलब। आपकी नस और है, हमारी नस और है। मतलब नस, मेरी नस कट गई है, आपकी नस कट गई है, हमारी नस अभी तक जिंदा है, भड़क रही है। मैं वही कह रहा हूँ, आप अपनी नस लेके फिरे, हमारी नस आपकी नस फर्क है ना। आप हमेशा अपनी नस का हवाला देते हैं जो हमारे लिए काबिल कबूल नहीं। प्रकाश साहब ਜੀ ਅਮੀਰ ਇੱਕ ਕੋਲੋਂ ਮੈਂ ਕਿਹਾ ਇੱਕ ਕੋਲੋਂ ਜਾਨ ਛਡਾਈਏ, ਤੁਸੀਂ ਇਹਨਾਂ ਨਾਲ ਗਰਮ ਹੋ ਛੱਡੋ, ਗੱਲ ਹੋ ਗਈ ਜਿਹੜੀ ਹੋਣੀ ਸੀ, ਹੋਰ ਕੋਈ ਗੱਲ। ਇਹ ਆਏ ਨੇ ਤੇ ਇਹਨਾਂ ਨੂੰ ਨਾ ਅਗਲੇ ਦਿਨ ਵੀ ਸਮਝਾਇਆ ਸੀ ਚੌਹਾਨ ਸਾਹਿਬ ਨੇ ਨਾ। ਤੁਸੀਂ ਵੀ ਉਹੀ ਗੱਲ ਸ਼ੁਰੂ ਕਰ ਰਹੇ ਹੋ ਆਮਨ ਦੀ ਅੰਕਲ।